हाँ जी दोस्तों, ਤੁਹਾਡਾ ਸਾਰਿਆਂ ਦਾ ਮੀਡੀਆ ਪ੍ਰਵਾਸ ਵੱਲੋਂ ਬਹੁਤ-ਬਹੁਤ ਸਵਾਗਤ। ਪਹਿਲੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਿ ਕਿਰਪਾ ਕਰਕੇ ਆਪਣੇ ਮਾਈਕ ਨੇ ਜਿਹੜੇ ਉਹ ਬੰਦ ਰੱਖੋ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਡਿਸਟਰਬੈਂਸ ਨਾ ਹੋਵੇ, ਕੋਈ ਪਰੇਸ਼ਾਨੀ ਨਾ ਹੋਵੇ। ਸਾਨੂੰ ਮੀਡੀਆ ਪ੍ਰਵਾਸ ਦੇ ਇਸ 39ਵੇਂ ਅੰਕ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿ ਰਹੇ ਹਾਂ। ਦੋਸਤੋ, ਮੀਡੀਆ ਪ੍ਰਵਾਸ ਵੱਲੋਂ ਵੱਖ-ਵੱਖ ਸਮਿਆਂ ਤੇ ਜਿਹੜੇ ਸਾਡੇ ਸਮਾਜ ਦੇ ਭਖਦੇ ਹੋਏ ਮੁੱਦੇ ਨੇ ਉਹਨਾਂ ਤੇ ਸੰਵਾਦ ਰਚਾਇਆ ਜਾ ਰਿਹਾ ਹੈ ਤੇ ਉਸ ਸੰਵਾਦ ਦੀ ਲੜੀ ਦੇ ਵਿੱਚ ਅੱਜ ਆਪਾਂ ਜਿਸ ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਉਹ ਵਿਸ਼ਾ ਹੈ ਪੰਜਾਬੀ ਭਾਸ਼ਾ ਚੁਣੌਤੀਆਂ ਤੇ ਸੰਭਾਵਨਾਵਾਂ। ਸ਼ਾਇਰ ਨੇ ਲਿਖਿਆ ਕਿ ਸਾਂਭੋ ਆਪਣੇ ਚੰਨ ਤੇ ਤਾਰੇ ਜੀ ਸਦਕੇ, ਮੇਰਾ ਸੂਰਜ ਮੇਰੇ ਕੋਲੇ ਰਹਿਣ ਦਿਓ, ਮਾਸੀਆਂ ਚਾਚੀਆਂ ਤਾਈਆਂ ਤੇ ਵੀ ਮਾਣ ਕਰੂੰ, ਆਪਣੀ ਮਾਂ ਨੂੰ ਮਾਂ ਤਾਂ ਪਹਿਲਾਂ ਕਹਿਣ ਦਿਓ, ਆਪਣੀ ਮਾਂ ਨੂੰ ਮਾਂ ਤਾਂ ਪਹਿਲਾਂ ਕਹਿਣ ਦਿਓ। ਦੋਸਤੋ, ਇਸ ਮਹੱਤਵਪੂਰਨ ਵਿਸ਼ੇ ਤੇ ਸੰਵਾਦ ਰਚਾਉਣ ਲਈ ਅੱਜ ਸਾਡੇ ਨਾਲ ਦੋ ਪ੍ਰਸਿੱਧ ਵਿਦਵਾਨ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲੇ ਵਿਦਵਾਨ ਨੇ ਡਾਕਟਰ ਜੋਗਾ ਸਿੰਘ ਵਿਰਕ। ਡਾਕਟਰ ਜੋਗਾ ਸਿੰਘ ਵਿਰਕ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ। ਆਪਣਾ ਮਾਈਕ ਖੋਲ ਲਓ ਪਲੀਜ਼। ਮਿਹਰਬਾਨੀ, ਬਹੁਤ-ਬਹੁਤ ਧੰਨਵਾਦ ਜੀ। ਦੂਜੇ ਵਿਦਵਾਨ ਜੋ ਸਾਡੇ ਨਾਲ ਨੇ ਉਹਨੇ ਡਾਕਟਰ ਬੂਟਾ ਸਿੰਘ ਬਰਾੜ। ਡਾਕਟਰ ਬੂਟਾ ਸਿੰਘ ਬਰਾੜ ਸਰ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਵੀ ਆਪਣਾ ਮਾਈਕ ਖੋਲ ਲਓ ਪਲੀਜ਼, ਤੁਹਾਡਾ ਮਾਈਕ ਬੰਦ ਹੈ ਜੀ। ਹੋ ਗਿਆ ਜੀ। ਦੋਸਤੋ, ਇਹ ਦੋਨੇ ਵਿਦਵਾਨ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਲਗਭਗ 3-4 ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ, ਵੱਖ-ਵੱਖ ਅਦਾਰਿਆਂ ਦੇ ਵਿੱਚ, ਵੱਖ-ਵੱਖ ਕਾਲਜਾਂ ਦੇ ਵਿੱਚ ਇਹਨਾਂ ਨੇ ਲੰਮਾ ਸਮਾਂ ਪੰਜਾਬੀ ਭਾਸ਼ਾ ਦਾ ਅਧਿਆਪਨ ਕੀਤਾ ਹੈ। ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ। ਭਾਸ਼ਾ ਵਿਗਿਆਨੀ ਨੇ, ਭਾਸ਼ਾ ਦੇ ਖੇਤਰ ਦੇ ਵਿੱਚ ਬਹੁਤ ਸਾਰੀਆਂ ਖੋਜਾਂ ਕਰ ਰਹੇ ਨੇ। ਮੈਂ ਫਿਰ ਇੱਕ ਵਾਰੀ ਬੇਨਤੀ ਕਰਦਾ ਜੀ, ਆਪਣੇ ਮਾਈਕ ਬੰਦ ਰੱਖੋ ਪਲੀਜ਼। ਤੇ ਅੱਜ ਆਪਾਂ ਭਾਸ਼ਾ ਦੇ ਜੋ ਬਹੁਤ ਭਖਦੇ ਮੁੱਦੇ ਨੇ ਉਹਨਾਂ ਸਾਰੇ ਮੁੱਦਿਆਂ ਤੇ ਇਹਨਾਂ ਨਾਲ ਸੰਵਾਦ ਰਚਾਵਾਂਗੇ। ਮੈਂ ਇੱਕ ਵਾਰੀ ਸਾਰਿਆਂ ਨੂੰ ਫਿਰ ਮਿਊਟ ਕਰਨ ਲੱਗਿਆ ਪਲੀਜ਼। ਸਾਡੇ ਦੋਨੇ ਬੁਲਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਮਾਈਕ ਦੁਬਾਰਾ ਖੋਲ ਲੈਣ। ਮੈਂ ਇੱਕ ਵਾਰੀ ਸਾਰਿਆਂ ਨੂੰ ਮਿਊਟ ਕੀਤਾ ਹੈ। ਦੋਸਤੋ, ਇਸ ਵੇਲੇ ਮੈਨੂੰ ਡਾਕਟਰ ਲਖਵਿੰਦਰ ਜੌਲ ਹੋਰਾਂ ਦੀ ਇਸ ਇੱਕ ਕਵਿਤਾ ਦੀਆਂ ਕੁਝ ਲਾਈਨਾਂ ਚੇਤੇ ਆ ਰਹੀਆਂ ਨੇ ਜੋ ਅੱਜ ਦੇ ਇਸ ਮੁੱਦੇ ਦੇ ਉੱਤੇ ਬੜੀਆਂ ਟੁਕਦੀਆਂ ਨੇ। ਉਹਨਾਂ ਦੀ ਕਵਿਤਾ ਇੱਕ ਰੋਟੀ ਤੇ ਭਾਸ਼ਾ। ਉਹ ਲਿਖਦੇ ਨੇ ਕਿ 2 ਹਰਫਾਂ ਤੋਂ ਰੋਟੀ ਬਣਦੀ, 2 ਹਰਫਾਂ ਤੋਂ ਭਾਸ਼ਾ, ਦੋਵੇਂ ਖੋਈਆਂ ਜਾਣ ਜਦੋਂ ਵੀ ਹੁੰਦੀ ਘੋਰ ਨਿਰਾਸ਼ਾ, ਮਰਦੀ ਆਸ਼ਾ, ਜੋਗੀ ਨਾਥਾਂ ਗੁਰੂਆਂ ਪੀਰਾਂ ਵਾਰਿਸ ਬੁੱਲੇ ਜਿਹੇ ਫਕੀਰਾਂ, ਗਟ ਗਟ ਜ਼ਹਿਰ ਸਮੇਂ ਦਾ ਪੀਤਾ, ਭਾਸ਼ਾ ਖਾਤਰ ਕੀ ਨਹੀਂ ਕੀਤਾ, ਸ਼ਿਵ ਪਾਤਰ ਤੇ ਪਾਸ਼ ਨੇ ਆ ਕੇ ਲਫ਼ਜ਼ਾਂ ਵਿੱਚ ਲਹੂ ਨੂੰ ਪਾ ਕੇ ਇਸ ਦਾ ਰੰਗ ਮੁਤਾਬਿਕ ਕੀਤਾ, ਜ਼ਖਮਾਂ ਨੂੰ ਕਲਮਾਂ ਨਾਲ ਸੀਤਾ, ਮੈਂ ਸਿਰ ਫੜ ਕੇ ਬੈਠਾ ਸੋਚਾਂ ਫਿਰ ਵੀ ਕਾਤੋਂ ਭਾਸ਼ਾ ਮੇਰੀ ਹੋ ਨਾ ਪਾਈ ਰੋਟੀ ਜੋਗੀ, ਰਹੀ ਵਿਜੋਗੀ, ਭਾਸ਼ਾ ਦੀ ਇਸ ਹੋਣੀ ਪਿੱਛੇ ਕੋਈ ਸਿਆਸੀ ਗੁੰਝਲ ਹੋਣੀ, ਜੋ ਮੇਰੀ ਮਮਤਾ ਦੀ ਅੱਖ ਤੋਂ ਭਾਵੁਕਤਾ ਬਸ ਪਕੜ ਨਾ ਹੋਣੀ, ਮੈਂ ਕਾਇਦੇ ਚੋਂ ਹਰਫ ਉਠਾ ਕੇ ਰੱਖ ਦੇਵਾਂ ਛਾਬੇ ਵਿੱਚ ਪਾ ਕੇ, ਰੋਜ਼ ਰਾਤ ਨੂੰ ਸੁਖਣਾ ਸੁੱਖਾਂ, ਹਰਫਾਂ ਦੀ ਰੋਟੀ ਬਣ ਜਾਵੇ ਟੱਬਰ ਖਾਵੇ। ਦੋਸਤੋ, ਭਾਸ਼ਾ ਦਾ ਤੇ ਰਿਜ਼ਕ ਦਾ ਬਹੁਤ ਡੂੰਘਾ ਸਾਥ ਹੈ ਤੇ ਭਾਸ਼ਾ ਤੇ ਰਿਜ਼ਕ ਦੇ ਇਸ ਸਮੀਕਰਨ ਦੇ ਵਿੱਚੋਂ ਭਾਸ਼ਾ ਦੀਆਂ ਬਹੁਤ ਸਾਰੀਆਂ ਗੁੰਝਲਾਂ ਵੀ ਸਾਨੂੰ ਸਮਝ ਆਉਂਦੀਆਂ ਨੇ ਤੇ ਪੰਜਾਬੀ ਖਾਸ ਤੌਰ ਤੇ ਇਸ ਮਾਮਲੇ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਪੰਜਾਬੀਆਂ ਦਾ ਤੇ ਪ੍ਰਵਾਸ ਦਾ ਬੜਾ ਗੂੜਾ ਸੰਬੰਧ ਰਿਹਾ ਹੈ ਤੇ ਇਹ ਅੱਜ ਤੋਂ ਨਹੀਂ ਹੈਗਾ। ਇਹ ਬਹੁਤ ਸਦੀਆਂ ਤੋਂ, ਪੁਰਾਣੇ ਸਮਿਆਂ ਤੋਂ ਪੰਜਾਬੀਆਂ ਦਾ ਪ੍ਰਵਾਸ ਨਾਲ ਰਿਸ਼ਤਾ ਰਿਹਾ ਹੈ ਤੇ ਹੁਣ ਇਹ ਪ੍ਰਵਾਸ ਗਲੋਬਲ ਹੋ ਚੁੱਕਿਆ। ਇਸੇ ਕਰਕੇ ਪੰਜਾਬੀ ਭਾਸ਼ਾ ਵੀ ਗਲੋਬਲ ਹੋ ਚੁੱਕੀ ਹੈ ਤੇ ਜਦੋਂ ਕੋਈ ਭਾਸ਼ਾ ਗਲੋਬਲ ਹੁੰਦੀ ਹੈ ਤਾਂ ਉਹਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਸੇਵਾਵਾਂ ਵੀ ਪੈਦਾ ਹੁੰਦੀਆਂ ਨੇ ਤੇ ਅੱਜ ਆਪਾਂ ਉਹਨਾਂ ਚੁਣੌਤੀਆਂ ਤੇ ਉਹਨਾਂ ਸੰਭਾਵਨਾਵਾਂ ਤੇ ਗੱਲ ਕਰਨ ਲਈ ਆਪਣੇ ਵਿਦਵਾਨਾਂ ਨਾਲ ਸੰਵਾਦ ਰਚਾਵਾਂਗੇ ਤੇ ਮੈਂ ਬਾਕੀ ਸਾਰੇ ਦੋਸਤਾਂ ਦਾ ਬਹੁਤ ਸਵਾਗਤ ਕਰਦਾ। ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਸਾਥੀ ਇੱਥੇ ਵੀ ਜੁੜੇ ਹੋਏ ਨੇ ਤੇ ਫੇਸਬੁੱਕ ਤੇ ਵੀ ਸਾਡੇ ਨਾਲ ਜੁੜ ਰਹੇ ਨੇ ਲਗਾਤਾਰ। ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਅਸੀਂ ਕੁਝ ਮੁੱਦਿਆਂ ਤੇ ਲਗਾਤਾਰ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਅਸੀਂ 15-20 ਮਿੰਟ ਬਾਅਦ ਦੇ ਵਿੱਚ ਤੁਹਾਡੇ ਸਵਾਲਾਂ ਦਾ ਸੈਸ਼ਨ ਵੀ ਕਰਾਂਗੇ। ਉਹਦੇ ਵਿੱਚ ਤੁਸੀਂ ਜੋ ਤੁਹਾਡੇ ਮਨ ਦੇ ਵਿੱਚ ਸਵਾਲ ਹੋਣਗੇ ਸਾਡੇ ਦੋਨੇ ਵਿਦਵਾਨਾਂ ਨੂੰ ਕਰ ਸਕਦੇ ਹੋ। ਸੋ ਮੈਂ ਜੋਗਾ ਸਿੰਘ ਵਿਰਕ ਜੀ ਤੁਹਾਡੇ ਤੋਂ ਅੱਜ ਦੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰ ਰਿਹਾ।
ਵਿਰਕ ਸਾਹਿਬ, ਇਹ ਕਿਹਾ ਜਾਂਦਾ ਹੈ ਕਿ ਦੁਨੀਆ ਦੀ ਹਰ ਭਾਸ਼ਾ ਮੁਕੰਮਲ ਭਾਸ਼ਾ ਹੁੰਦੀ ਹੈ ਜਿਹਦੇ ਵਿੱਚ ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕ ਆਪਣੇ ਜਜ਼ਬਿਆਂ ਨੂੰ ਮੁਕੰਮਲ ਤੌਰ ਤੇ ਪ੍ਰਗਟਾ ਸਕਦੇ ਨੇ। ਫਿਰ ਉਹ ਕਿਹੜੀ ਸਥਿਤੀ ਹੁੰਦੀ ਹੈ ਜਦੋਂ ਲੋਕ ਆਪਣੀ ਭਾਸ਼ਾ ਨੂੰ ਛੱਡ ਕੇ ਕਿਸ ਮਜਬੂਰੀ 'ਚ ਹੋਰ ਭਾਸ਼ਾ ਨੂੰ ਅਪਣਾਉਣ ਲੱਗ ਜਾਂਦੇ ਨੇ? ਇਹੋ ਜਿਹਾ ਕਿਉਂ ਵਾਪਰਦਾ ਹੈ? बड़े सत्कारयोग डॉक्टर बूटा सिंह बराड़ जी, डॉक्टर कुलदीप सिंह जीत जी और बाकी सारे श्रोते दर्शकों, सारिਆਂ ਨੂੰ जय पंजाबी। मत्था टेकना। बहुत बहुत धन्यवाद दीप साहब का कि उन्होंने मौका दिता है कि आप आपस में सारे अपनी गल्लां साझी करिए मां बोली बारे। और उन्होंने का जिहड़ा सवाल है बहुत ही महत्वपूर्ण। उहदे दो सवाल ने कि हर एक भाषा मुकम्मल होंदी है अपने जज्बातां नूं प्रगट करने लई या संचार लई, पर फिर भी लोग छड्डदे ने ते क्यों छड्डदे ने? मैनूं लगदा कि जिहड़ी गल उन्होंने पहलां कही है कि हर एक भाषा मुकम्मल होंदी है संचार वास्ते, ਉਹਦੇ ਦੋਵੇਂ ਜਵਾਬ ਹਾਂ 'ਚ ਹੀ ਹੋ ਸਕਦਾ ਤੇ ਨਹੀਂ 'ਚ ਹੀ ਹੋ ਸਕਦਾ ਜੀ। ਨਹੀਂ 'ਚ ਇਸ ਕਰਕੇ ਹੋ ਸਕਦਾ ਹੈ ਕਿ ਕਿਸੇ ਖਾਸ ਪ੍ਰਵੇਸ਼ ਲਈ, ਖਾਸ ਸੱਭਿਆਚਾਰ ਲਈ, ਖਾਸ ਰਹਿਤਲ ਲਈ, ਇੱਕ ਖਾਸ ਖੇਤਰ ਦੇ ਇਤਿਹਾਸ ਲਈ, ਵਿਰਸੇ ਲਈ ਇੱਕ ਖਾਸ ਭਾਸ਼ਾ ਹੀ ਉਹਦਾ ਸੰਚਾਰ ਕਰ ਸਕਦੀ ਹੈ। ਜੇ ਮੈਂ ਉਹਨੂੰ ਮਿਸਾਲ ਦੇਣਾ ਚਾਹਾਂ ਤੇ ਆਖਾਂਗਾ ਕਿ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਸੰਚਾਰ ਕਰ ਸਕਦੀ ਹੈ ਪੰਜਾਬੀਆਂ ਦੇ ਵਿਚਕਾਰ, ਐਵੇਂ ਕਿਸੇ ਹੋਰ ਭਾਸ਼ਾ ਰਾਹੀਂ ਸੰਚਾਰ ਨਹੀਂ ਹੋ ਸਕਦਾ। ਇਸ ਕਰਕੇ ਇਹ ਕਹਿਣਾ ਕਿ ਕੋਈ ਭਾਸ਼ਾ ਸੰਚਾਰ ਲਈ ਮੁਕੰਮਲ ਹੈ, ਇਹ ਥੋੜਾ ਆਪਾਂ ਨੂੰ ਲੀਓਂ ਵੀ ਲਾ ਸਕਦਾ ਜੀ। ਇੱਕ ਪ੍ਰਵੇਸ਼ ਦੇ ਵਿੱਚ ਇੱਕ ਰਹਿਤਲ ਦੀ ਇੱਕ ਭਾਸ਼ਾ ਹੀ ਪੂਰਨ ਸੰਚਾਰ ਕਰ ਸਕਦੀ ਹੈ, ਪਰ ਇਹ ਗੱਲ ਇਹਦਾ ਜਵਾਬ ਹਾਂ 'ਚ ਵੀ ਹੈ ਵੀ ਹਾਂ ਠੀਕ ਗੱਲ ਹੈ ਸੰਚਾਰ ਕਰ ਸਕਦੀ। ਉਹ ਇਸ ਮਾਇਨੇ 'ਚ ਕਿ ਹਰ ਇੱਕ ਭਾਸ਼ਾ ਦੇ ਵਿੱਚ ਇੰਨੀ ਅੰਦਰੂਨੀ ਸਮਰੱਥਾ ਹੈ ਕਿ ਉਹ ਕਿਸੇ ਵੀ ਪ੍ਰਵੇਸ਼ ਦੇ ਸੰਚਾਰ ਦੇ ਯੋਗ ਬਣ ਸਕਦੀ ਹੈ। ਇਹ ਨਹੀਂ ਕਿ ਹਮੇਸ਼ਾ ਹੀ ਹੁੰਦੀ ਹੈ, ਬਣ ਸਕਦੀ ਹੈ। ਉਹਦੇ ਅੰਦਰ ਅੰਦਰੂਨੀ ਸਮਰੱਥਾ ਹੁੰਦੀ ਹੈ, ਉਹ ਕੋਈ ਇਹੋ ਜਿਹੀ ਸਮਰੱਥਾ ਦੀ ਘਾਟ ਨਹੀਂ ਹੁੰਦੀ। ਤਾਂ ਪਹਿਲੀ ਤਾਂ ਤੁਹਾਡਾ ਇਹ ਸਵਾਲ ਕਿ ਕੋਈ ਭਾਸ਼ਾ ਸੰਚਾਰ ਦੇ ਸਮਰੱਥ ਹੁੰਦੀ ਹੈ ਜਾਂ ਨਹੀਂ ਹੁੰਦੀ, ਤਾਂ ਦੂਜੀ ਗੱਲ ਇਹ ਕਿ ਇਹ ਗੱਲ ਨੂੰ ਮੈਂ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਹਰ ਇੱਕ ਭਾਸ਼ਾ ਸੰਚਾਰ ਦੇ ਪੂਰੀ ਤਰ੍ਹਾਂ ਸਮਰੱਥ ਨਹੀਂ ਹੁੰਦੀ ਹੈ। ਖਾਸ ਪ੍ਰਵੇਸ਼ ਦੇ ਵਿੱਚ, ਇੱਕ ਪ੍ਰਵੇਸ਼ 'ਚ, ਇੱਕ ਸੱਭਿਆਚਾਰ 'ਚ, ਇੱਕ ਰਹਿਤਲ 'ਚ, ਇੱਕ ਭਾਸ਼ਾਈ ਖੇਤਰ ਦੇ ਵਿੱਚ ਜਿਹੜੀ ਮਾਂ ਬੋਲੀ ਹੁੰਦੀ ਹੈ ਉਹ ਹੀ ਪੂਰੇ ਸੰਚਾਰ ਦੇ ਸਮਰੱਥ ਹੁੰਦੀ ਹੈ। ਬਾਕੀ ਜਿਹੜੀ ਉਹ ਸੰਚਾਰ ਦੇ ਉਹਨਾਂ ਸਮਰੱਥ ਨਹੀਂ ਹੁੰਦੀ। ਦੂਜੀ ਗੱਲ ਹੈ ਕਿ ਭਾਸ਼ਾ ਛੱਡਦੇ ਕਿਉਂ ਨੇ? ਸਾਡਾ ਇੱਕ ਭਾਸ਼ਾ ਵਿਗਿਆਨੀ ਹੈ ਵਿਲੀਅਮ ਲਾਬੋਵ, ਤੇ ਉਹ ਖੋਜ ਬਾਰੇ ਇੱਕ ਗੱਲ ਕਹਿੰਦਾ ਹੈ ਕਿ ਜੇ ਤੁਸੀਂ ਕਿਸੇ ਗੱਲ ਬਾਰੇ ਖੋਜ ਕਰਨੀ ਹੋਵੇ ਤਾਂ ਉਹਦਾ ਇੱਕ ਬੜਾ ਉਹਨੂੰ ਕਹਿੰਦਾ ਕਿ ਕਈ ਉਹਨੇ ਸਾਨੂੰ ਦਿੱਤੇ ਨੇ ਸਿਧਾਂਤ ਦਿੱਤੇ ਨੇ ਆ ਬਈ ਇਹਨਾਂ ਸਿਧਾਂਤਾਂ ਦੇ ਆਧਾਰ ਤੇ ਤੁਸੀਂ ਵੇਖ ਸਕਦੇ ਹੋ ਚੀਜ਼ਾਂ ਨੂੰ। ਤਾਂ ਉਹਦੇ 'ਚ ਇੱਕ ਸਿਧਾਂਤ ਹੈ ਪ੍ਰਿੰਸੀਪਲ ਆਫ ਹਿਸਟੋਰੀਸਿਟੀ, ਅੰਗਰੇਜ਼ੀ ਤੋਂ ਲਿਖਦਾ ਹੈ ਇਤਿਹਾਸਕਤਾ ਦਾ ਸਿਧਾਂਤ। ਉਹਦਾ ਮਤਲਬ ਇਹ ਵੇ ਕਿ ਜੇ ਤੁਸੀਂ ਕਿਸੇ ਪਸਾਰ ਦੀ, ਕਿਸੇ ਮੁੱਦੇ ਦੀ ਖੋਜ ਕਰ ਰਹੇ ਹੋ, ਪੜਤਾਲ ਕਰ ਰਹੇ ਹੋ, ਤਾਂ ਤੁਸੀਂ ਵੇਖੋ ਕਿ ਇਤਿਹਾਸ ਕਿਵੇਂ ਵਾਪਰਿਆ ਹੈ। ਤਾਂ ਆਮ ਤੌਰ ਤੇ ਜਿਹੜੇ ਸਮਾਜੀ ਮਾਮਲੇ ਹੁੰਦੇ ਨੇ, ਜਿਵੇਂ ਭਾਸ਼ਾ ਦਾ ਮਾਮਲਾ ਹੈ, ਤਾਂ ਜਿਵੇਂ ਇਤਿਹਾਸ ਦੇ ਵਿੱਚ ਲਗਭਗ ਵਾਪਰਿਆ ਹੁੰਦਾ ਹੈ ਉਵੇਂ ਹੀ ਲਗਭਗ ਵਾਪਰਨ ਦੀ ਜਿਹੜੀ ਹੈ ਉਹ ਸੰਭਾਵਨਾ ਹੁੰਦੀ ਹੈ। ਤਾਂ ਜੇ ਆਪਾਂ ਕਹਿੰਦੇ ਆ ਕਿ ਲੋਕ ਕਿਉਂ ਭਾਸ਼ਾ ਛੱਡਦੇ ਨੇ, ਤੇ ਆਪਾਂ ਇਸ ਗੱਲ ਤੇ ਝਾਤ ਮਾਰੀਏ ਕਿ ਲੋਕਾਂ ਨੇ ਕੋਈ ਭਾਸ਼ਾ ਕਿਉਂ ਛੱਡੀ। ਲੋਕਾਂ ਨੇ ਸੰਸਕ੍ਰਿਤ ਛੱਡੀ, ਲੋਕਾਂ ਨੇ ਕਿੰਨੀਆਂ ਭਾਸ਼ਾਵਾਂ ਆਈਆਂ ਛੱਡੀਆਂ ਤੇ ਕਿਉਂ ਛੱਡੀਆਂ? ਤਾਂ ਮੈਂ ਸਮਝਦਾ ਹਾਂ ਕਿ ਲੋਕ ਉਹ ਭਾਸ਼ਾ ਛੱਡ ਦਿੰਦੇ ਨੇ ਜਿਹੜੀ ਭਾਸ਼ਾ ਉਹਨਾਂ ਦੀ ਸੰਚਾਰ ਦੀ ਭਾਸ਼ਾ ਨਹੀਂ ਹੁੰਦੀ। ਜਿਹੜੀ ਭਾਸ਼ਾ ਉਹਨਾਂ ਦਾ ਮੁਕੰਮਲ ਸੰਚਾਰ ਕਰ ਸਕਦੀ ਹੈ ਉਹ ਭਾਸ਼ਾ ਨੂੰ ਇੱਕ ਤੇ ਰੱਖਦੇ ਨੇ। ਦੂਜੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਲੋਕ ਉਸ ਭਾਸ਼ਾ ਵੱਲ ਨੂੰ ਭੱਜਦੇ ਨੇ ਜਿਸ ਭਾਸ਼ਾ ਦੇ ਨਾਲ ਉਹਨਾਂ ਦਾ ਜੀਵਨ ਸੁਖਾਲਾ ਬਣਦਾ ਹੋਵੇ। ਜੀਵਨ ਸੁਖਾਲਾ ਕਿਵੇਂ ਬਣਦਾ ਹੈ ਕਿ ਤੁਹਾਡੀ ਨੌਕਰੀ ਮਿਲ ਜੇ ਇੱਕ ਬੇਰੁਜ਼ਗਾਰ ਬੰਦੇ ਨੂੰ, ਉਹਦਾ ਜੀਵਨ ਸੁਖਾਲਾ ਹੋ ਜਾਏਗਾ। ਜੇ ਉਹ ਕਿਧਰੇ ਜਾਏ ਤੇ ਇੱਕ ਭਾਸ਼ਾ 'ਚ ਬੋਲੇ ਤੇ ਇੰਝ ਲੱਗੇ ਵੀ ਹਾਂ ਇਹ ਪੜ੍ਹਿਆ ਲਿਖਿਆ ਬੰਦਾ ਹੈ, ਉਹਦੀ ਇੱਜ਼ਤ, ਉਹਦਾ ਆਦਰ ਮਾਣ ਹੋਵੇਗਾ, ਤੁਹਾਨੂੰ ਲੱਗੇਗਾ ਮੇਰਾ ਜੀਵਨ ਸੁਖਾਲਾ ਆ। ਤਾਂ ਭਾਸ਼ਾ ਉਦੋਂ ਛੱਡੀ ਜਾਂਦੀ ਹੈ ਜਦੋਂ ਕੋਈ ਹੋਰ ਭਾਸ਼ਾ ਜਿਹੜੀ ਹੈ ਉਹ ਤੁਹਾਡੀ ਆਪਣੀ ਭਾਸ਼ਾ ਦੀ ਥਾਂ ਲੈ ਲੈਂਦੀ ਹੈ ਔਰ ਉਹਨੂੰ ਉਹਨਾਂ ਸਾਰੀਆਂ ਥਾਵਾਂ ਤੋਂ ਕੱਢ ਦਿੰਦੀ ਹੈ ਜਿਹੜੀਆਂ ਜਿਹਨਾਂ ਨੂੰ ਆਮ ਤੌਰ ਤੇ ਮੋਟੇ ਤੌਰ ਤੇ ਸ਼ਬਦ ਦੇ ਵਿੱਚ ਆਪਾਂ ਲਾਭ ਵਾਲੀਆਂ ਥਾਵਾਂ ਕਹਿ ਸਕਦੇ ਹਾਂ। ਜਦੋਂ ਆਪਾਂ ਨੂੰ ਪੰਜਾਬ ਦੇ ਬਿਜਲੀ ਮਹਿਕਮੇ ਦੇ ਵਿੱਚ ਪੰਜਾਬੀ ਨਾਲ ਨੌਕਰੀ ਨਹੀਂ ਮਿਲੂਗੀ, ਜਦੋਂ ਆਪਾਂ ਪੰਜਾਬੀ ਦੇ ਨਾਲ IAS ਅਫਸਰ ਨਹੀਂ ਬਣ ਸਕਦੇ। ਜਦੋਂ ਆਪਾਂ ਸਰ ਥੋੜਾ ਜਿਹਾ ਉੱਚੀ ਬੋਲੋ, ਥੋੜੀ ਆਵਾਜ਼ ਥੋੜੀ ਜਿਹੀ ਘੱਟ ਆਉਂਦੀ ਹੈ, ਜਾਂ ਨੇੜੇ ਹੋ ਜਾਓ ਜੀ।
ਜਦੋਂ ਆਪਾਂ ਪੰਜਾਬ ਦੇ ਵਿੱਚ ਬਿਜਲੀ ਮਹਿਕਮੇ 'ਚ ਵੀ ਪੰਜਾਬੀ ਨਾਲ ਨੌਕਰੀ ਨਹੀਂ ਮਿਲਦੀ, ਜਦੋਂ ਆਪਾਂ IAS ਅਫਸਰ ਪੰਜਾਬੀ ਨਾਲ ਨਹੀਂ ਬਣ ਸਕਦੇ, ਜਦੋਂ ਆਪਾਂ ਫੌਜੀ ਅਫਸਰ ਪੰਜਾਬੀ ਨਾਲ ਨਹੀਂ ਬਣ ਸਕਦੇ, ਜਦੋਂ ਆਪਾਂ ਜੇ ਵਿਗਿਆਨ ਪੜ੍ਹਨਾ ਹੈ ਤੇ ਪੰਜਾਬੀ 'ਚ ਨਹੀਂ ਪੜ੍ਹ ਸਕਦੇ, ਤਾਂ ਫਿਰ ਕੁਦਰਤੀ ਇਹ ਲੋਕ ਉਸ ਭਾਸ਼ਾ ਵੱਲ ਭੱਜਣਗੇ ਜਿਹਦੇ ਵਿੱਚ ਉਹਨਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੋਣਗੀਆਂ। ਪਰ ਇਹਦਾ ਮਤਲਬ ਇਹ ਨਹੀਂ ਕਿ ਪੰਜਾਬੀ ਦੇ ਵਿੱਚ ਕੋਈ ਨੁਕਸ ਹੈ ਜਾਂ ਪੰਜਾਬੀ ਦੇ ਵਿੱਚ ਸਮਰੱਥਾ ਨਹੀਂ ਹੈ। ਉਹ ਇਸ ਕਰਕੇ ਵੇ ਕਿ ਉਹਨਾਂ ਉਸ ਭਾਸ਼ਾ ਨੂੰ ਕਿਸੇ ਹੋਰ ਭਾਸ਼ਾ ਨੂੰ ਉਹ ਜਿਹੜਾ ਆ ਮਾਂ ਬੋਲੀ ਦਾ ਥਾਂ ਦੇ ਦਿੱਤਾ ਗਿਆ ਔਰ ਹਰ ਥਾਂ 'ਤੇ ਉਹਦਾ ਗਲਬਾ ਕਾਇਮ ਕਰ ਦਿੱਤਾ ਗਿਆ ਰਾਜਨੀਤੀ ਦੇ ਰਾਹੀਂ ਜਾਂ ਸਮਾਜੀ ਗਲਬੇ ਦੇ ਰਾਹੀਂ। ਤਾਂ ਲੋਕ ਫਿਰ ਜਿਹੜੇ ਉਸ ਪਾਸੇ ਤੁਸੀਂ ਵੇਖੋ, ਕੋਈ ਗਰੀਬ ਵਰਗੇ ਕੱਪੜੇ ਨਹੀਂ ਪਾਉਂਦਾ, ਕੋਈ ਉਹੋ ਜਿਹੇ ਕੱਪੜੇ ਪਾਉਂਦਾ ਜਿਵੇਂ ਬੰਬੇ ਦਾ ਫਿਲਮ ਸਟਾਰ ਪਾਏਗਾ ਜਾਂ ਕੋਈ ਵੱਡਾ ਬੰਦਾ ਪਾਏਗਾ ਤਾਂ ਉਹਦੀ ਰੀਸ ਕਰੇਗਾ। ਉਹ ਭਾਵੇਂ ਮੈਂ ਕਈ ਵਾਰੀ ਆਣਾ ਕਿ ਭਾਵੇਂ ਉਹਨੂੰ ਪਾਟੇ ਕੱਪੜੇ ਪਾਣੇ ਤਾਂ ਪਾਟ ਲੈਣਗੇ, ਅਮੀਰ ਬੰਦੇ ਨੇ ਪਾਟੇ ਕੱਪੜੇ ਪਾਏ ਨੇ, ਮੈਂ ਵੀ ਪਾਟੇ ਪਾਵਾਂ, ਮੈਂ ਵੀ ਅਮੀਰ ਲੱਗਾਂਗਾ। ਭਾਸ਼ਾ ਦਾ ਵੀ ਇੰਝ ਹੀ ਹੈ। ਤੋ ਜਿਹੜੀ ਗਲਬਾ ਹੁੰਦਾ, ਜਿਸ ਵਰਗ ਦਾ ਗਲਬਾ ਹੁੰਦਾ ਸੱਭਿਆਚਾਰ ਦੇ ਵਿੱਚ, ਰਾਜਨੀਤੀ ਦੇ ਵਿੱਚ, ਸੱਤਾ ਦੇ ਵਿੱਚ, ਉਹਦੀ ਜਿਹੜੀ ਭਾਸ਼ਾ ਹੁੰਦੀ ਹੈ, ਲੋਕ ਮਜਬੂਰ ਹੋ ਜਾਂਦੇ ਨੇ ਉਸ ਭਾਸ਼ਾ ਵੱਲ ਜਾਣ ਵੱਲ ਨੂੰ। ਇਸ ਕਰਕੇ ਲੋਕ ਜਿਹੜੇ ਨੇ ਉਹ ਉਸ ਭਾਸ਼ਾ ਨੂੰ ਕਈ ਵਾਰੀ ਆਪਣੀ ਨੂੰ ਛੱਡ ਕੇ ਉਧਰ ਨੂੰ ਹੋ ਜਾਂਦੇ ਨੇ। ਪਰ ਕਈ ਵਾਰੀ ਲੋਕਾਂ ਦੇ ਅੰਦਰ ਇੰਨੀ ਚੇਤਨਾ ਵੀ ਆ ਜਾਂਦੀ ਹੈ ਵੀ ਇਹ ਗੱਲ ਸਾਰੀ ਗਲਤ ਹੈ, ਇਹਨੂੰ ਸਾਰੀ ਨੂੰ ਪਲਟੀਏ। ਉਹ ਸਾਰੀਆਂ ਜਿਹੜੀਆਂ ਥਾਵਾਂ ਨੇ ਉੱਥੇ ਆਪਾਂ ਆਪਣੀਆਂ ਭਾਸ਼ਾ ਦੇ ਹਵਾਲੇ ਕਰਵਾਈਏ, ਜਿਹੜੀਆਂ ਉੱਥੇ ਖੋਲੀਆਂ ਗਈਆਂ ਨੇ। ਹਾਂਜੀ, ਮੈਂ ਸਮਝਦਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਉਹਦੇ ਮੋਟੇ-ਮੋਟੇ ਨੁਕਤੇ ਹੋ ਗਏ। ਜੀ ਬਿਲਕੁਲ ਬਿਲकुल। ਸੱਤਾ ਦੀ ਭਾਸ਼ਾ, ਵਪਾਰ ਦੀ ਭਾਸ਼ਾ, ਰੋਜ਼ਗਾਰ ਦੀ ਭਾਸ਼ਾ, ਇਹ ਬਹੁਤ ਸਾਰੇ ਮੁੱਦੇ ਡਾਕਟਰ ਜੋਗਾ ਸਿੰਘ ਹੋਰਾਂ ਨੇ ਆਪਣੇ ਇਸ ਪਹਿਲੇ ਸਵਾਲ ਦੇ ਜਵਾਬ ਵਿੱਚ ਉਠਾਏ ਨੇ। ਆਪਾਂ ਇਸੇ ਲੜੀ ਨੂੰ ਕੰਟੀਨਿਊ ਕਰਕੇ ਡਾਕਟਰ ਬੂਟਾ ਸਿੰਘ ਬਰਾੜ ਹੋਰਾਂ ਕੋਲੇ ਚੱਲਦੇ ਹਾਂ। ਡਾਕਟਰ ਬੂਟਾ ਸਿੰਘ ਬਰਾੜ ਜੀ, ਆਪਾਂ ਇਸੇ ਗੱਲ ਦੀ ਲਗਾਤਾਰਤਾ ਦੇ ਵਿੱਚ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬੀ ਜਿਹੜੀ ਸਾਡੀ ਭਾਸ਼ਾ ਹੈ, ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਬੜੀ ਲਚਕਦਾਰ ਭਾਸ਼ਾ ਹੈ। ਇਹ ਬਹੁਤ ਕੁਝ ਦੂਜੀਆਂ ਭਾਸ਼ਾਵਾਂ ਤੋਂ ਪ੍ਰਾਪਤ ਕੀਤਾ ਇਹਨੇ ਹੁਣ ਤੱਕ। ਸਦੀਆਂ ਦੇ ਇਸ ਦੌਰ ਦੇ ਵਿੱਚ ਬੜਾ ਕੁਝ ਪੰਜਾਬੀ ਦੇ ਵਿੱਚ ਆਇਆ, ਪਰ ਫਿਰ ਵੀ ਅਸੀਂ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਤੇ ਹਿੰਦੀ ਵਰਗੀਆਂ ਭਾਸ਼ਾਵਾਂ ਦੇ ਲੜ ਲੱਗਦੇ ਰਹੇ ਹਾਂ ਤੇ ਹੁਣ ਵੀ ਲਗਭਗ ਸਥਿਤੀ ਇਹ ਹੈਗੀ ਹੈ। ਇਹ ਇਹੋ ਜਿਹਾ ਕੁਝ ਕਿਉਂ ਵਾਪਰ ਰਿਹਾ ਹੈ? ਡਾਕਟਰ ਕੁਲਦੀਪ ਦੀਪ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਇਸ ਚੈਨਲ ਦੇ ਮਾਧਿਅਮ ਦੇ ਨਾਲ ਤੁਹਾਡੇ ਸਰੋਤਿਆਂ ਦੇ ਰੂਬਰੂ ਕਰਾਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸਰ ਤੁਹਾਡਾ ਵੀ। ਮੇਰੇ ਮਿੱਤਰ ਗੁਰੂ ਡਾਕਟਰ ਜੋਗਾ ਸਿੰਘ ਨੂੰ ਵੀ ਸਤਿ ਸ੍ਰੀ ਅਕਾਲ। ਇਹਨਾਂ ਨੇ ਤਕਰੀਬਨ ਕਈ ਜਿਹੜੇ ਭਾਸ਼ਾ ਦੇ ਮਸਲੇ ਆ ਉਹਨਾਂ ਦੇ ਸਵਾਲਾਂ ਦੇ ਸੰਕੇਤ ਆਪਣੇ ਜਵਾਬ ਦੇ ਵਿੱਚ ਦਿੱਤੇ ਆ, ਔਰ ਇਹਦੇ ਨਾਲ ਹੀ ਇਹਨਾਂ ਨੇ ਇੱਕ ਧਾਰਨਾ ਦੇ ਰੂਪ ਦੇ ਵਿੱਚ ਲੈਬੋਵ ਦਾ ਜ਼ਿਕਰ ਕੀਤਾ, ਜਿਹੜਾ ਕਿ ਸਾਡਾ ਬਹੁਤ ਵੱਡਾ ਸਮਾਜ ਭਾਸ਼ਾ ਵਿਗਿਆਨੀ ਹੈ। ਔਰ ਸਮਾਜ ਭਾਸ਼ਾ ਵਿਗਿਆਨ ਨੁਕਤੇ ਤੋਂ ਜਦੋਂ ਅਸੀਂ ਭਾਸ਼ਾ ਨੂੰ ਦੇਖਦੇ ਹਾਂ, ਮੈਂ ਅਕਸਰ ਕਹਿਣਾ ਹੁੰਦਾ ਕਿ ਭਾਸ਼ਾ ਜਿਹੜੀ ਆ ਉਹ ਮਨੁੱਖ ਦੇ ਸਮਾਜਿਕ ਅਮਲ ਦੀ ਸਿਰਜਣਾ ਹੈ। ਜੀ, ਬੰਦਾ ਆਪਣੇ ਸਮਾਜਿਕ ਅਮਲ ਦੇ ਦੌਰਾਨ ਜੋ ਸੋਚਦਾ ਹੈ, ਵਿਚਾਰਦਾ ਹੈ, ਅਨੁਭਵ ਕਰਦਾ ਹੈ, ਉਸ ਨੂੰ ਆਪਣੀ ਭਾਸ਼ਾ ਦੇ ਰਾਹੀਂ ਸਾਕਾਰ ਕਰਦਾ ਹੈ, ਪ੍ਰਗਟ ਕਰਦਾ ਹੈ। ਔਰ ਇਸ ਲਈ ਮੈਂ ਇਹ ਸਮਝਦਾ ਹੁੰਦਾ ਕਿ ਹਰੇਕ ਭਾਸ਼ਾ ਮਨੁੱਖ ਦੇ ਅਨੁਭਵ ਦੇ ਹਾਣ ਦੀ ਹੁੰਦੀ ਹੈ। ਅਕਸਰ ਜਦੋਂ ਅਸੀਂ ਭਾਸ਼ਾ ਦੀ ਯੋਗਤਾ ਦੀ ਸਮਰੱਥਾ ਦੀ ਗੱਲ ਕਰਦੇ ਹਾਂ ਕਿ ਫਲਾਨੀ ਭਾਸ਼ਾ ਸਮਰੱਥ ਹੈ, ਫਲਾਨੀ ਭਾਸ਼ਾ ਘੱਟ ਸਮਰੱਥ ਹੈ, ਤਾਂ ਮੈਂ ਇਹ ਕਹਿਣਾ ਹੁੰਦਾ ਕਿ ਸਮਰੱਥਾ ਅਸਲ ਵਿੱਚ ਭਾਸ਼ਾ 'ਚ ਨਹੀਂ ਹੁੰਦੀ, ਬਣ ਕੇ ਉਹਨੂੰ ਬੋਲਣ ਵਾਲਿਆਂ ਦੇ ਵਿੱਚ ਹੁੰਦੀ ਹੈ। ਜੀ, ਮਨੁੱਖੀ ਵਿਕਾਸ ਦੇ ਵਾਂਗ ਭਾਸ਼ਾਈ ਸਮਰੱਥਾ ਦੀ ਕੋਈ ਸੀਮਾ ਵੀ ਨਹੀਂ ਹੁੰਦੀ। ਜਿਵੇਂ ਜਿਵੇਂ ਕਿਸੇ ਬੋਲੀ ਦੇ ਬੋਲਣਹਾਰੇ ਲੋਕਾਂ ਦਾ ਅਨੁਭਵ ਵਿਸ਼ਾਲ ਹੁੰਦਾ ਜਾਂਦਾ ਹੈ, ਉਹ ਨਵੇਂ ਅਨੁਭਵਾਂ ਦੇ ਹਾਣੀ ਹੁੰਦੇ ਆ, ਨਵੇਂ ਅਨੁਭਵਾਂ ਦੇ ਨਾਲ ਵਾਹ ਵਸਤਾ ਪੈਂਦਾ ਹੈ। ਉਵੇਂ ਉਵੇਂ ਨਵੇਂ ਅਨੁਭਵਾਂ ਦੇ ਹਾਣੀ ਲਫ਼ਜ਼ ਜਿਹੜੇ ਨੇ ਚਸ਼ਮਿਆਂ ਦੇ ਵਾਂਗ ਭਾਸ਼ਾ ਦੇ ਵਿੱਚ ਫੁੱਟਦੇ ਰਹਿੰਦੇ ਆ। ਲੇਕਿਨ ਜਿਹੜੇ ਅਨੁਭਵ ਵਿਹੂਣੇ ਲਫ਼ਜ਼ ਨੇ ਉਹ ਖੁਰ ਜਾਂਦੇ ਆ। ਮਸਲਨ ਜਦੋਂ ਇੱਕ ਖਾਸ ਪੜਾਅ ਦੇ ਉੱਪਰ ਅਸੀਂ ਬਹੁਤ ਸਾਰੇ ਸ਼ਬਦ ਪੰਜਾਬੀ 'ਚ ਬਣਾਉਣ ਦੀ ਕੋਸ਼ਿਸ਼ ਕੀਤੀ, ਰੇਲ ਗੱਡੀ ਆਈ, ਉਹਦਾ ਨਾਂ ਲੋਹਪਤ ਗਾਮਨੀ ਰੱਖਿਆ, ਉਹ ਖੁਰ ਗਿਆ। ਜੀ, ਅਸੀਂ ਟੈਲੀਫੋਨ ਲਈ ਦੂਰਭਾਸ਼ ਲਫ਼ਜ਼ ਰੱਖਿਆ, ਨਹੀਂ ਚੱਲਿਆ, ਟੈਲੀਫੋਨ ਨਹੀਂ ਚੱਲਿਆ, ਦੂਰਦਰਸ਼ਨ ਨਹੀਂ ਚੱਲਿਆ, ਟੀਵੀ ਬਣ ਕੇ ਚੱਲਿਆ। ਇਸ ਲਈ ਮੈਂ ਅਕਸਰ ਕਹਿਣਾ ਹੁੰਦਾ ਕਿ ਬਈ ਬੋਲੀ ਜਿਹੜੀ ਆ ਉਹ ਕੀ ਹੈ, ਬੋਲੀ ਤਾਂ ਤੁਰਦੇ
ਡਿੱਗਦੇ ਲਫ਼ਜ਼ਾਂ ਦਾ ਕਾਫਲਾ ਹੁੰਦੀ ਹੈ। ਲੋਕ ਜੀਵਨ ਦੇ ਅੰਗ ਸੰਗ ਤੁਰਦਿਆਂ ਅੰਦਰੂਨੀ ਤੇ ਬਹਿਰੂਨੀ ਪ੍ਰਭਾਵਾਂ ਨੂੰ ਸਿਆਹੀ ਚੂਸ ਵਾਂਗ ਚੂਸਦਿਆਂ ਨਵੀਆਂ ਸ਼ਕਲਾਂ ਸੂਰਤਾਂ ਧਾਰਨ ਜਿਹੜੀ ਉਹ ਆਪਣੀ ਕਰਦੀ ਰਹਿੰਦੀ ਹੈ। ਔਰ ਇਹ ਤੱਥ ਮੇਰੀ ਸਮਝ ਦੇ ਮੁਤਾਬਕ ਕਿਸੇ ਇੱਕ ਭਾਸ਼ਾ ਤੇ ਲਾਗੂ ਨਹੀਂ ਹੁੰਦਾ, ਇਹ ਤੱਥ ਸਾਰੀਆਂ ਭਾਸ਼ਾਵਾਂ ਤੇ ਲਾਗੂ ਹੁੰਦਾ ਹੈ। ਅੰਗਰੇਜ਼ੀ, ਫਰਾਂਸੀਸੀ, ਜਰਮਨ ਵਰਗੀਆਂ ਸਭ ਭਾਸ਼ਾਵਾਂ ਤੇ ਲਾਗੂ ਹੁੰਦਾ ਹੈ। ਉਹਨਾਂ ਦੇ ਵੀ ਬਥੇਰੇ ਸ਼ਬਦ ਦੂਜੇ ਪਾਸਿਓਂ ਦੂਜਿਆਂ ਤੋਂ ਲਏ ਆਲੇ ਦੁਆਲੇ ਤੋਂ ਆਪਣੀ ਸੰਪਰਕ ਵਿੱਚ ਆਉਣ ਵਾਲੀਆਂ ਭਾਸ਼ਾਵਾਂ ਤੋਂ ਕੁਛ ਉਹਨਾਂ ਦੇ ਵਿੱਚ ਵੀ ਕਿਰ ਗਏ, ਕੁਛ ਉਹਨਾਂ ਦਾ ਹਿੱਸਾ ਬਣ ਗਏ ਜੀ। ਭਾਸ਼ਾਵਾਂ ਜਿਹੜੀਆਂ ਨੇ ਉਹ ਆਪਾਂ ਕਹਿੰਦੇ ਭਾਸ਼ਾਵਾਂ ਉਧਾਰ ਸ਼ਬਦਾਂ ਦੇ ਵਿੱਚ ਇੱਕ ਟਰਮ ਵਰਤੀ ਜਾਂਦੀ ਹੈ ਹਿਸਟੋਰੀਕਲ ਲਿੰਗੁਇਸਟਿਕ ਦੇ, ਕਿ ਭਾਸ਼ਾ ਜਿਹੜੀਆਂ ਨੇ ਫਲਾਨੀ ਭਾਸ਼ਾ ਤੋਂ ਸ਼ਬਦ ਉਧਾਰਾ ਲਿਆ ਜਾਂ ਉਧਾਰੇ ਲਏ। ਮੈਂ ਕਹਿੰਦਾ ਉਹਨਾਂ ਭਾਸ਼ਾ ਵਿੱਚ ਉਧਾਰ ਸੁਧਾਰ ਨਹੀਂ ਹੁੰਦਾ, ਭਾਸ਼ਾ ਤਾਂ ਗਿਫਟ ਕਰ ਦਿੰਦੀ ਹੈ। ਇੱਕ ਦੂਜੀ ਭਾਸ਼ਾ ਦੇ ਜਦੋਂ ਸ਼ਬਦ ਹੁੰਦੇ ਆ ਦੂਜੀ ਭਾਸ਼ਾ ਚਲੇ ਜਾਂਦੇ, ਉਹ ਜਿਹੜਾ ਗਿਫਟ ਹੋ ਜਾਂਦਾ ਉਹ ਆਪਾਂ ਉਹਨੂੰ ਫਿਰ ਵਾਪਸ ਨਹੀਂ ਕਰਦੇ ਜੀ। ਸੋ ਇਹ ਤੱਥ ਸਾਰੀਆਂ ਭਾਸ਼ਾਵਾਂ ਤੇ ਲਾਗੂ ਹੁੰਦਾ ਹੈ। ਪੰਜਾਬੀ ਨੇ ਵੀ ਅਨੇਕਾਂ ਭਾਸ਼ਾਵਾਂ ਤੋਂ ਅਨੇਕਾਂ ਸ਼ਬਦ ਲਏ ਨੇ। ਔਰ ਹੁਣ ਰਹੀ ਦੂਸਰੀ ਗੱਲ, ਜਿਹੜੇ ਤੁਹਾਡੇ ਸਵਾਲ ਦੇ ਵਿੱਚ ਇੱਕ ਹੋਰ ਸਵਾਲ ਸੀ ਰੁਤਬੇ ਦੀ ਗੱਲ ਜੀ। ਦਰਅਸਲ ਮੈਂ ਸਮਝਦਾ ਕਿ ਹਾਕਮ ਵਰਗ ਦੀ ਬੋਲੀ ਸਦਾ ਹੀ ਮਹਿਕੂਮ ਵਰਗ ਦੀ ਬੋਲੀ ਉੱਪਰ ਆਪਣਾ ਅਸਰ ਛੱਡਦੀ ਆਈ ਹੈ। ਕੋਈ ਭਾਸ਼ਾ ਕਈ ਪ੍ਰਭਾਵ ਕਿਸੇ ਖਾਸ ਇਤਿਹਾਸਕ ਦੌਰ ਦੇ ਦੌਰਾਨ ਗ੍ਰਹਿਣ ਕਰ ਲੈਂਦੀ ਹੈ। ਫਿਰ ਉਹ ਕੀ ਹੁੰਦਾ ਹੈ ਕਿ ਜਦੋਂ ਸਥਿਤੀਆਂ ਬਦਲ ਜਾਣ ਉਹ ਉਪਰੰਤ ਉਹ ਪ੍ਰਭਾਵ ਜਿਹੜੇ ਛੱਡ ਵੀ ਦਿੰਦੀ ਹੈ, ਜਿਹੜੇ ਉਹਨੂੰ ਠੀਕ ਲੱਗਦੇ ਆ ਉਹਦੀ ਸਾਣ ਤੇ ਚੜ ਜਾਂਦੇ, ਉਹਨੂੰ ਰੱਖ ਵੀ ਲੈਂਦੀ ਹੈ ਜੀ। ਦਰਅਸਲ ਨਵੇਂ ਪ੍ਰਭਾਵਾਂ ਨੂੰ ਕਬੂਲ ਕਰਨ ਦਾ ਕਾਰਨ ਵੀ ਸਾਡੀਆਂ ਜਿਹੜੀਆਂ ਸਮਾਜ ਭਾਸ਼ਾ ਵਿਗਿਆਨਕ ਸਥਿਤੀਆਂ ਹੀ ਹੁੰਦੀਆਂ ਨੇ। ਹੁਣ ਰਣਜੀਤ ਸਿੰਘ ਰਾਜ ਦੇ ਅੰਤ ਤੱਕ ਦੇਖੋ ਤੁਸੀਂ, ਫਾਰਸੀ ਭਾਸ਼ਾ ਦਾ ਗਿਆਨ ਰੱਖਣ ਵਾਲਾ ਆਲਮ ਫਾਜ਼ਲ ਜਿਹੜਾ ਉਹ ਗਿਣਿਆ ਜਾਂਦਾ ਸੀ ਜੀ। ਜਿਹਨੂੰ ਫਾਰਸੀ ਬੋਲਦਾ ਸੀ ਉਹੀ ਉਹਨੂੰ ਕਹਿੰਦੇ ਸੀ ਬੜਾ ਸਿਆਣਾ, ਇਹਨੂੰ ਬੜੀ ਵਿਦਵਾਨ ਹੈ। ਫਿਰ ਜਦੋਂ ਫਾਰਸੀ ਦਾ ਰਾਜ ਚਲਾ ਗਿਆ, ਅੰਗਰੇਜ਼ ਆ ਗਏ, ਅੰਗਰੇਜ਼ੀ ਰਾਜ ਦੇ ਦੌਰਾਨ ਫਿਰ ਅੰਗਰੇਜ਼ੀ ਦਾ ਬੋਲਬਾਲਾ ਹੋ ਗਿਆ। ਅੰਗਰੇਜ਼ੀ ਬੋਲਣ ਵਾਲਾ ਹੀ ਵਧੇਰੇ ਸੂਝਵਾਨ ਸਮਝਿਆ ਜਾਣ ਲੱਗਿਆ, ਔਰ ਇਹ ਹੁਣ ਤੱਕ ਉਹੀ ਚੱਲਿਆ ਆ ਰਿਹਾ ਜੀ। ਨਾਲੇ ਜਦੋਂ ਸਮਾਜੀ, ਰਾਜਸੀ, ਆਰਥਿਕਤਾ ਤੇ ਜਿਹੜੇ ਸਿੱਖਿਆ ਦੇ ਖੇਤਰ ਨੇ, ਇਹਨਾਂ ਦੇ ਖੇਤਰਾਂ ਦੀ ਮਾਧਿਅਮ ਕੋਈ ਹੋਰ ਭਾਸ਼ਾ ਬਣ ਜਾਏ ਤਾਂ ਫਿਰ ਕੀ ਹੁੰਦਾ ਕਿ ਸਾਡੀ ਜਿਹੜੀ ਸਥਾਨਕ ਭਾਸ਼ਾਵਾਂ ਹੁੰਦੀਆਂ ਉਹ ਹਾਸ਼ੀਏ ਤੇ ਚਲੀਆਂ ਜਾਂਦੀਆਂ। ਹਾਸ਼ੀਏ ਤੇ ਇਸ ਕਰਕੇ ਚਲੀਆਂ ਜਾਂਦੀਆਂ ਕਿ ਉਹ ਸਾਡੀ ਜਿਹੜੀ ਆ ਸਮੁੱਚੀ ਜਿਹੜੀ ਸਮਾਜਿਕ ਬਣਤਰ ਹੈ, ਸਮਾਜਿਕ ਸਟਰਕਚਰ ਹੈਗੀ ਆ, ਉਹਦੇ ਵਿੱਚ ਬੋਲਬਾਲਾ ਦੂਸਰੀ ਭਾਸ਼ਾ ਦਾ ਹੋ ਜਾਂਦਾ ਤੇ ਉਹੀ ਸਾਡੇ ਰੁਤਬੇ ਦਾ। ਜਿਵੇਂ ਦੂਸਰੀ ਗੱਲ ਜਿਵੇਂ ਜੋਗਾ ਸਿੰਘ ਨੇ, ਡਾਕਟਰ ਸਾਹਿਬ ਨੇ ਕੀਤੀ ਹੈ ਕਿ ਰੁਜ਼ਗਾਰ ਦੀ ਭਾਸ਼ਾ ਵੀ ਬਣ ਜਾਂਦੀ, ਜਿਹੜੀ ਭਾਸ਼ਾ ਹੋ ਜਾਂਦੀ ਹੈ ਉਹ ਜਦੋਂ ਮੂਹਰੇ ਆ ਜਾਂਦੀ ਹੈ। ਸਾਡੇ ਭਾਰਤ ਦੇ ਵਿੱਚ ਅੰਗਰੇਜ਼ੀ ਦਾ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਬਣੀ ਹੋਈ ਹੈ, ਔਰ ਉਸੇ ਕਰਕੇ ਸਾਡੇ ਇਹਦੇ ਵਿੱਚ ਹੋਰ ਵੀ ਕੁਝ ਕਾਰਨ ਨੇ। ਅੱਗੇ ਜਾ ਕੇ ਆਪਾਂ ਮੌਕਾ ਬਣਿਆ ਤਾਂ ਮੈਂ ਇਹਦੇ ਸੰਬੰਧੀ ਗੱਲ ਕਰੂੰਗਾ। ਮੇਰਾ ਮਤਲਬ ਕਹਿਣ ਤੋਂ ਕਿ ਜਿਹੜਾ ਸਮਾਜਿਕ ਰੁਤਬਾ ਹੈ ਉਹ ਵੀ ਮਤਲਬ ਜਿਹੜੀ ਹੈ ਭਾਸ਼ਾ ਦੀ ਜਿਹੜੀ ਹੈਜ਼ਮਨੀ ਹੈ, ਸਰਦਾਰੀ ਹੈ, ਉਹਦਾ ਅਸੀਂ ਪ੍ਰਭਾਵ ਥੱਲੇ ਲੋਕ ਜਿਹੜੇ ਗੁਲਾਮ ਹੋ ਜਾਂਦੇ, ਉਹ ਆ ਜਾਂਦੇ ਆ ਤੇ ਮੁੜ ਕੇ ਉਹਨਾਂ ਦੀ ਜ਼ਿਹਨ ਦੇ ਵਿੱਚ ਉਹ ਗੱਲ ਨਿਕਲਦੀ ਨਹੀਂ। ਕੁਛ ਉਹਦੇ ਚ ਸਿਆਸਤ ਵੀ ਕੰਮ ਕਰਦੀ ਹੁੰਦੀ ਹੈ, ਬਿਊਰੋਕ੍ਰੈਟਿਕ ਨਜ਼ਰੀਆ ਵੀ ਕੰਮ ਕਰਦਾ ਹੁੰਦਾ। ਸੋ ਇਹ ਸਾਰੀਆਂ ਗੱਲਾਂ ਇਸ ਕਰਕੇ ਵਾਪਰਦੀਆਂ ਜੀ। ਬਹੁਤ ਮਹੱਤਵਪੂਰਨ ਜਿਹੜਾ ਤੱਥ ਉੱਭਰਿਆ ਸਾਡੇ ਦੋਨੇ ਵਿਦਵਾਨਾਂ ਦੇ ਇਸ ਪਹਿਲੇ ਰਾਉਂਡ ਦੇ ਵਿੱਚੋਂ ਕਿ ਸੱਤਾ ਦੀ ਭਾਸ਼ਾ ਜਾਂ ਸਿਆਸਤ ਦੀ ਭਾਸ਼ਾ, ਇਹ ਸਾਰੀਆਂ ਚੀਜ਼ਾਂ ਕਿਸੇ ਭਾਸ਼ਾ ਦਾ ਰੁਤਬਾ ਵੱਡਾ ਕਰਨ ਦੇ ਵਿੱਚ, ਛੋਟਾ ਕਰਨ ਦੇ ਵਿੱਚ ਰੋਲ ਪਲੇ ਕਰਦੀਆਂ ਨੇ। ਕਦੇ ਇਸ ਗੱਲ ਦੇ ਉੱਤੇ ਹੋਰ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ ਕਿ ਆਮ ਤੌਰ ਤੇ ਪੰਜਾਬੀ ਲੋਕ ਸੱਤਾ ਤੋਂ ਬਗਾਵਤ ਕਰਦੇ ਨੇ ਪਰ ਭਾਸ਼ਾ ਦੇ ਮਾਮਲੇ ਸੱਤਾ ਨੂੰ ਫਾਲੋ ਕਰਦੇ ਨੇ। ਇਹ ਵੀ ਇੱਕ ਵੱਡਾ ਇਸ਼ੂ ਹੈ। ਆਪਾਂ ਇਸ ਇਸ਼ੂ ਨੂੰ ਫਿਲਹਾਲ ਛੱਡ ਕੇ ਅਗਲੇ ਇਸ਼ੂ ਵੱਲ ਆਉਣੇ ਆ। ਡਾਕਟਰ ਜੋਗਾ ਸਿੰਘ, ਤੁਹਾਡੇ ਤੋਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਭਾਸ਼ਾਵਾਂ ਦੇ ਖਤਮ ਹੋਣ ਦੀ ਸਥਿਤੀ ਹੁੰਦੀ ਹੈ, ਇੱਕ ਮੋੜ ਹੁੰਦਾ ਜਦੋਂ ਜਿੱਥੇ ਆ ਕਿ ਭਾਸ਼ਾ ਕੋਈ ਖਤਮ ਹੋ ਜਾਂਦੀ ਹੈ। ਸਾਡੇ ਕੋਲੇ ਉਦਾਹਰਨ ਦੇ ਤੌਰ ਤੇ ਸੰਸਕ੍ਰਿਤ ਵਰਗੀ ਐਡੀ ਵੱਡੀ ਭਾਸ਼ਾ ਹਾਸ਼ੀਏ ਤੇ ਚਲੀ ਗਈ, ਖਤਮ ਹੋ ਗਈ, ਤੇ ਅਸੀਂ ਕਿਤੇ ਨਾ ਕਿਤੇ ਪੰਜਾਬੀ ਬਾਰੇ ਵੀ ਇਹ ਚਰਚਾ ਚੱਲਦੀ ਰਹਿੰਦੀ ਹੈ। ਪਰ ਆਪਾਂ ਪੰਜਾਬੀ ਨੂੰ ਛੱਡ ਕੇ ਪਹਿਲਾਂ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੁਨੀਆ ਦੀ ਕੋਈ ਭਾਸ਼ਾ, ਇੱਕ ਵਿਕਸਿਤ ਭਾਸ਼ਾ ਖਤਮ ਕਿਵੇਂ ਹੋ ਜਾਂਦੀ ਹੈ। ਡਾਕਟਰ ਜੋਗਾ ਸਿੰਘ ਵਿਰਕ ਜੀ। ਡਾਕਟਰ ਸਾਹਿਬ, ਮਾਈਕ ਆਪਣਾ ਖੋਲੋ ਜੀ।
ਮੇਰੇ ਖਿਆਲ ਦੇ ਵਿੱਚ ਅਜੇ ਕੋਈ ਕਮਿਊਨੀਕੇਸ਼ਨ ਗੈਪ ਹੈ। ਬਰਾੜ ਸਾਹਿਬ, ਇਹੀ ਸਵਾਲ ਮੈਂ ਤੁਹਾਨੂੰ ਕਰਦਾ ਕਿ ਕੋਈ ਭਾਸ਼ਾ ਖਤਮ ਕਿਵੇਂ ਹੁੰਦੀ ਹੈ, ਇਹਦੇ ਕੀ ਕਾਰਨ ਨੇ, ਖਾਸ ਤੌਰ ਤੇ ਸੰਸਕ੍ਰਿਤ ਦੇ ਹਵਾਲੇ ਨਾਲ ਜੇ ਆਪਾਂ ਗੱਲ ਕਰੀਏ ਤਾਂ? ਇਹਦਾ ਸਿੱਧਾ ਜਵਾਬ ਇਹ ਬਣਦਾ ਹੈ ਕਿ ਭਾਸ਼ਾ ਦਾ ਜਿਹੜਾ ਵਿਕਾਸ ਆ ਨਾ, ਉਹ ਮੈਂ ਕਹਿੰਦਾ ਹੁੰਦਾ ਕਿ ਦੋ ਤਰੀਕਿਆਂ ਦੇ ਨਾਲ ਚੱਲਦਾ। ਜੇ ਅਸੀਂ ਸੰਸਕ੍ਰਿਤ ਦੇ ਹਵਾਲੇ ਨਾਲ ਭਾਸ਼ਾਵਾਂ ਦਾ ਵਿਕਾਸ ਦੇਖੀਏ ਧੁਰਮੁੱਢ ਤੋਂ, ਜੀ, ਇੱਕੋ ਵੇਲੇ ਦੋ ਭਾਸ਼ਾਵਾਂ ਸਮਵਿਤ ਚੱਲਦੀਆਂ। ਜੀ, ਇੱਕ ਉਹ ਭਾਸ਼ਾ ਸੰਸਕ੍ਰਿਤ ਸ਼ਬਦ ਅਸੀਂ ਜਿਹੜਾ ਸੰਸਕ੍ਰਿਤ ਭਾਸ਼ਾ ਲਈ ਵਰਤਦੇ ਆ, ਉਹ ਮੈਂ ਸਮਝਦਾ ਹਾਂ ਕਿ ਉਹ ਬੜਾ ਬਾਅਦ ਦੇ ਵਿੱਚ ਵਰਤਿਆ ਜਾਣ ਲੱਗਿਆ। ਅਕਸਰ ਜਦੋਂ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ ਕਿ ਪੰਜਾਬੀ ਭਾਸ਼ਾ ਦਾ ਜਨਮ ਸਰੋਤ ਕੀ ਹੈ, ਕਿੱਥੋਂ ਵਿਕਸਿਤ ਹੋਈ ਹੈ, ਤੇ ਮੈਂ ਇੱਕ ਲਫ਼ਜ਼ ਬੋਲਦਾ ਨਾ, ਪ੍ਰਾਕ੍ਰਿਤ। ਤੇ ਭਾਸ਼ਾ ਜਿਹੜੀ ਹੈ ਪੰਜਾਬੀ ਦਾ ਮੁੱਢ ਪ੍ਰਾਕ੍ਰਿਤ ਦੇ ਵਿੱਚ ਹੋਇਆ। ਪ੍ਰਾਕ੍ਰਿਤ ਦਾ ਮਤਲਬ ਲੋਕ ਭਾਸ਼ਾ। ਮੇਰੇ ਇੱਕ ਵਿਸ਼ਾਲ ਭੂਖੰਡ ਦੇ ਵਿੱਚ ਕੋਈ ਭਾਸ਼ਾ ਜਿਹੜੀ ਲੋਕ ਵਰਤਦੇ ਆ। ਜਿਵੇਂ ਜਿਵੇਂ ਸੁਸਾਇਟੀ ਸੱਭਿਆਚਾਰ ਵਿਕਸਿਤ ਹੁੰਦਾ ਜਾਂਦਾ ਹੈ, ਉਹਦੇ ਵਿੱਚ ਉਹਦਾ ਜਿਹੜਾ ਸਮਾਜ ਦੇ ਵਿੱਚ ਧਰਮ, ਸਿੱਖਿਆ ਦਾ ਖੇਤਰ, ਰਾਜ ਦਾ ਖੇਤਰ, ਉਹ ਜਿਹੜੇ ਆ ਵਰਤਾਰੇ, ਉਹ ਜਿਹੜੀਆਂ ਸੰਸਥਾਵਾਂ ਡਿਵੈਲਪ ਹੋ ਜਾਂਦੀਆਂ, ਤਾਂ ਉਹਨਾਂ ਦੀ ਲੋੜ ਦੇ ਲਈ ਫਿਰ ਉਹ ਲੋਕਾਂ ਦੀ ਜਿਹੜੀ ਭਾਸ਼ਾ ਹੁੰਦੀ ਹੈ, ਉਹਨਾਂ ਭਾਸ਼ਾਵਾਂ ਦੇ ਵਿੱਚੋਂ ਇੱਕ ਭਾਸ਼ਾ ਤਰਾਸ਼ ਕੇ ਇੱਕ ਜਿਹਨੂੰ ਅਸੀਂ ਸਟੈਂਡਰਡ ਲੈਂਗੁਏਜ ਕਹਿੰਦੇ ਆ, ਉਹ ਬਣਾ ਲੈਂਦੇ ਆ ਜੀ। ਮਸਲਾ ਜਿਵੇਂ ਸਾਡੀ ਹੁਣ ਇੱਕ ਪੰਜਾਬੀ ਹੈ, ਅਸੀਂ ਬੋਲਦੇ ਕੀ ਆ ਸਾਰੇ ਜਾਣੇ, ਅਸੀਂ ਮਲਵਈ ਬੋਲਦਾ, ਕੋਈ ਪੁਆਧੀ ਬੋਲਦਾ, ਕੋਈ ਮਾਝੀ ਬੋਲਦਾ। ਇੱਕ ਸਾਡੀ ਅਸੀਂ ਪੰਜਾਬੀ ਇੱਕ ਆਦਰਸ਼ ਭਾਸ਼ਾ ਹੈ। ਸੋ ਉਸੇ ਤਰ੍ਹਾਂ ਹੀ ਸੰਸਕ੍ਰਿਤ ਜਿਹੜੀ ਹੈ ਕਿਸੇ ਵੇਲੇ ਇਸ ਤਰ੍ਹਾਂ ਦੀ ਜਿਹੜੀ ਹੈ, ਇਹਦਾ ਸੰਸਕ੍ਰਿਤ ਲਫ਼ਜ਼ ਦਾ ਵੀ ਮਤਲਬ ਇਹੀ ਹੈ, ਸੋਧੀ ਸਵਾਰੀ ਹੋਈ ਭਾਸ਼ਾ। ਤਾਂ ਲੋਕ ਭਾਸ਼ਾ ਨੂੰ ਘੜ ਕੇ ਤਰਾਸ਼ ਕੇ ਉਹਦੇ ਵਿੱਚ ਇਹ ਬਣਾ ਲਈ ਗਈ। ਤੇ ਜਦੋਂ ਇਸ ਤਰ੍ਹਾਂ ਦੀ ਕੋਈ ਭਾਸ਼ਾ ਮਤਲਬ ਆ ਜਾਂਦੀ ਹੈ, ਸੰਸਥਾਈ ਰੂਪ ਧਾਰਨ ਕਰ ਲੈਂਦੀ ਹੈ, ਉਹ ਧਰਮ ਦੀ ਭਾਸ਼ਾ ਬਣ ਜਾਂਦੀ ਹੈ, ਔਰ ਰਾਜ ਦੀ ਭਾਸ਼ਾ ਬਣ ਜਾਂਦੀ ਹੈ, ਉਹ ਸਿੱਖਿਆ ਦੇ ਖੇਤਰ ਦੀ ਭਾਸ਼ਾ ਬਣ ਜਾਂਦੀ ਹੈ, ਤਾਂ ਉਹਦੇ ਵਿੱਚ ਖਾਸ ਤਰ੍ਹਾਂ ਦੀ ਨਫਾਸਤ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਵਿਕਾਸ ਜਿਹੜਾ ਹੈ ਰੁਕ ਜਾਂਦਾ ਹੈ, ਉਹ ਆਮ ਲੋਕਾਂ ਤੋਂ ਦੂਰ ਹੋ ਜਾਂਦੀ ਹੈ। ਔਰ ਇਹ ਗੱਲ ਤੁਸੀਂ ਹੁਣ ਵੀ ਮਹਿਸੂਸ ਕੀਤੀ ਹੋਏਗੀ। ਪੰਜਾਬੀ ਭਾਸ਼ਾ ਇੱਕ ਉਹ ਪੰਜਾਬੀ ਹੈ ਜਿਹੜੀ ਚ ਆਪਾਂ ਹੁਣ ਗੱਲ ਕਰੀ ਜਾਂਦੇ ਹਾਂ, ਇੱਕ ਉਹ ਭਾਸ਼ਾ ਜਿਹੜੀ ਸਾਡੀ ਕਿਤਾਬਾਂ ਦੇ ਵਿੱਚ ਪਈ ਹੈ। ਉਹ ਭਾਸ਼ਾ ਜਿਹਨੂੰ ਸਾਡੇ ਵਿਦਵਾਨ ਜਦੋਂ ਬੋਲਦੇ ਆ, ਅਸੀਂ ਉਹਨੂੰ ਦੁਬਾਰਾ ਸੋਚਦੇ ਸਾਨੂੰ ਪੰਜਾਬੀ ਚ ਸਮਝਾਓ। ਆਲੋਚਨਾ ਦੀ ਭਾਸ਼ਾ ਮਤਲਬ ਜੇ ਖਾਸ ਕਰਕੇ ਕਈ ਤੁਸੀਂ ਵੇਖੋ ਤਰਲੋਕ ਸਿੰਘ ਕੰਵਰ ਦੀਆਂ ਜੇ ਕਿਤਾਬਾਂ ਪੜ੍ਹੀਆਂ ਹੁਣ ਆਲੋਚਨਾ ਦੇ ਵਿੱਚ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ, ਇੱਕ ਵਿਦਵਾਨਾਂ ਦੀ ਭਾਸ਼ਾ ਜਿਹੜੀ ਉਹ ਇੱਕ ਵੱਖਰਾ ਰੂਪ ਧਾਰਨ ਕਰ ਲੈਂਦੀ। ਉਹ ਜਿਹੜੀ ਭਾਸ਼ਾ ਹੁੰਦੀ ਆ, ਉਹ ਇੱਕ ਖਾਸ ਸੀਮਿਤ ਦਾਇਰੇ ਦੇ ਵਿੱਚ ਉਹ ਵਰਤੀ ਜਾਂਦੀ ਹੈ, ਉਹ ਆਮ ਲੋਕਾਂ ਤੋਂ ਬਹੁਤ ਦੂਰ ਚਲੀ ਜਾਂਦੀ ਹੈ। ਜਿਹੜੀ ਲੋਕਾਂ ਦੀ ਭਾਸ਼ਾ, ਉਹ ਲੋਕਾਂ ਦੇ ਵਿੱਚ ਵਰਤੀ ਵੀ ਜਾਂਦੀ ਹੈ, ਉਹਦੇ ਚ ਵਿਕਾਸ ਵੀ ਹੁੰਦਾ ਜਾਂਦਾ ਹੈ। ਉਹ ਲੋਕਾਂ ਦੇ ਰੂਪ ਦੇ ਵਿੱਚ, ਸਾਹਿਤ ਦੇ ਰੂਪ ਚ ਕਹਿ ਲਓ, ਸਾਹਿਤ ਦੇ ਰੂਪ ਦੇ ਵਿੱਚ ਵੀ ਲੋਕਾਂ ਨਾਲ ਜੁੜ ਜਾਂਦੀ। ਹੁਣ ਸਾਹਿਤ, ਜੇ ਪੰਜਾਬੀ ਸਾਹਿਤ ਦੀ ਭਾਸ਼ਾ ਦੇਖੋਗੇ ਤਾਂ ਲੋਕਾਂ ਦੇ ਵਿੱਚ ਬੜੀ ਮਕਬੂਲ ਹੈ, ਬਹੁਤ ਲੋਕ ਉਹਨੂੰ ਪੜ੍ਹਦੇ ਆ। ਤੇ ਕੁਝ ਸੀਮਿਤ ਭਾਸ਼ਾ ਜਿਹੜੀ ਆ ਉਹਨੂੰ ਬਹੁਤ ਘੱਟ ਲੋਕ ਪੜ੍ਹਦੇ ਆ। ਸੋ ਇਹ ਜਿਹੜੀ ਪ੍ਰਮਾਣਿਕ ਭਾਸ਼ਾ ਜਦੋਂ ਕੋਈ ਬਣ ਜਾਂਦੀ ਆ, ਤਾਂ ਮਤਲਬ ਕਿ ਇੱਕ ਖਾਸ ਦਾਇਰੇ ਤੱਕ ਸੀਮਿਤ ਹੋ ਜਾਂਦੀ ਆ, ਤਾਂ ਉਹਦੇ ਵਿੱਚ ਔਖੇ ਜਿਹੜੀ ਤਕਨੀਕੀ ਸ਼ਬਦਾਵਲੀ ਪਾ ਕੇ ਘੜ ਕੇ, ਉਹ ਕਿਸੇ ਵੇਲੇ ਸੰਸਕ੍ਰਿਤ ਦਾ ਜ਼ਮਾਨਾ ਇਹ ਵੀ ਸੀਗਾ ਕਿ ਉਹਦੇ ਵਿੱਚ ਹੋਰ ਜਿਹੜੇ ਮਸਲੇ ਸੀ, ਧਰਮ ਦਾ ਮਸਲਾ ਸੀ, ਉਹ ਜਿਹੜੇ ਧਰਮ ਦੇ ਪੈਰੋਕਾਰ ਲੋਕ ਸੀ, ਉਹ ਵੀ ਇੱਕ ਵਿੱਥ ਜਿਹੜੀ ਹੈ ਇੱਕ ਲੋਕਾਈ ਤੋਂ ਥਾਪਣਾ ਚਾਹੁੰਦੇ ਸੀ। ਕਿ ਉਹ ਲੋਕ, ਇਹੋ ਜਿਹਾ ਸਮਾਂ ਵੀ ਗਿਆ ਕਿ ਉਹ ਚਾਹੁੰਦੇ ਸੀ ਕਿ ਲੋਕ ਧਰਮ ਦੇ ਨੇੜੇ ਨਾ ਹੋਣੇ, ਧਰਮ ਨੂੰ ਪੜ੍ਹ ਨਾ ਸਕੋ। ਧਰਮ ਦੀ ਤੇ ਧਾਰਮਿਕ ਨੇਤਾਵਾਂ ਦੀ ਵੀ ਇੱਕ ਲੋਕਾਂ ਤੋਂ ਜਿਹੜੀ ਸਥਾਪਤ ਜਿਹੜੀ ਹੈ ਕਰਦੀ, ਉੱਥੇ ਵੀ ਇੱਕ ਜਿਹੜੀ ਹੈ ਹੈਜਮਨੀ ਦਾ ਮਸਲਾ ਜਿਹੜਾ ਚੱਲਿਆ ਜਾਂਦਾ। ਸੋ ਇਸ ਤਰ੍ਹਾਂ ਜਿਹੜੀ ਹੈ ਉਹ ਜਿਹੜੀ ਲੋਕ ਭਾਸ਼ਾ ਹੁੰਦੀ ਉਹ ਵਿਕਾਸ ਕਰਦੀ ਰਹਿੰਦੀ ਹੈ। ਸੰਸਕ੍ਰਿਤ ਤੋਂ ਬਾਅਦ ਲੋਕ ਭਾਸ਼ਾ ਦੇ ਰੂਪ ਵਿੱਚ ਪ੍ਰਾਕ੍ਰਿਤਾਂ ਦੇ ਰੂਪ ਵਿੱਚ ਲੋਕ ਭਾਸ਼ਾ ਨੇ ਵਿਕਾਸ ਕੀਤਾ। ਪ੍ਰਾਕ੍ਰਿਤਾਂ ਦੇ ਵਿੱਚੋਂ ਫਿਰ ਅਪਭ੍ਰੰਸ਼ਾਂ ਨੇ ਵਿਕਾਸ ਕੀਤਾ। ਉਹ ਵੀ ਆਪਣੇ ਸਮੇਂ ਦੇ ਵਿੱਚ ਜਦੋਂ ਨਿਯਮਾਂ ਚ ਉਹੀ ਸੰਸਕ੍ਰਿਤ ਵਾਲਾ ਜਦੋਂ ਉਹਨਾਂ ਨੇ ਰੂਪ ਧਾਰ ਲਿਆ, ਜਦੋਂ ਬੁੱਧ ਧਰਮ ਦੇ ਵਿੱਚ ਆ ਕੇ ਪਾਲੀ ਪ੍ਰਾਕ੍ਰਿਤ ਜਿਹੜੀਆਂ ਪ੍ਰਾਕ੍ਰਿਤਾਂ, ਉਹ ਵੀ ਉਸੇ ਤਰ੍ਹਾਂ ਦਾ ਜਦੋਂ ਉਹਨਾਂ ਦਾ ਸਰੂਪ ਬਣ ਗਿਆ, ਤਾਂ ਉਹ ਵੀ ਇੱਕ ਸਮੇਂ ਤੇ ਆ ਕੇ ਖਤਮ ਹੋ ਗਈਆਂ। ਹੁਣ ਲੋਕ ਉਹੀ ਭਾਸ਼ਾ ਨੂੰ ਵਰਤਦੇ ਆ ਜਿਹੜੀ ਉਹਨਾਂ ਦੇ ਕੰਮ ਆਊਗੀ, ਜਿਹਦੀ ਇੱਕ ਦੂਜੇ ਨੂੰ ਸਮਝ ਸਕਣਗੇ, ਜਿਹੜੀ ਆਮ ਵਰਤੋਂ ਵਿਹਾਰ ਦੀ ਭਾਸ਼ਾ ਹੋਊਗੀ। ਇਸ ਕਰਕੇ ਇਹ ਗੱਲ ਜਿਹੜੀ ਹੁਣ ਤੱਕ ਦੀ ਅਸੀਂ ਭਾਸ਼ਾਵਾਂ ਦਾ ਵਿਕਾਸ ਦੇਖੀਏ ਤਾਂ ਸਾਰੀਆਂ ਤੇ ਲਾਗੂ ਹੁੰਦੀ ਹੈ। ਸੋ ਸਵਾਲ ਤੁਹਾਡਾ ਸੀ ਕਿ ਸੰਸਕ੍ਰਿਤ ਭਾਸ਼ਾ ਤੋਂ ਕਿਉਂ ਦੂਰ ਹੋ ਗਏ ਲੋਕ। ਸੋ ਇਸੇ ਤਰ੍ਹਾਂ ਹੀ ਜਿਹੜੀ ਭਾਸ਼ਾ ਦੇ ਵਿੱਚੋਂ ਇਸ ਤਰ੍ਹਾਂ ਦਾ ਪੰਡਤਾਊਪੁਣਾ ਹੋਏਗਾ, ਉਸ ਤੋਂ ਲੋਕ ਹਮੇਸ਼ਾ ਹੀ ਦੂਰ ਹੋਣਗੇ। ਜੀ ਬਿਲਕੁਲ, ਬਹੁਤ ਮਹੱਤਵਪੂਰਨ ਗੱਲ ਕੀਤੀ ਗਈ ਹੈ
ਕਿ ਭਾਸ਼ਾ ਦੂਜੀਆਂ ਭਾਸ਼ਾਵਾਂ ਦੇ ਸਮਾਨਾਂਤਰ ਹੀ ਨਹੀਂ ਚੱਲਦੀ, ਭਾਸ਼ਾ ਆਪਣੇ ਆਪ ਦੇ ਸਮਾਨਾਂਤਰ ਵੀ ਚੱਲਦੀ ਹੈ, ਆਪਣੇ ਆਪ ਤੋਂ ਵੀ ਵਿੱਥ ਸਿਰਜ ਲੈਂਦੀ ਹੈ, ਆਪਣੇ ਆਪ ਦੇ ਵੀ ਵਿਰੋਧ ਦੇ ਵਿੱਚ ਹੋ ਜਾਂਦੀ ਹੈ, ਤੇ ਉਹਦੇ ਵਿੱਚੋਂ ਹੀ ਜਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ਤੇ ਨਵੀਆਂ ਭਾਸ਼ਾਵਾਂ ਨਿਕਲੀਆਂ। ਤੇ ਕੱਲ ਨੂੰ ਇਹ ਵੀ ਸੰਭਾਵਨਾ ਹੈ ਕਿ ਸਾਡੀ ਪੰਜਾਬੀ ਦੇ ਵਿੱਚੋਂ ਜਿਹੜੇ ਦੇ ਵਿਹਾਰਕ ਰੂਪ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਭਾਸ਼ਾ ਦਾ ਰੂਪ ਲੈਣ, ਸੁਤੰਤਰ ਭਾਸ਼ਾ ਦਾ ਰੂਪ ਲੈਣ। ਇਸ ਕਿਸਮ ਦੀਆਂ ਸੰਭਾਵਨਾਵਾਂ ਇਸ ਸਥਾਨ ਦੇ ਮੁਤਾਬਕ ਨਿਕਲਦੀਆਂ ਨੇ, ਜਿਹੜੀ ਸਮਝਣ ਵਾਲੀ ਗੱਲ ਹੈ। ਡਾਕਟਰ ਜੋਗਾ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਕਿਸੇ ਕਾਰਨ ਡਿਸਕਨੈਕਟ ਹੋ ਗਏ ਸੀ। ਜੋਗਾ ਸਿੰਘ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਭਾਸ਼ਾ ਨੂੰ ਸਿੱਖਣ ਦੇ ਦੁਨੀਆ ਦੇ ਵਿੱਚ ਦੋ ਹੀ ਤਰੀਕੇ ਨੇ। ਇੱਕ ਤਰੀਕਾ ਕਿ ਤੁਸੀਂ ਪਹਿਲਾਂ ਮਾਂ ਬੋਲੀ ਸਿੱਖੋ, ਉਸ ਤੋਂ ਬਾਅਦ ਤੁਸੀਂ ਦੁਨੀਆ ਦੀਆਂ ਹੋਰ ਭਾਸ਼ਾਵਾਂ ਸਿੱਖੋ। ਦੂਜਾ ਤਰੀਕਾ ਇਹ ਹੈ ਕਿ ਤੁਸੀਂ ਮਾਂ ਬੋਲੀ ਦੀ ਕੀਮਤ ਤੇ ਜਾਂ ਮਾਂ ਬੋਲੀ ਨੂੰ ਛੱਡ ਕੇ ਸਿੱਧਾ ਹੋਰ ਭਾਸ਼ਾਵਾਂ ਸਿੱਖੋ। ਇਹਨੂੰ ਆਪਾਂ ਭਾਸ਼ਾ ਦੇ ਮਨੋਵਿਗਿਆਨ ਦੇ ਐਂਗਲ ਤੋਂ ਜਾਂ ਮਨੁੱਖੀ ਮਨੋਵਿਗਿਆਨ ਦੇ ਐਂਗਲ ਤੋਂ ਤੁਸੀਂ ਕਿਹੜਾ ਤਰੀਕਾ ਠੀਕ ਸਮਝਦੇ ਹੋ? ਸਾਨੂੰ ਕਿਹੜਾ ਤਰੀਕਾ ਫਾਲੋ ਕਰਨਾ ਚਾਹੀਦਾ ਹੈ ਜਦੋਂ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਚਾਹੁੰਦੇ ਹਾਂ ਉਸ ਵਕਤ? ਵੇਖੋ, ਇਹ ਕੋਈ ਨਵਾਂ ਸਵਾਲ ਨਹੀਂ ਹੈ, ਔਰ ਖਾਸ ਤੌਰ ਤੇ ਪਿਛਲੇ ਜਿਹੜਾ ਸਦੀ ਦੇ ਵਿੱਚ ਔਰ ਪਿਛਲੇ 40-50 ਸਾਲ ਤੋਂ ਖਾਸ ਤੌਰ ਤੇ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਦੀ ਲੋੜ ਬਹੁਤ ਵੱਡੀ ਪੈਦਾ ਹੋ ਗਈ ਹੈ, ਕਿਉਂਕਿ ਦੁਨੀਆ ਦਾ ਅਰਥਚਾਰਾ ਜੁੜ ਚੁੱਕਿਆ ਹੈ। ਹੁਣ ਕੋਈ ਜਿਹੜੇ ਸਾਡੇ ਵੱਡੇ ਮਹਾਨਗਰ ਨੇ, ਚਾਹੇ ਉਹ ਬੰਬਈ ਹੈ, ਚਾਹੇ ਉਹ ਦਿੱਲੀ ਹੈ, ਚਾਹੇ ਉਹ ਨਿਊਯਾਰਕ ਹੈ, ਚਾਹੇ ਉਹ ਲੰਡਨ ਹੈ, ਤਾਂ ਉਹਨਾਂ ਨੂੰ ਇੱਕ ਭਾਸ਼ੀ ਸ਼ਹਿਰ ਕਹਿਣਾ ਜਿਹੜਾ ਵੈਸੇ ਮੁਸ਼ਕਲ, ਔਰ ਕਈ ਵਾਰੀ ਤੇ ਇਹ ਹਾਲਤ ਹੋ ਜਾਂਦੀ ਹੈ ਕਿ ਆਖਣਾ ਹੀ ਬੜਾ ਔਖਾ ਹੁੰਦਾ ਕਿ ਸ਼ਹਿਰ ਦੀ ਭਾਸ਼ਾ ਕਿਹੜੀ ਹੈ। ਵੱਖ-ਵੱਖ ਭਾਸ਼ੀ ਲੋਕ ਵਸ ਜਾਂਦੇ। ਤੋਂ ਜਿਹੜੀ ਬਹੁ ਭਾਸ਼ਾ ਹੈ ਅੱਜ ਦੇ ਸੰਸਾਰ ਦੀ ਇੱਕ ਹਕੀਕਤ ਹੈ, ਔਰ ਮਤਲਬ ਇੱਕ ਹੀ ਥਾਂ ਤੇ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾ ਰਹੀਆਂ ਨੇ, ਔਰ ਬਹੁਤ ਭਾਸ਼ਾਵਾਂ ਦੀ ਲੋੜ ਪੈ ਰਹੀ ਹੈ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਵਾਸਤੇ, ਕਿਉਂਕਿ ਅਰਥਚਾਰਾ ਜੁੜ ਗਿਆ ਹੋਇਆ, ਖਾਸ ਤੌਰ ਤੇ ਅਰਥਚਾਰਾ ਜਿਹੜਾ ਜੁੜਿਆ ਹੋਇਆ, ਔਰ ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ। ਤਾਂ ਦੂਜੀ ਭਾਸ਼ਾ ਨੂੰ ਕਿਵੇਂ ਸਿੱਖਿਆ ਜਾਏ, ਕਿਉਂਕਿ ਇਹ ਸਮੱਸਿਆ ਸਾਰੀ ਦੁਨੀਆ ਦੇ ਸਾਹਮਣੇ ਵੇ, ਔਰ ਜਿਹੜੇ ਸਿਆਣੇ ਨੇ ਜਾਂ ਦੁਨੀਆ ਨੂੰ ਚਲਾਉਣ ਵਾਲੇ ਨੇ ਉਹ ਵੀ ਇਸ ਗੱਲ ਨੂੰ ਸੰਬੋਧਿਤ ਹੋਏ ਨੇ ਕਿ ਹੁਣ ਦੂਜੀਆਂ ਭਾਸ਼ਾਵਾਂ ਸਿੱਖਣੀਆਂ ਬੜੀਆਂ ਜ਼ਰੂਰੀ ਹੋ ਗਈਆਂ ਨੇ। ਤਾਂ ਕਿਵੇਂ ਸਿੱਖਿਆ ਜਾਏ, ਕੀ ਸਹੀ ਤਰੀਕਾ ਹੈ? ਮੈਂ ਤੁਹਾਡੇ ਨਾਲ ਸਭ ਤੋਂ ਜਿਹੜੀ ਅਖੀਰ ਤੇ ਖੋਜ ਆਈ ਹੈ, ਜਿਹੜੀ ਮੈਂ ਪਹਿਲੀ ਵਾਰ ਕਿਸੇ ਨਾਲ ਸਾਂਝੀ ਕਰ ਰਿਹਾ, ਉਹ ਸਾਂਝੀ ਕਰਨੀ ਚਾਹਾਂਗਾ। 16 ਜੁਲਾਈ 2021 ਨੂੰ ਵਿਸ਼ਵ ਬੈਂਕ ਨੇ ਇੱਕ ਰਿਪੋਰਟ ਛਾਪੀ ਹੈ ਕਿ 100 ਪੰਨੇ ਦੀ, ਜਿਹਦੇ ਵਿੱਚ ਉਹਨਾਂ ਦੱਸਿਆ ਹੈ ਕਿ ਹੋਰ ਭਾਸ਼ਾ ਨੂੰ ਸਿੱਖਣ ਦਾ ਸਹੀ ਤਰੀਕਾ ਕੀ ਹੈ ਜੀ, ਔਰ ਨਾਲ ਦੀ ਨਾਲ ਉਹਨਾਂ ਇਹ ਵੀ ਸਿੱਖਿਆ ਹੈ ਕਿ ਦੱਸਿਆ ਕਿ ਸਿੱਖਿਆ ਦੀ ਸਹੀ ਭਾਸ਼ਾ ਕਿਹੜੀ ਹੋਣੀ ਚਾਹੀਦੀ ਹੈ। ਤਾਂ ਮੈਂ ਬਹੁਤੇ ਵਿਸਤਾਰ 'ਚ ਨਾ ਜਾਂਦੇ ਹੋਏ ਮੈਂ ਸਿਰਫ ਇਹਨਾਂ ਕਹਾਂ ਕਿ ਉਹ ਇਹ ਕਹਿੰਦੇ ਨੇ ਕਿ ਸਿੱਖਿਆ ਦੀ ਭਾਸ਼ਾ ਜਿਹੜੀ ਹੈ ਮਾਂ ਬੋਲੀ ਦਾ ਕੋਈ ਬਦਲ ਨਹੀਂ ਹੋ ਸਕਦਾ, ਔਰ ਜੇ ਤੁਸੀਂ ਦੂਜੀ ਭਾਸ਼ਾ ਵੀ ਸਿੱਖਣੀ ਹੈ ਤਾਂ ਜੇ ਤੁਸੀਂ ਮਾਂ ਬੋਲੀ ਮਾਧਿਅਮ ਤੁਹਾਡੀ ਨੀਂਹ ਪੱਕੀ ਹੈ, ਮਾਂ ਬੋਲੀ ਤੁਹਾਡੀ ਨੀਂਹ ਪੱਕੀ ਹੈ, ਔਰ ਜਿਹੜੀ ਕਿ ਮਾਧਿਅਮ 'ਚ ਉਸ ਮਾਧਿਅਮ 'ਚ ਪੜ੍ਹਾਈ ਕਰਕੇ ਹੋ ਸਕਦੀ ਹੈ, ਤਾਂ ਤੁਹਾਨੂੰ ਦੂਜੀ ਭਾਸ਼ਾ ਵੀ ਬੜੀ ਚੰਗੀ ਆਵੇਗੀ। ਤੋ ਇਸ ਕਰਕੇ ਜਿਹੜਾ ਇਹ ਮਨੋਵਿਗਿਆਨ ਹੈ, ਬਹੁਤਾ ਜਿਹੜਾ ਪ੍ਰਚਲਨ ਹੈ ਉਹ ਦੂਜੀਆਂ ਭਾਸ਼ਾਵਾਂ ਸਿੱਖਣ ਬਾਰੇ, ਉਹ ਬਹੁਤ ਭਰਮਾਂ ਤੇ ਟਿਕਿਆ ਹੋਇਆ ਹੈ ਕਿ ਲੋਕ ਸਮਝਦੇ ਨੇ ਕਿ ਅੰਗਰੇਜ਼ੀ ਸਿੱਖਣੀ ਹੈ ਤੇ ਅੰਗਰੇਜ਼ੀ ਮਾਧਿਅਮ ਸਕੂਲ 'ਚ ਜਾਓ ਤੁਹਾਨੂੰ ਜ਼ਿਆਦਾ ਆਵੇਗੀ। ਤਾਂ ਮੈਂ ਸਮਝਦਾ ਹਾਂ ਕਿ ਇਹਦੇ ਕਈ ਕਾਰਨ ਨੇ ਕਿ ਜਿਹੜੀ ਇਹ ਭਰਮ ਬਣੇ ਹੋਏ ਨੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ। ਇੱਕ ਤਾਂ ਇਹ ਵੀ ਕਿ ਜਾਣਕਾਰੀ ਦੀ ਘਾਟ ਹੈ ਬਹੁਤ ਜ਼ਿਆਦਾ, ਤੇ ਲੋਕਾਂ ਤੱਕ ਜਿਹੜੀ ਸਾਰੀ ਖੋਜ ਹੈ ਜਾਂ ਜਿਹੜੇ ਕਾਮਯਾਬ ਦੇਸ਼ ਜੋ ਕਰ ਰਹੇ ਨੇ, ਜੋ ਕਾਮਯਾਬ ਵਿਹਾਰ ਹੈ, ਉਹਦੀ ਜਾਣਕਾਰੀ ਲੋਕਾਂ ਨੂੰ ਨਹੀਂ ਹੈ। ਪਰ ਦੂਜਾ ਜਿਹੜਾ ਜ਼ਿਆਦਾ ਵੱਡਾ ਕਾਰਨ ਇਹ ਵੇ ਕਿ ਉਹ ਜਾਣਕਾਰੀ ਲੋਕਾਂ ਤੱਕ ਕੋਈ ਧਿਰ ਜਿਹੜੀ ਪਹੁੰਚਣਾ ਨਹੀਂ ਦੇਣਾ ਚਾਹੁੰਦੀ। ਉਹ ਇਹ ਹੈ ਕਿ ਜਿਹੜੀ ਭਾਸ਼ਾ ਦੇ ਪੈਸਾ ਕਮਾ ਰਹੀ ਹੈ, ਭਾਸ਼ਾ ਇੱਕ ਬਹੁਤ ਵੱਡਾ ਪੈਸਾ ਕਮਾਉਣ ਦਾ ਸਾਧਨ ਬਣ ਗਈ ਹੈ। ਕਿਵੇਂ ਕਿ ਨਿੱਜੀ ਸਿੱਖਿਆ ਜਿਹੜੀ ਹੈ ਇਹ ਪੈਸਾ ਕਮਾਉਣ ਦਾ ਸਾਧਨ, ਤੇ ਨਿੱਜੀ ਸਿੱਖਿਆ ਜਿਹੜੀ ਹੈ ਜਿਵੇਂ ਪੰਜਾਬ 'ਚ ਲੈ ਲਓ ਜਾਂ ਭਾਰਤ 'ਚ ਲੈ ਲਓ, ਉਹ ਉਹਨਾਂ ਚਿਰ ਨਹੀਂ ਉਹ ਖੜੀ ਰਹਿ ਸਕਦੀ ਜੇ ਉਹਨੂੰ ਅੰਗਰੇਜ਼ੀ ਮਾਧਿਅਮ 'ਚ ਨਾ ਕੀਤਾ ਜਾਏ। ਤੇ ਜੇ ਨਿੱਜੀ ਅਦਾਰੇ ਜਿਹੜੇ ਨੇ ਪੰਜਾਬੀ 'ਚ ਪੜ੍ਹਾਉਣਗੇ ਤਾਂ ਲੋਕੀ ਕਹਿਣਗੇ ਵੀ ਕਿਉਂ ਉੱਜੜਨਾ, ਇੰਨੀਆਂ ਫੀਸਾਂ ਦੇਣੀਆਂ ਨੇ, ਤਾਂ ਆਪਾਂ ਸਰਕਾਰੀ ਸਕੂਲਾਂ ਜਾਂਦੇ ਹਾਂ ਤਾਂ ਇਹਨਾਂ ਨੂੰ ਵਿਦਿਆਰਥੀ ਨਹੀਂ ਮਿਲ ਸਕਦੇ, ਪੈਸਾ ਨਹੀਂ ਕਮਾ ਸਕਦੇ। ਇਸ ਕਰਕੇ ਭਾਸ਼ਾ ਸਿੱਧੇ ਰੂਪ ਦੇ ਵਿੱਚ ਨਿੱਜੀ ਸਿੱਖਿਆ ਦੇ ਮਾਧਿਅਮ ਰਾਹੀਂ ਇੱਕ ਬਹੁਤ ਵੱਡਾ ਵਪਾਰ ਬਣ ਚੁੱਕੀ ਹੈ ਔਰ ਪੈਸਾ ਕਮਾਉਣ ਦਾ ਸਾਧਨ ਬਣ ਚੁੱਕੀ ਹੈ। ਇਸ ਕਰਕੇ ਜਿਹੜੀ ਧਿਰ ਪੈਸਾ ਕਮਾ ਰਹੀ ਉਹ ਸੱਤਾ ਤੇ ਕਾਬਜ਼ ਹੈ, ਉਹ ਸਾਰੇ ਕਾਸੇ ਤੇ ਕਾਬਜ਼ ਹੈ, ਤਾਂ ਉਹ ਸਹੀ ਜਾਣਕਾਰੀ ਵੀ ਨਹੀਂ ਪਹੁੰਚਣ ਦੇ ਰਹੀ। ਔਰ ਦੂਜਾ ਕੰਮ ਜਿਹੜਾ ਉਹ ਕਰਦੀ ਪਈ ਉਹ ਇਹ ਵੇ ਕਿ ਜਿਹੜੀ ਭਾਸ਼ਾ ਰਾਹੀਂ ਉਹਨਾਂ ਪੈਸਾ ਕਮਾਉਣਾ ਹੈ, ਅੰਗਰੇਜ਼ੀ ਪੰਜਾਬ ਜਾਂ ਭਾਰਤ ਜਿਹੜੀ ਅੰਗਰੇਜ਼ੀ ਹੈ
ਉਹਦਾ ਗਲਬਾ ਚਾਰ ਚਫੇਰੇ ਰਵੇ, ਵੀ ਅੰਗਰੇਜ਼ੀ ਬਗੈਰ ਕੋਈ ਕੰਮ ਦੀ ਥਾਂ ਨਾ ਹਾਸਲ ਹੋਵੇ, ਅੰਗਰੇਜ਼ੀ ਵਪਾਰ ਨਾ ਹੋ ਸਕੇ, ਅੰਗਰੇਜ਼ੀ ਬਗੈਰ ਤੁਸੀਂ ਚਿੱਠੀ ਪੱਤਰ ਵੀ ਨਾ ਸਰਕਾਰ ਨਾਲ ਪੰਜਾਬ 'ਚ ਵੀ ਨਾ ਕਰ ਸਕੋ, ਮਤਲਬ ਤੁਸੀਂ ਪੰਜਾਬ ਦੇ ਬਿਜਲੀ ਮਹਿਕਮੇ 'ਚ ਵੀ ਅੰਗਰੇਜ਼ੀ ਬਗੈਰ ਨੌਕਰੀ ਨਾ ਕਰ ਸਕੋ, ਪੰਜਾਬੀ ਬਗੈਰ ਕਰ ਸਕਦੇ ਹੋ। ਤਾਂ ਇਹੋ ਜਿਹੀਆਂ ਸਥਿਤੀਆਂ ਉਹ ਨੀਤੀਆਂ ਦੇ ਰਾਹੀਂ ਪੈਦਾ ਕਰਦੀ ਹੈ। ਤਾਂ ਲੋਕਾਂ ਦੇ ਜੇ ਇੱਕ ਮਨੋਵਿਗਿਆਨਕ ਜਿਹੜੀ ਜਿਹੜਾ ਯਥਾਰਥ ਜਾਂ ਮਾਨਸਿਕਤਾ ਇਹੋ ਜਿਹੀ ਬਣ ਜਾਂਦੀ ਹੈ ਕਿ ਉਹ ਫਿਰ ਦੂਜੀ ਭਾਸ਼ਾ ਨੂੰ ਸਮਝਦੇ ਨਹੀਂ ਵੀ ਸਿੱਖਣਾ ਇਹ ਠੀਕ ਹੈ, ਦੂਜੀ ਭਾਸ਼ਾ ਸਿੱਖਣੀ ਜ਼ਰੂਰੀ ਹੈ। ਔਰ ਅੱਜ ਦੀ ਦੁਨੀਆ ਦੇ ਵਿੱਚ ਜੇ ਤੁਸੀਂ ਹੋਰ ਭਾਸ਼ਾ ਨਹੀਂ ਸਿੱਖਦੇ ਤਾਂ ਅਪੰਗ ਹੋ, ਭਾਵੇਂ ਤੁਹਾਨੂੰ ਅੰਗਰੇਜ਼ੀ ਵੀ ਆਉਂਦੀ ਹੈ, ਹੋਰ ਭਾਸ਼ਾ ਨਹੀਂ ਆਉਂਦੀ ਤਾਂ ਵੀ ਅਪੰਗ ਹੋ। ਮੈਂ ਹੁਣ ਅੰਕੜੇ ਨਹੀਂ ਦੇ ਸਕਦਾ ਇਸ ਮਾਮਲੇ ਦੇ ਵਿੱਚ ਵੀ ਜੇ ਤੁਹਾਨੂੰ ਸਿਰਫ ਅੰਗਰੇਜ਼ੀ, ਹੁਣ ਕੈਨੇਡਾ ਦੇ ਵਿੱਚ ਜੇ ਤੁਹਾਨੂੰ ਅੰਗਰੇਜ਼ੀ ਆਉਂਦੀ ਤੇ ਨਾਲ ਪੰਜਾਬੀ ਆਉਂਦੀ ਹੈ, ਤੁਹਾਨੂੰ ਨੌਕਰੀ ਉਸ ਬੰਦੇ ਨਾਲ ਛੇਤੀ ਮਿਲੇਗੀ ਜਿਹੜਾ ਸਿਰਫ ਅੰਗਰੇਜ਼ੀ ਜਾਣਦਾ ਹੈ, ਜਾਂ ਫਰੈਂਚ ਆਉਂਦੀ ਹੈ ਤੇ ਪੰਜਾਬੀ ਆਉਂਦੀ ਹੈ ਤੇ ਉਸ ਬੰਦੇ ਨਾਲ ਛੇਤੀ ਮਿਲੇਗੀ ਜਿਹੜਾ ਸਿਰਫ ਫਰੈਂਚ ਜਾਣਦਾ ਹੈ। ਤਾਂ ਇਸ ਤਰ੍ਹਾਂ ਜਿਹੜਾ ਲੋਕਾਂ ਦਾ ਮਨੋਵਿਗਿਆਨ ਜਾਂ ਮਾਨਸਿਕਤਾ ਆ ਉਹ ਇੱਕ ਨੀਤੀਆਂ ਦੇ ਰਾਹੀਂ ਬਾਹਰ-ਮੁਖੀ ਸਥਿਤੀਆਂ ਦੇ ਰਾਹੀਂ ਇਸ ਤਰ੍ਹਾਂ ਉਹਦੇ ਤੇ ਕਾਬੂ ਕੀਤਾ ਜਾਂਦਾ ਹੈ ਕਿ ਲੋਕਾਂ ਦੇ ਜਿਹੜਾ ਮਨੋਵਿਗਿਆਨ ਜਾਂ ਮਾਨਸਿਕਤਾ ਇਹੋ ਜਿਹੀ ਬਣੀ ਰਹੇ। ਜੀ ਬਿਲਕੁਲ, ਬਹੁਤ ਮਹੱਤਵਪੂਰਨ ਗੱਲ ਸਰ ਨੇ ਕੀਤੀ ਹੈ ਕਿ ਭਾਸ਼ਾਵਾਂ ਦੇ ਮਾਮਲੇ ਦੇ ਵਿੱਚ ਕਿਸ ਕਿਸਮ ਦੀਆਂ ਨੀਤੀਆਂ। ਤੁਹਾਡੀ ਆਵਾਜ਼ ਫਿਰ ਨਹੀਂ ਮੈਂ ਸੁਣ ਪਾ ਰਿਹਾ ਜੀ। ਥੋੜਾ ਜਿਹਾ ਕਿਤੇ ਤੁਹਾਡੇ ਨੈਟਵਰਕ ਦੀ ਪ੍ਰੋਬਲਮ ਹੋਊਗੀ ਮੇਰੇ ਖਿਆਲ ਦੇ ਵਿੱਚ, ਬਾਕੀ ਮੇਰੀ ਆਵਾਜ਼ ਸੁਣ ਪਾ ਰਹੇ ਹੋਣਗੇ। ਡਾਕਟਰ ਬੂਟਾ ਸਿੰਘ ਬਰਾੜ ਜੀ, ਇਸੇ ਗੱਲ ਦੀ ਕੰਟੀਨਿਊਟੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇੱਕ ਪਾਸੇ ਤਾਂ ਉਹ ਮਾਡਲ ਹੈ ਜਿਹੜੇ ਪ੍ਰਾਈਵੇਟ ਸਕੂਲ ਸੱਤਾ ਦੇ ਮਾਡਲ ਨੂੰ ਅਪਣਾਉਂਦੇ ਹੋਏ ਲਾਗੂ ਕਰਦੇ ਨੇ, ਪਰ ਦੂਜੇ ਪਾਸੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਰੁਝਾਨ ਜਿਹੜਾ ਦੇਖਿਆ ਹੋਣਾ ਉਹ ਇਹ ਹੈ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਇਸ ਕਿਸਮ ਦਾ ਟ੍ਰੈਂਡ ਚੱਲ ਪਿਆ ਕਿ ਉਹ ਜਿਹੜਾ ਦੂਜਾ ਮਾਡਲ ਹੁਣ ਅਪਣਾਉਣਾ ਸ਼ੁਰੂ ਕਰਤਾ ਉਹਨਾਂ ਨੇ ਕਿ ਤੁਸੀਂ ਆਪਣੀ ਭਾਸ਼ਾ ਨੂੰ ਛੱਡੋ, ਸਿੱਧਾ ਹੋਰ ਭਾਸ਼ਾ ਸਿੱਖੋ, ਸਿੱਧਾ ਅੰਗਰੇਜ਼ੀ ਸਿੱਖੋ, ਅੰਗਰੇਜ਼ੀ ਮਾਧਿਅਮ ਦੇ ਵਿੱਚ ਸਿੱਖੋ। ਇਸ ਕਿਸਮ ਦਾ ਟ੍ਰੈਂਡ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਲਗਭਗ ਸ਼ੁਰੂ ਹੋ ਚੁੱਕਿਆ। ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਇਹ ਉਲਟਾ ਚੱਕਰ ਚੱਲ ਰਿਹਾ ਜਾਂ ਇਹ ਕੋਈ ਲੋੜ ਹੈ ਹੁਣ ਸਾਡੇ ਸਮਾਜ ਦੀ? ਦੇਖੋ, ਸੰਸਾਰ ਦੇ ਜਿੰਨੇ ਵੀ ਸਿੱਖਿਆ ਸ਼ਾਸਤਰੀ ਨੇ ਜੀ, ਉਹ ਵਕਾਲਤ ਇਸੇ ਗੱਲ ਦੀ ਕਰਦੇ ਆ ਕਿ ਮਾਤ ਭਾਸ਼ਾ ਦੇ ਮਾਧਿਅਮ ਰਾਹੀਂ ਹੀ ਸਾਨੂੰ ਸਿੱਖਿਆ ਦੇਣੀ ਚਾਹੀਦੀ ਹੈ ਜੀ। ਔਰ ਇਹ ਵੀ ਇੱਕ ਅਟੱਲ ਸਚਾਈ ਹੈ ਕਿ ਬੰਦੇ ਦੀ ਜਿਹੜੀ ਸੋਚ ਸ਼ਕਤੀ ਦਾ ਸੰਬੰਧ ਉਹਦੀ ਮਾਤ ਭਾਸ਼ਾ ਨਾਲ ਹੀ ਹੁੰਦਾ ਹੈ। ਜੀ, ਜਿਵੇਂ ਜਿਵੇਂ ਕਿਸੇ ਬੱਚੇ ਦੀ ਆਪਣੀ ਮਾਤ ਭਾਸ਼ਾ 'ਚ ਮੁਹਾਰਤ ਤੇ ਪਕੜ ਮਜ਼ਬੂਤ ਹੁੰਦੀ ਹੈ, ਤਿਵੇਂ ਤਿਵੇਂ ਉਹਦੀ ਸੋਚ ਸ਼ਕਤੀ ਅਤੇ ਸਿਰਜਣ ਸਮਰੱਥਾ ਵੀ ਵੱਧਦੀ ਹੈ, ਉਹ ਮੌਲਿਕ ਵੀ ਹੁੰਦੀ ਹੈ। ਮੈਂ ਕਹਿੰਦਾ ਹੁੰਦਾ ਕਿ ਮਾਂ ਬੋਲੀ ਦੇ ਵਿੱਚ ਜਿਹੜੀ ਬੱਚੇ ਦੀ ਸੋਚ ਆ ਫੁੱਲ ਵਾਂਗ ਖਿੜਦੀ ਹੈ। ਇੱਕ ਸਾਡਾ 18ਵੀਂ ਸਦੀ 'ਚ ਵਿਦਵਾਨ ਹੋਇਆ ਸਪਰ ਬੌਰਫ, ਉਹਨੇ ਇੱਕ ਸਿਧਾਂਤ ਪੇਸ਼ ਕੀਤਾ ਸੀ ਕਿ ਬੰਦਾ ਆਪਣੀ ਮਾਤ ਭਾਸ਼ਾ ਦੀ ਐਨਕ ਨਾਲ ਹੀ ਜਿਹੜਾ ਸੰਸਾਰ ਨੂੰ ਵੇਖਦਾ ਸਮਝਦਾ ਜੀ। ਔਰ ਇਹ ਤਾਂ ਦੁਨੀਆ ਭਰ ਦੇ ਵਿੱਚ ਵਾਰ-ਵਾਰ ਸਾਬਤ ਹੋ ਚੁੱਕਿਆ ਹੈ ਕਿ ਦੂਜੀ ਭਾਸ਼ਾ ਸਿੱਖਣ ਦਾ ਸਭ ਤੋਂ ਵਧੀਆ ਤੇ ਕਾਰਗਰ ਤਰੀਕਾ ਇਹੋ ਹੀ ਹੈ ਕਿ ਪਹਿਲਾਂ ਮਾਂ ਬੋਲੀ 'ਚ ਜਿਹੜੀ ਹੈ ਮੁਹਾਰਤ ਹਾਸਲ ਕੀਤੀ ਜਾਵੇ। ਜੀ। ਹੁਣ ਯੂਨੈਸਕੋ ਦੀਆਂ ਖੋਜਾਂ ਵੀ ਇਹੋ ਦੱਸਦੀਆਂ ਕਿ ਦੂਜੀ ਭਾਸ਼ਾ ਸਿੱਖਣ ਦਾ ਸਹੀ ਤਰੀਕਾ, ਜੋਗਾ ਸਿੰਘ ਨੇ ਵੀ ਦੱਸਿਆ ਕਿ ਮਾਤ ਭਾਸ਼ਾ ਨੂੰ ਹੀ ਸਿੱਖਿਆ ਦਾ ਮਾਧਿਅਮ ਬਣਾਇਆ ਜਾਵੇ। ਦੂਜੀ ਭਾਸ਼ਾ ਨੂੰ ਇੱਕ ਵਿਸ਼ੇ ਦੇ ਤੌਰ ਤੇ ਤਾਂ ਪੜ੍ਹਾਇਆ ਜਾ ਸਕਦਾ ਹੈ ਜਾਂ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਵੇ, ਪਰ ਮਾਤ ਭਾਸ਼ਾ ਜਿਹੜੀ ਹੈ ਉਹ ਮਾਧਿਅਮ ਵਿੱਚ ਪੜ੍ਹਨ ਵਾਲਾ ਬੱਚਾ ਫਿਰ ਜੇ ਦੂਜੀ ਭਾਸ਼ਾ ਨੂੰ ਸਿਖਾਉਣੀ ਹੈ ਤਾਂ ਬਾਅਦ ਦੇ ਵਿੱਚ ਵੀ ਵਧੀਆ ਸਿੱਖਦਾ। ਜੋਗਾ ਸਿੰਘ ਦੀ ਇੱਕ ਛੋਟਾ ਜਿਹੀ ਕਿਤਾਬ ਹੈ, ਬਹੁਤ ਭਾਸ਼ਾਵਾਂ ਦੇ ਵਿੱਚ, ਮੇਰੇ ਖਿਆਲ 'ਚ ਭਾਰਤ ਦੀਆਂ 15 ਭਾਸ਼ਾਵਾਂ 'ਚ ਅਨੁਵਾਦ ਵੀ ਹੋਇਆ। ਬੜੀ ਵਿਸਥਾਰ ਦੇ ਵਿੱਚ ਉਹਨਾਂ ਨੇ ਇਸ ਤੱਥ ਦੇ ਨਾਲ ਜਾਣਕਾਰੀ ਦਿੱਤੀ। ਹੁਣ ਜਿਹੜਾ ਮਸਲਾ ਸਾਡੇ ਸਕੂਲਾਂ ਦੇ ਵਿੱਚ ਹੈ, ਜਿਹੜੇ ਵਕਾਲਤ ਕਰਦੇ ਆ, ਔਰ ਉਹਦੇ ਕਰਕੇ ਹੀ ਇਸ ਵੇਲੇ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਔਰ ਬਿਲਕੁਲ ਉਲਟਾ ਗੇੜ ਹੈ। ਉਹਦੇ ਨਾਲ ਨਾ ਤਾਂ ਬੱਚਾ ਕੋਈ ਭਾਸ਼ਾ ਸਹੀ ਤਰੀਕੇ ਨਾਲ ਸਿੱਖ ਸਕਦਾ ਹੈ, ਔਰ ਨਾ ਹੀ ਬੱਚੇ ਦੀ ਸ਼ਖਸੀਅਤ ਵਿਕਸਿਤ ਹੁੰਦੀ ਹੈ, ਨਾ ਹੀ ਉਹ ਗਿਆਨ ਉਹਨੂੰ ਜਿਹੜਾ ਹੈਗਾ ਉਹ ਇੱਕ ਰਟਾਫਿਕੇਸ਼ਨ ਹੈ, ਤੋਤਾ ਤਾਂ ਬਣ ਜਾਂਦਾ ਹੈ। ਮੇਰਾ ਆਪਣਾ ਨਿੱਜੀ ਤਜਰਬਾ ਵੀ ਹੈ ਇਹਦੇ ਸੰਬੰਧ ਦੇ ਵਿੱਚ। ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲ 'ਚ ਪੜ੍ਹਾ ਕੇ ਦੇਖਿਆ। ਬਹੁਤ ਜਿਹੜੇ ਆ ਮੈਂ ਪਹਿਲਾਂ ਉਹ ਡਾਕਟਰ ਬੱਚੇ ਮੇਰੇ ਬਣੇ ਸੀ, ਮੇਰੇ ਕੋਲ ਪੰਜਾਬੀ ਮਾਧਿਅਮ ਦੇ ਨਾਲ ਉਹ ਇੱਕ ਬੱਚਾ ਮੇਰਾ ਜਿਹੜਾ IPS ਕਰ ਗਿਆ ਸੀ ਜੀ। ਉਹ ਇਹ ਮਤਲਬ ਮੇਰੇ ਕੋਲ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਮੈਂ ਆਪਣੇ ਹੱਡੀ ਹੰਡਾਈ ਗੱਲ ਇਹ ਵੇਖੀ ਹੈ। ਕੋਈ ਪਤਾ ਨਹੀਂ ਕੀ ਸਾਡੇ ਸਮਾਜ ਦੇ ਵਿੱਚ ਇੱਕ ਵਿੱਥ ਸਥਾਪਿਤ ਕਰਨੀ ਚਾਹੁੰਦੇ ਆ, ਲੋਕਾਂ ਦਾ ਭਲਾ ਨਹੀਂ ਕਰਨਾ ਚਾਹੁੰਦੇ, ਲੋਕਾਂ ਤੋਂ ਦੂਰ ਕਰਨਾ ਚਾਹੁੰਦੇ ਆ, ਮਤਲਬ ਗਿਆਨ ਨੂੰ ਅਨਪੜ੍ਹ ਰੱਖਣਾ ਪਾਉਂਦੇ ਆ। ਇਹੋ ਜਿਹੀਆਂ ਗੱਲਾਂ ਮੈਨੂੰ ਤਾਂ ਪਿੱਛੇ ਸੋਚ ਦੇ ਪਿੱਛੇ ਲੱਗਦੀਆਂ। ਜੀ ਜੀ ਜੀ, ਬਿਲਕੁਲ ਬਿਲਕੁਲ। ਡਾਕਟਰ ਜੋਗਾ ਸਿੰਘ ਜੀ, ਇੱਕ ਹੋਰ ਇਸ਼ੂ ਦੀ ਆਪਾਂ ਗੱਲ ਕਰਦੇ ਹਾਂ ਜੋ ਇਹਦੇ ਨਾਲ ਹੀ ਜੁੜਿਆ ਹੈ। ਵੈਸੇ ਗੱਲ ਇਹ ਹੈ ਕਿ ਜਦੋਂ ਅਸੀਂ ਸਿਰਫ ਆਪਣੀ ਭਾਸ਼ਾ ਤੱਕ ਸੀਮਿਤ ਹੁੰਦੇ ਹਾਂ ਤੇ ਬਹੁਤ ਸਾਰੇ ਲੋਕ 70-75% ਲੋਕ ਆਪਣੀ ਭਾਸ਼ਾ ਰਾਹੀਂ ਪੜ੍ਹਦੇ ਨੇ, ਆਪਣੀ ਭਾਸ਼ਾ ਰਾਹੀਂ ਸੋਚਦੇ ਨੇ,
ਪਰ ਇਹਦੀ ਇੱਕ ਲਿਮਿਟੇਸ਼ਨ ਇਹ ਬਣ ਜਾਂਦੀ ਹੈ ਕਿ ਦੁਨੀਆ ਭਰ ਦਾ ਜਿਹੜਾ ਗਿਆਨ ਹੈ, ਹੋਰ ਭਾਸ਼ਾਵਾਂ ਦਾ ਗਿਆਨ ਹੈ, ਹੋਰ ਸਰੋਤਾਂ ਤੋਂ ਆਇਆ ਗਿਆਨ ਹੈ, ਉਹ ਤੋਂ ਇੱਕ ਭਾਸ਼ਾ ਨੂੰ ਜਾਣਨ ਵਾਲਾ ਬੰਦਾ ਵਾਂਝਾ ਹੋ ਜਾਂਦਾ ਹੈ, ਉਹ ਸਾਰਾ ਗਿਆਨ ਪਰੇ ਹੋ ਜਾਂਦਾ ਹੈ ਉਹਦੀ ਪਹੁੰਚ ਤੋਂ। ਇਹਦੇ ਬਾਰੇ ਸਾਨੂੰ ਕਿਵੇਂ ਸੋਚਣਾ ਚਾਹੀਦਾ ਹੈ? ਇਹਦੇ ਕੀ ਹੱਲ ਹੋ ਸਕਦੇ ਨੇ ਕਿ ਜਿਹੜੇ ਲੋਕ ਇਕੱਲੀ ਪੰਜਾਬੀ ਨਾਲ ਜੁੜੇ ਹੋਏ ਨੇ, ਉਹ ਦੁਨੀਆ ਭਰ ਦਾ ਜਿਹੜਾ ਬਾਕੀ ਗਿਆਨ ਹੈ ਉਹਦੇ ਨਾਲ ਕਿਵੇਂ ਜੁੜਨ? ਇਸ ਜਿਹੜਾ ਗੈਪ ਹੈ ਇਹਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ? ਬੜਾ ਤੁਹਾਡਾ, ਤੁਸੀਂ ਸੁਣ ਰਹੇ ਹੋ ਜੀ ਮੇਰੀ ਆਵਾਜ਼? ਮੈਂ ਹਾਂਜੀ ਮੈਂ ਫੋਨ ਬਦਲਿਆ ਜੀ। ਬਹੁਤ ਹੀ ਮਹੱਤਵਪੂਰਨ ਸਵਾਲ ਹੈ ਕਿ ਇਹ ਜ਼ਰੂਰੀ ਹੈ ਕਿ ਜੋ ਦੁਨੀਆ ਦੇ ਵਿੱਚ ਗਿਆਨ ਪੈਦਾ, ਵਿਗਿਆਨ ਤਕਨੀਕ ਪੈਦਾ ਹੋ ਰਹੀ, ਉਹ ਤੱਕ ਸਾਡੀ ਪਹੁੰਚ ਹੋਵੇ, ਬੜੀ ਛੇਤੀ ਪਹੁੰਚ ਹੋਵੇ, ਤਾਂ ਹੀ ਅਸੀਂ ਅੱਗੇ ਵਧ ਸਕਾਂਗੇ। ਹੁਣ ਸਵਾਲ ਇਹ ਹੈ ਕਿ ਪੰਜਾਬੀ ਦੇ ਨਾਲ ਅਸੀਂ ਦੁਨੀਆ ਦਾ ਗਿਆਨ ਤੇ ਨਹੀਂ ਲੈ ਸਕਦੇ। ਮੈਂ ਥੋੜਾ ਜਿਹਾ ਫਿਰ ਇੱਕ ਵਾਰੀ ਇਤਿਹਾਸ ਵੱਲ ਜਾਣਾ ਚਾਹਾਂਗਾ ਕਿ ਜਿਹੜੀ ਇਹ ਸਥਿਤੀ ਹੈ, ਇਹ ਕੋਈ ਨਵੀਂ ਨਹੀਂ ਹੈ ਮਨੁੱਖਤਾ ਦੇ ਵਾਸਤੇ। ਮਨੁੱਖ ਹਜ਼ਾਰਾਂ ਸਾਲਾਂ ਤੋਂ ਗਿਆਨ, ਵਿਗਿਆਨ, ਤਕਨੀਕ ਇੱਕ ਦੂਜੇ ਤੋਂ ਲੈਂਦਾ ਰਿਹਾ, ਸਿੱਖਦਾ ਰਿਹਾ। ਸਾਰੀ ਅਰਬਾਂ ਦਾ ਗਿਆਨ ਵਿਗਿਆਨ ਯੂਰਪ 'ਚ ਪਹੁੰਚਦਾ ਰਿਹਾ, ਯੂਰਪ ਦਾ ਸਾਡੇ ਤੱਕ ਪਹੁੰਚਦਾ ਰਿਹਾ। ਸਾਡਾ ਅਰਬਾਂ ਨਹੀਂ ਸਹੀ, ਉਹ ਲਤੀਨੀ 'ਚ ਅਨੁਵਾਦ ਹੋ ਕੇ ਸਾਰਾ ਪਹੁੰਚਦਾ ਰਿਹਾ। ਚਲੋ ਹੁਣ ਗਿਆਨ ਵਿਗਿਆਨ ਦੀ ਜਿਹੜੀ ਮਿਕਦਾਰ ਹੈ ਤੇ ਰਫ਼ਤਾਰ ਬੜੀ ਵੱਧ ਗਈ ਹੈ, ਤੇ ਉਹ ਉਨਾ ਸੌਖਾ ਨਹੀਂ ਹੈ ਜਿਵੇਂ ਪਹਿਲਾਂ ਹੁੰਦਾ ਸੀ, ਥੋੜੇ ਬੰਦੇ ਉਹ ਕੰਮ ਕਰ ਸਕਦੇ ਹਨ। ਤਾਂ ਇਹ ਜ਼ਰੂਰੀ ਹੈ ਕਿ ਅਸੀਂ ਹੋਰ ਭਾਸ਼ਾਵਾਂ ਸਿੱਖੀਏ। ਔਰ ਇਹ ਸੱਚ ਹੈ ਕਿ ਅੱਜ ਸਭ ਤੋਂ ਵੱਧ ਤੁਹਾਨੂੰ ਗਿਆਨ ਤੱਕ, ਜਿਹੜੀ ਵਿਗਿਆਨ ਤੱਕ ਪਹੁੰਚ, ਉਹ ਅੰਗਰੇਜ਼ੀ ਰਾਹੀਂ ਹੋ ਸਕਦੀ ਹੈ। ਔਰ ਪਰ ਇਹ ਵੀ ਨਹੀਂ ਹੈ ਕਿ ਸਾਰੀ ਦੁਨੀਆ ਦਾ ਗਿਆਨ ਵਿਗਿਆਨ ਅੰਗਰੇਜ਼ੀ 'ਚ ਆ ਰਿਹਾ, ਕਿਉਂਕਿ 750 ਕਰੋੜ ਦੇ ਕਰੀਬ ਦੁਨੀਆ ਦੀ ਆਬਾਦੀ ਹੈ, ਜਿਹਦੇ ਵਿੱਚੋਂ ਅੰਗਰੇਜ਼ੀ 35 ਕਰੋੜ ਦੀ ਸਿਰਫ ਮਾਤ ਭਾਸ਼ਾ ਹੈ। ਔਰ ਜੇ ਜ਼ਿਆਦਾ ਖਿੱਚ ਤੂ ਕੇ ਆਪਾਂ ਵਧਾ ਚੜਾ ਕੇ ਵੀ ਆંકੜੇ ਦਸੀਏ ਤਾਂ 150 ਹੱਦ 200 ਕਰੋੜ ਤੱਕ ਲੋਕ ਨੇ ਜਿਹੜੇ ਮਾੜੇ ਮੋਟੇ ਅੰਗਰੇਜ਼ੀ ਜਾਣਦੇ ਨੇ। ਤਾਂ 550 ਕਰੋੜ ਵਿਅਕਤੀ ਧਰਤੀ ਦੇ ਉੱਤੇ ਅਜਿਹਾ ਆ ਜਿਹਨੂੰ ਅੰਗਰੇਜ਼ੀ ਬਿਲਕੁਲ ਹੀ ਨਹੀਂ ਆਉਂਦੀ। ਨਾ ਅੰਗਰੇਜ਼ੀ 'ਚ ਆਪਣਾ ਗਿਆਨ ਵਿਗਿਆਨ ਦੇ ਸਕਦਾ, ਨਾ ਅੰਗਰੇਜ਼ੀ ਲੈ ਸਕਦਾ, ਪਰ ਉਹ ਵੀ ਲੈ ਦੇ ਰਿਹਾ। ਤਾਂ ਇਸ ਕਰਕੇ ਇਹ ਠੀਕ ਹੈ ਕਿ ਹੋਰ ਭਾਸ਼ਾਵਾਂ ਸਿੱਖਣਾ ਜ਼ਰੂਰੀ ਹੈ, ਔਰ ਜਿੰਨੀਆਂ ਸਿੱਖੀਆਂ ਜਾਣ ਉਨਾ ਚੰਗਾ। ਤਾਂ ਸਵਾਲ ਹੈ ਕਿ ਹੋਰ ਭਾਸ਼ਾ ਕਿਵੇਂ ਸਿੱਖੀ ਜਾਏ, ਬਿਹਤਰ ਕਿਵੇਂ ਸਿੱਖੀ ਜਾਏ। ਔਰ ਉਸ ਪਹਿਲਾਂ ਹੀ ਆਪਾਂ ਜ਼ਿਕਰ ਮੈਂ ਵੀ ਕੀਤਾ, ਔਰ ਡਾਕਟਰ ਬੂਟਾ ਸਿੰਘ ਹੋਰਾਂ ਨੇ ਵੀ ਕੀਤਾ ਕਿ ਸਾਰੀ ਦੁਨੀਆ ਦੀ ਖੋਜ, ਸਾਰੀ ਕਾਮਯਾਬ ਦੁਨੀਆ ਦਾ ਵਿਹਾਰ ਔਰ ਤਜਰਬਾ ਇਹ ਦੱਸਦਾ ਹੈ ਕਿ ਜੇ ਤੁਸੀਂ ਮਾਂ ਬੋਲੀ ਮਾਧਿਅਮ ਰਾਹੀਂ ਪੜ੍ਹਦੇ ਹੋ ਔਰ ਦੂਜੀ ਭਾਸ਼ਾ ਕਿਸੇ ਨੂੰ ਇੱਕ ਵਿਸ਼ੇ ਵਜੋਂ ਪੜ੍ਹਦੇ ਹੋ, ਤਾਂ ਤੁਹਾਨੂੰ ਦੂਜੀ ਵਿਦੇਸ਼ੀ ਭਾਸ਼ਾ ਉਸ ਨਾਲੋਂ ਬੰਦੇ ਨਾਲੋਂ ਵੱਧ ਹੈ ਕਿ ਜਿਹੜਾ ਉਸ ਮਾਧਿਅਮ 'ਚ ਪੜ੍ਹਦਾ, ਵਿਦੇਸ਼ੀ ਭਾਸ਼ਾ ਮਾਧਿਅਮ 'ਚ ਪੜ੍ਹਦਾ ਹੈ। ਤਾਂ ਚੰਗੀ ਗੱਲ ਹੈ, ਸਿੱਖਣੀ ਚਾਹੀਦੀ ਹੈ। ਤਾਂ ਔਰ ਉਹ ਵੀ ਨਾਲ ਮੈਂ ਇਹ ਵੀ ਗੱਲ ਜੋੜਨਾ ਚਾਹੁੰਦਾ ਕਿ ਇਹ ਵੀ ਭਰਮ ਹੈ ਕਿ ਜੇ ਤੁਸੀਂ ਛੇਤੀ ਬਚਪਨ ਤੋਂ ਸ਼ੁਰੂ ਕਰ ਦਿਓ, ਛੇਤੀ ਜ਼ਿਆਦਾ ਆ ਜਾਊਗੀ। ਖੋਜ ਇਹ ਵੀ ਦੱਸਦੀ ਹੈ ਕਿ 15 ਜਾਂ 20 ਸਾਲ ਤੋਂ ਬਾਅਦ ਜਿਹੜਾ ਸਮਾਂ ਵੀ ਘੱਟ ਲੱਗਦਾ ਕੋਈ ਹੋਰ ਭਾਸ਼ਾ ਸਿੱਖਣ ਨੂੰ, ਔਰ ਬਿਹਤਰ ਵੀ ਸਿੱਖੀ ਜਾਂਦੀ ਹੈ। ਹੁਣ ਇਹ ਥੋੜਾ ਤਕਨੀਕੀ ਮਾਮਲਾ ਹੈ ਕਿ ਮਾਤ ਭਾਸ਼ਾ ਮਾਧਿਅਮ ਵਾਲਾ ਅੰਗਰੇਜ਼ੀ ਬਿਹਤਰ। ਹੁਣ ਤੁਸੀਂ ਆਖੋਗੇ ਪੰਜਾਬ ਦੇ ਸਕੂਲਾਂ ਦੇ ਬੱਚੇ ਅੰਗਰੇਜ਼ੀ ਕਿਉਂ ਨਹੀਂ ਬੋਲਦੇ? ਉਹ ਇਸ ਕਰਕੇ ਨਹੀਂ, ਉੱਥੇ ਤੇ ਪੜ੍ਹਾਈ ਕੋਈ ਨਹੀਂ, ਉਹਨਾਂ ਨੂੰ ਪੰਜਾਬੀ ਕਿਹੜੀ ਆਉਂਦੀ ਹੈ, ਹੈਨੀ? ਉੱਥੇ ਤੇ ਪੜ੍ਹਾਈ ਹੈ ਨਹੀਂ। ਜੇ ਉਹਨਾਂ ਨੂੰ ਸੱਚੀ ਮੁੱਚੀ ਪੰਜਾਬੀ ਪੜ੍ਹਾਈ ਜਾਂ ਜਿਵੇਂ ਭਾਸ਼ਾ ਪੜ੍ਹਾਈ ਜਾਣੀ ਚਾਹੀਦੀ ਹੈ, ਤਾਂ ਉਹਨਾਂ ਨੂੰ ਅੰਗਰੇਜ਼ੀ ਵੀ ਫਿਰ ਬਹੁਤ ਆਵੇਗੀ, ਉਹਨਾਂ ਦੀ ਪੜ੍ਹਾਈ ਹੈ ਨਹੀਂ। ਤਾਂ ਇਸ ਕਰਕੇ ਸਿੱਖਣੀਆਂ ਚਾਹੀਦੀਆਂ ਹੋਰ ਭਾਸ਼ਾਵਾਂ, ਜ਼ਰੂਰੀ ਨੇ ਗਿਆਨ ਵਿਗਿਆਨ ਤਕਨੀਕ ਤੱਕ ਪਹੁੰਚ ਕਰ ਲਈ। ਜਿੰਨੀਆਂ ਹੁਣ ਓਨੀਆਂ ਥੋੜੀਆਂ ਨੇ, ਮੈਂ ਤੇ ਕਹਾਂਗਾ। ਔਰ ਨਾਲ ਇੱਕ ਗੱਲ ਮੈਂ ਇੱਥੇ ਇਹ ਜੋੜਨੀ ਚਾਹਾਂਗਾ, ਭਾਰਤ ਦੇ ਵਿੱਚ ਇਹ ਵੀ ਭਰਮ ਬਣਿਆ ਹੋਇਆ ਕਿ ਅੰਗਰੇਜ਼ੀ ਸਿੱਖ ਲਓ ਬਸ, ਹੋਰ ਕਿਸੇ ਦੀ ਲੋੜ ਨਹੀਂ। ਸਾਨੂੰ ਚੀਨ ਨਾਲ ਹਰ ਸਾਲ 4.5 ਲੱਖ ਕਰੋੜ ਤੋਂ ਵੱਧ ਦਾ ਵਪਾਰ ਦਾ ਘਾਟਾ ਪੈ ਰਿਹਾ। ਜੇ ਸਾਨੂੰ ਮਾੜੀ ਮੋਟੀ ਚੀਨੀ ਆਉਂਦੀ ਹੋਵੇ ਪੰਜਾਬੀਆਂ ਨੂੰ, ਤਾਂ ਹੌਜ਼ਰੀ ਹੁਜ਼ਰੀ ਦਾ ਸਮਾਨ ਕੋ ਲੁਧਿਆਣੇ ਵਾਲ ਦਾ ਆਪਾਂ ਹਰ ਇੱਕ ਚੀਜ਼ ਥੋੜਾ ਬਿਹਤਰ ਵੇਚ ਲਈਏ। ਤਾਂ ਚੀਨੀ ਭਾਸ਼ਾ ਨਾ ਹੋਣ ਕਰਕੇ, ਅੰਗਰੇਜ਼ੀ ਤੇ ਟੇਕ ਰੱਖਣ ਕਰਕੇ ਅਸੀਂ, ਪਰ ਚੀਨ ਦੇ ਵਿੱਚ ਅੰਗਰੇਜ਼ੀ ਰਾਹੀਂ ਤਾਂ ਵਪਾਰ ਹੋ ਨਹੀਂ ਸਕਦਾ। ਵੱਡੇ ਵੱਡੇ 2-4 ਸ਼ਹਿਰਾਂ ਥੋੜੇ ਜਿਹੇ ਬੰਦੇ ਉਹਨਾਂ ਦੀ ਅੰਗਰੇਜ਼ੀ ਜਾਣਦੇ ਨੇ। ਜੇ ਚੀਨ ਦੇ ਅੰਦਰ ਤੱਕ ਤੁਸੀਂ ਵਪਾਰ ਕਰਨਾ ਹੈ ਤਾਂ ਤੁਹਾਨੂੰ ਫਿਰ ਚੀਨੀ ਭਾਸ਼ਾ ਹੋਣੀ ਚਾਹੀਦੀ ਹੈ। ਪਰ ਸਾਡੇ ਉਹ ਮਤਲਬ ਪਟਿਆਲੇ ਵੀ ਆ ਜਾਂਦੇ ਨੇ, ਛੋਟੇ ਛੋਟੇ ਕਸਬਿਆਂ ਦੇ ਵਿੱਚ ਉਹਨਾਂ ਨੂੰ ਬੰਦੇ ਲੱਭ ਜਾਂਦੇ ਨੇ ਜਿਨ੍ਹਾਂ ਨੂੰ ਮਾੜੀ ਮੋਟੀ ਅੰਗਰੇਜ਼ੀ ਆਉਂਦੀ ਹੈ, ਤੇ ਉਹ ਆਪਣਾ ਸਮਾਨ ਵੇਚ ਜਾਂਦੇ ਨੇ। तो इस करके होर भाषावां सिर्फ अंग्रेजी नहीं, सानू फ्रांसीसी सीखनी चाहिए। और चीनी बड़ी महत्वपूर्ण है। तुसीं वेखो चीनी सीखण दा दुनिया दे उत्ते तूफान आया होया है। इस करके कि चीज सब तो वध इस टाइम समान चीन दा विक रहा है। सब तो जिहड़ी वड्डी आर्थिकता है, जिहड़ी उन्हां दा हर साल जिहड़ा पैदावार हुंदी है, सब तो वध चीन दी हुंदी है, चीन नालों भी हुण। तां इस करके पहली गल ते है कि सानू अंग्रेजी सीखनी चाहिए है, ठीक ढंग नाल सीखनी चाहिए है। मैं ते एक गल दा हर वारी जिक्र करना भी ब्रिटिश काउंसिल एक ऐसी संस्था है इंग्लैंड दी जिहदा काम दुनिया दे उत्ते अंग्रेजी पढ़ाना और अंग्रेजी पढ़ाउण दे विच मदद करना है। वो आईलैट्स दा इम्तिहान लैंदी है, वो आईलैट्स ते बैंड दिंदी है, वो आईलैट्स दीयां फीसां लैंदी है। ब्रिटिश काउंसिल दी 2017-26 किताब दे दूजे पन्ने दे उत्ते, तीजे पन्ने दे उत्ते लिखिया होया है, भाई जे तुसीं अंग्रेजी चंगी तरह सीखनी है ते अंग्रेजी माध्यम नाल नहीं आउणी,
ਤੁਸੀਂ ਠੀਕ ਪੜ੍ਹਾਈ ਕਰੋ, ਆਪਣੀ ਮਾਂ ਬੋਲੀ ਮਾਧਿਅਮ ਚ ਕਰੋ, ਤਾਂ ਅੰਗਰੇਜ਼ੀ ਨੂੰ ਇੱਕ ਵਿਸ਼ਾ ਜੋ ਥੋੜਾ ਦੇਰ ਨਾਲ ਪੜ੍ਹੋ, ਤੁਹਾਨੂੰ ਅੰਗਰੇਜ਼ੀ ਬਿਹਤਰ ਆਊਗੀ। ਹੁਣ ਜੇ ਆਪਾਂ ਬ੍ਰਿਟਿਸ਼ ਕਾਉਂਸਲ ਦੀ ਨਹੀਂ ਮੰਨਦੇ, ਜਿਹਦਾ ਕੰਮ ਹੀ ਅੰਗਰੇਜ਼ੀ ਬਾਰੇ ਉਸ ਤੋਂ ਵੱਧ ਕਿਹੜਾ ਬੰਦਾ ਜਾਣ ਸਕਦਾ ਹੈ ਵੀ ਅੰਗਰੇਜ਼ੀ ਕਿਵੇਂ ਪੜ੍ਹਨੀ ਚਾਹੀਦੀ ਹੈ, ਤੇ ਉਹਦਾ ਚੰਡੀਗੜ੍ਹ ਦਫ਼ਤਰ ਹੈ। ਤੇ ਜੇ ਆਪਾਂ ਉਹਦੀ ਸੁਣਦੇ ਨਹੀਂ, ਮੰਨਦੇ ਨਹੀਂ, ਤੇ ਆਪਾਂ ਨੁਕਸਾਨ ਹੀ ਆਪਣਾ ਕਰਨਾ ਹੈ, ਔਰ ਆਪਣਾ ਬਹੁਤ ਜ਼ਿਆਦਾ ਹੋ ਰਿਹਾ, ਆਪਣਾ ਅੰਗਰੇਜ਼ੀ ਸਿੱਖਣ ਚ ਵੀ ਨੁਕਸਾਨ ਹੋ ਰਿਹਾ ਹੈ। ਇਹ ਗੱਲ ਹੁਣ ਮੈਂ ਕਹਿ ਸਕਦਾ ਵਾਂ ਕਿ ਜਿਹੜੇ ਪਹਿਲਾਂ 6ਵੀਂ ਤੋਂ ਅੰਗਰੇਜ਼ੀ ਪੜ੍ਹਦੇ ਸਨ, ਉਹਨਾਂ ਦੀ ਅੰਗਰੇਜ਼ੀ ਹੁਣ ਵਾਲੇ ਅੰਗਰੇਜ਼ੀ ਮਾਧਿਅਮ ਨਾਲੋਂ ਪੁਖਤਾ ਹੈ। ਮੈਂ ਐਵੇਂ ਇਹ ਸਿਰਫ ਨਾ ਲੋਕਾਂ ਨੂੰ ਐਵੇਂ ਰੋਮਾਂਚ ਵਾਸਤੇ ਨਹੀਂ, ਕਿ ਸੈਂਸੇਸ਼ਨ ਵਾਸਤੇ ਨਹੀਂ ਕਹਿ ਰਿਹਾ, ਇਹ ਸੱਚਾਈ ਹੈ, ਔਰ ਇਹ ਪਰਖ ਕਰਕੇ ਵੇਖਿਆ ਜਾ ਸਕਦਾ ਹੈ, ਔਰ ਕੀਤਾ ਜਾ ਸਕਦਾ ਹੈ ਕਿ ਉਹਨਾਂ ਦੀ ਪਹਿਲਿਆਂ ਦੀ ਅੰਗਰੇਜ਼ੀ ਜਿਹੜੀ ਹੈ, ਉਹ ਉਹਨਾਂ ਦੀ ਜਿਹੜੀ ਸਮਰੱਥਾ ਹੈ ਅੰਗਰੇਜ਼ੀ ਦੇ ਵਿੱਚ ਗੱਲ ਕਰਨ ਦੀ, ਲਿਖਣ ਦੀ, ਔਰ ਜ਼ਿਆਦਾ ਵਧੀਆ ਲਿਖਣ ਦੀ, ਵੱਡੇ ਪੱਧਰ ਤੇ ਲਿਖਣ ਦੀ, ਉਹ ਹੁਣ ਵਾਲਿਆਂ ਨਾਲ ਇਹਨਾਂ ਦੀ ਅੰਗਰੇਜ਼ੀ ਦੇ ਕਾਪੀ ਤੇ 2 ਪੰਨਿਆਂ 'ਚ ਹੀ ਮੁੱਕ ਜਾਂਦੀ ਹੈ। ਸੋ ਇਸ ਕਰਕੇ ਆਪਾਂ ਨੂੰ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ। ਤੇ ਜੇ ਫਰਾਂਸੀਸੀ ਸਿੱਖਣੀ ਹੈ ਤੇ ਫਿਰ ਫਰਾਂਸ ਵਾਲਿਆਂ ਦੀ ਸੁਣੀਏ, ਲਾ ਫਰਾਂਸੈਸ ਕੀ ਆਂਦੀ ਹੈ, ਫ੍ਰੈਂਚ ਕਿਵੇਂ ਸਿੱਖੋ। ਜੇ ਚੀਨੀ ਸਿੱਖਣੀ ਹੈ ਤਾਂ ਕਨਫਿਊਸ਼ੀਅਸ ਇੰਸਟੀਚਿਊਟ ਤੋਂ ਪੁੱਛੀਏ ਭਾਈ ਚੀਨੀ ਕਿਵੇਂ ਸਿੱਖਣੀ ਹੈ, ਤੇ ਜੇ ਅੰਗਰੇਜ਼ੀ ਸਿੱਖਣੀ ਹੈ ਤੇ ਫਿਰ ਆਪਾਂ ਬ੍ਰਿਟਿਸ਼ ਕਾਉਂਸਲ ਤੋਂ ਪੁੱਛੀਏ ਭਾਈ ਅੰਗਰੇਜ਼ੀ ਕਿਵੇਂ ਸਿੱਖਣੀ ਹੈ, ਜਿਹਦਾ ਦਫ਼ਤਰ ਚੰਡੀਗੜ੍ਹ 'ਚ ਵੀ ਹੈ ਵੇ ਜੀ। ਸੋ ਮੈਂ ਸਮਝਦਾ ਕਿ ਜ਼ਰੂਰ ਸਿੱਖੀ ਅੰਗਰੇਜ਼ੀ, ਔਰ ਦੁਨੀਆ ਦੇ ਗਿਆਨ ਤੱਕ ਜਿੰਨੀ ਆਪਾਂ ਜ਼ਿਆਦਾ ਰਸਾਈ ਹੋਵੇ ਉਹ ਬਹੁਤ ਜ਼ਰੂਰੀ ਹੈ, ਔਰ ਚੰਗੀ ਗੱਲ ਹੈ। ਹੋਰ ਭਾਸ਼ਾਵਾਂ ਵੀ ਸਿੱਖੀਏ, ਪਰ ਉਹਦੇ ਸਿੱਖਣ ਦਾ ਤਰੀਕਾ ਇਹ ਨਹੀਂ ਕਿ ਆਪਾਂ ਆਪਣੀਆਂ ਭਾਸ਼ਾਵਾਂ ਨੂੰ ਬਾਹਰ ਕੱਢ ਕੇ ਉਹਦੇ ਨਾਲ ਸਾਡੇ ਜਿਹੜੇ ਨੁਕਸਾਨ ਨੇ ਉਹਨਾਂ ਦਾ ਲੇਖਾ ਜੋਖਾ ਨਹੀਂ ਕੀਤਾ ਜਾਂਦਾ। ਗਿਣਤੀ ਮਿੰਤੀ ਨਹੀਂ ਹੋ ਸਕਦੀ, ਐਡੇ ਵੱਡੇ ਹੁੰਦੇ ਨੇ। ਧੰਨਵਾਦ ਜੀ। ਦੋਸਤੋ, ਵਕਤ ਵੀ ਬਹੁਤ ਹੋ ਗਿਆ। ਮੈਂ ਸਾਡੇ ਚਿੰਤਕਾਂ ਨੂੰ ਇੱਕ ਸਵਾਲ ਆਪਣੇ ਵੱਲੋਂ ਕਰੂੰਗਾ, ਉਸ ਤੋਂ ਬਾਅਦ ਅਸੀਂ ਕੁਝ ਸਵਾਲ ਤੁਹਾਡੇ ਵੱਲੋਂ ਲਵਾਂਗੇ। ਡਾਕਟਰ ਬੂਟਾ ਸਿੰਘ ਬਰਾੜ ਜੀ, ਸਵਾਲ ਇਹ ਹੈ ਕਿ ਅੱਜ ਦਾ ਦੌਰ, ਜਦੋਂ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਦੌਰ ਚੋਂ ਲੰਘ ਰਹੇ ਹਾਂ, ਤਾਂ ਸੋਸ਼ਲ ਮੀਡੀਆ ਬਹੁਤ ਮਹੱਤਵਪੂਰਨ ਹੈ, ਜਿਹਨੇ ਜ਼ਿੰਦਗੀ ਦੇ ਹਰ ਸ਼ੋਬੇ ਨੂੰ ਪ੍ਰਭਾਵਿਤ ਕੀਤਾ ਹੈ, ਤੇ ਭਾਸ਼ਾ ਵੀ ਇਹ ਤੋਂ ਬਚੀ ਨਹੀਂ। ਭਾਸ਼ਾ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਸੋਸ਼ਲ ਮੀਡੀਆ ਰਾਹੀਂ ਵਾਪਰ ਰਹੀਆਂ ਨੇ। ਭਾਸ਼ਾ ਜਦੋਂ ਸੋਸ਼ਲ ਮੀਡੀਆ ਤੇ ਆ ਰਹੀ ਹੈ ਤਾਂ ਉਹ ਭਾਸ਼ਾ ਨੂੰ ਸਵਾਰ ਰਿਹਾ ਹੈ ਜਾਂ ਵਿਗਾੜ ਰਿਹਾ ਹੈ? ਕਿਸ ਕਿਸਮ ਦੇ ਪ੍ਰਭਾਵ ਸਾਡੀ ਭਾਸ਼ਾ ਤੇ, ਖਾਸ ਤੌਰ ਤੇ ਪੰਜਾਬੀ ਦੀ ਦ੍ਰਿਸ਼ਟੀ ਤੋਂ, ਕਿਸ ਕਿਸਮ ਦੇ ਪ੍ਰਭਾਵ ਸੋਸ਼ਲ ਮੀਡੀਆ ਦੇ ਪੈ ਰਹੇ ਨੇ? ਇਹਦੇ ਬਾਰੇ ਥੋੜਾ ਜਿਹਾ ਜਾਨਣਾ ਪਾਓ। ਦੇਖੋ ਡਾਕਟਰ ਸਾਹਿਬ, ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਜੋ ਸੋਸ਼ਲ ਮੀਡੀਆ ਇਹ ਅੱਜ ਕੱਲ ਪਪੂਲਰ ਵੀ ਬਹੁਤ ਹੈ ਜੀ, ਔਰ ਇਹ ਦੋ ਧਾਰੀ ਤਲਵਾਰ ਦੀ ਤਰ੍ਹਾਂ ਵੀ ਹੈ ਜੀ, ਔਰ 21ਵੀਂ ਸਦੀ ਦਾ ਇੱਕ ਤੇਜ਼ ਤਰਾਰ ਸੰਚਾਰ ਸਾਧਨ ਵੀ ਹੈ। ਮਨੁੱਖੀ ਜੀਵਨ ਨੂੰ ਇਹ ਪੂਰੇ ਸੰਸਾਰ ਨਾਲ ਜੋੜਦਾ ਵੀ ਹੈ, ਤੇ ਮਨੁੱਖੀ ਜੀਵਨ ਨੂੰ ਪੂਰੇ ਸੰਸਾਰ ਨਾਲੋਂ ਤੋੜਦਾ ਵੀ ਜੀ। ਇਹਦੇ ਨਾਲ ਹੀ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਸਮਾਜਿਕ ਰਿਸ਼ਤੇ ਵੀ ਬਣ ਰਹੇ ਆ, ਤੇ ਬਹੁਤ ਸਾਰੇ ਸਮਾਜਿਕ ਰਿਸ਼ਤਿਆਂ ਦਾ ਘਾਣ ਵੀ ਹੋ ਰਿਹਾ ਜੀ। ਬਿਲਕੁਲ। ਜੇ ਅਸੀਂ ਭਾਸ਼ਾ ਦੇ ਮਾਮਲੇ ਵਿੱਚ ਗੱਲ ਕਰੀਏ ਤਾਂ ਇਹ ਇੱਕ ਨਵੀਂ ਜਿਹੜੀ ਭਾਸ਼ਾ ਉਹ ਸਿਰਜ ਰਿਹਾ, ਨਵੇਂ ਲੇਖਕ ਬਣਨ ਦੀ ਪ੍ਰਯੋਗਸ਼ਾਲਾ ਵੀ ਬਣ ਰਿਹਾ ਜੀ। ਪਰ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਨਾਲ ਭਾਸ਼ਾ ਦੇ ਵਿੱਚ ਕਈ ਕਿਸਮ ਦੇ ਵਿਗਾੜ ਵੀ ਪੈਦਾ ਹੋ ਰਹੇ ਨੇ। ਦਰਅਸਲ ਜੇ ਤਾਂ ਇਸ ਦੀ ਵਰਤੋਂ ਪ੍ਰੌੜ ਲੇਖਕ ਜਿਹੜੇ ਕਰਦੇ ਆ, ਉਹਨਾਂ ਰਾਹੀਂ ਤਾਂ ਭਾਸ਼ਾ ਦੀ ਉਹ ਭਾਸ਼ਾ ਪ੍ਰਤੀ ਬੜੇ ਸੁਚੇਤ ਨੇ, ਔਰ ਬੜੇ ਸੁਲਝੇ ਤਰੀਕੇ ਦੇ ਨਾਲ ਉਹ ਵਰਤੋਂ ਕਰ ਰਹੇ ਆ, ਔਰ ਤੋਂ ਉਹਨਾਂ ਤੋਂ ਸਾਨੂੰ ਬੜਾ ਕੁਝ ਪ੍ਰਾਪਤ ਵੀ ਹੁੰਦਾ, ਗਿਆਨ ਦਾ ਸਰੋਤ ਵੀ ਬਣਦਾ ਸਾਡੀ ਉਹ ਜਿਹੜੇ ਹੈਗੇ ਉਹਨਾਂ ਦੀਆਂ ਲਿਖਤਾਂ। ਪਰ ਦੂਸਰੇ ਪਾਸੇ ਆਮ ਲੋਕ, ਨੌਜਵਾਨ ਪੀੜ੍ਹੀ ਵੀ ਇਹ ਭਾਸ਼ਾ ਦੀ ਵਰਤੋਂ ਕਰ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਜੀ, ਔਰ ਉਹ ਮੇਰੇ ਸਮਝ ਦੇ ਵਿੱਚ ਬਹੁਤਾ ਵਿਗਾੜ ਪੈਦਾ ਕਰ ਰਹੀ ਹੈ। ਮਸਲਨ ਇੱਕ ਤਾਂ ਇਹ ਕਿ ਸੋਸ਼ਲ ਮੀਡੀਆ ਤੇ ਜਿਹੜੀ ਭਾਸ਼ਾ ਵਰਤੀ ਜਾ ਰਹੀ ਹੈ ਉਹ ਮਿਸ਼ਰਤ ਜਿਹੀ ਭਾਸ਼ਾ ਹੈ, ਮਿਸ਼ਰਤ ਭਾਸ਼ਾ ਦੀ ਵਰਤੋਂ ਹੋ ਰਹੀ ਹੈ, ਜਿਹਦੇ ਵਿੱਚ ਅੰਗਰੇਜ਼ੀ ਵੀ ਸ਼ਾਮਲ ਹੁੰਦੀ ਹੈ, ਜਿਹਦੇ ਵਿੱਚ ਹਿੰਦੀ ਵੀ ਸ਼ਾਮਲ ਹੁੰਦੀ ਹੈ। ਜਿਵੇਂ ਆਪਾਂ ਮਿਸ ਕਰਨਾ, ਮਿਸ ਕਾਲ ਮਾਰਨੀ, ਚਾਰਜ ਕਰਨਾ, ਚੈਨਲ ਚਲਾਉਣਾ ਜੀ, ਡਿਸ਼ ਲਾਉਣਾ, ਨੈਟਵਰਕ ਬਿਜ਼ੀ ਹੋਣਾ, ਸਰਵਰ ਡਾਊਨ ਹੋਣਾ, SMS ਭੇਜਣਾ, ਇਸ ਤਰ੍ਹਾਂ ਦੀ ਫਰੇਜ਼ਸ ਨੇ ਜਿਹੜੇ ਵਾਕਾਂਸ਼ ਨੇ ਉਹ ਉਹਦੇ ਚ ਆ ਰਹੇ ਆ। ਸ਼ਬਦ ਜੋੜਾਂ ਦੇ ਪ੍ਰਤੀ ਬੜੀ ਅਣਗਹਿਲੀ ਉਹਦੇ ਚ ਦੇਖਣ ਨੂੰ ਮਿਲਦੀ ਹੈ। ਜਾਂ ਤਾਂ ਉਹ ਰੋਮਨ ਦੇ ਵਿੱਚ ਲਿਖਿਆ ਜਾ ਰਿਹਾ, ਰੋਮਨ ਭਾਸ਼ਾ, ਰੋਮਨ ਲਿਪੀ ਦੇ ਵਿੱਚ, ਵੈਸੇ ਹੀ ਪੰਜਾਬੀ ਜਿਹੜੀ ਸਹੀ ਤਰੀਕੇ ਨਾਲ ਨਹੀਂ ਲਿਖੀ ਜਾ ਸਕਦੀ ਜੀ। ਇੱਕ ਉਹਦੇ ਤੇ ਭਾਸ਼ਾ ਦਾ ਬੇਲੋੜਾ ਸੰਖੇਪੀਕਰਨ ਵੀ ਕੀਤਾ ਜਾ ਰਿਹਾ, ਜਿਵੇਂ ਬ੍ਰਦਰ ਲਈ ਬ੍ਰੋ, ਸਿਸ, ਪਾ, ਗਾਇਜ਼, ਵਟਸਐਪ ਕੀ ਚੱਲ ਰਿਹਾ, ਇਹਨੂੰ ਇਸ ਤਰ੍ਹਾਂ ਬੋਲਦੇ ਆ। ਔਰ ਸਭ ਤੋਂ ਮਾੜਾ ਪੱਖ ਮੈਂ ਇਹ ਦੇਖਿਆ ਸੋਸ਼ਲ ਮੀਡੀਆ ਦੇ ਉੱਪਰ, ਇੱਕ ਗਾਲੀ ਗਲੋਚ ਵਾਲੀ ਭਾਸ਼ਾ ਦਾ ਬੜਾ ਵਰਤਾਰਾ ਵੇਖਣ ਨੂੰ ਮਿਲਦਾ। ਬਿਲਕੁਲ ਬਿਲਕੁਲ ਬਿਲਕੁਲ। ਪਹਿਲਾਂ ਸਾਨੂੰ
ਇਹ ਜਿਹੜੀ ਇਹੀ ਭੱਦੀ ਭਾਸ਼ਾ ਸਿਰਫ ਲੁਕਵੇਂ ਰੂਪ ਦੇ ਵਿੱਚ ਸਾਨੂੰ ਕੁਝ ਥਾਵਾਂ ਤੇ ਮਿਲਦੀ ਸੀ ਦੇਖਣ ਲਈ, ਪਰ ਇਹ ਸ਼ਰੇਆਮ ਵਤਾਰਾ ਹੁਣ ਜਾਣਬੁੱਝ ਕੇ ਕੀਤਾ ਜਾ ਰਿਹਾ। ਸੋ ਬਹੁਤ ਮਾੜਾ ਪੱਖ ਹੈ ਜਿਹੜਾ ਸੋਸ਼ਲ ਮੀਡੀਆ ਦੀ ਵਰਤੋਂ ਸਹੀ ਜੇ ਮਾਇਨਿਆਂ 'ਚ ਕਰੀਏ ਤਾਂ ਇਹਦਾ ਫਾਇਦਾ ਵੀ ਬਹੁਤ ਹੈ, ਜੇ ਇਸ ਤਰੀਕੇ ਦੇ ਨਾਲ ਇਹਦੇ 'ਚ ਸ਼ਰਾਰਤੀ ਦੇ ਪੱਖ ਤੋਂ ਜਾਂ ਨੈਗੇਟਿਵ ਸੈਂਸ ਦੇ ਵਿੱਚ ਕਰਨ ਲੱਗ ਜਾਈਏ ਤਾਂ ਬੜਾ ਨੁਕਸਾਨ ਵੀ ਕਰ ਰਿਹਾ ਜੀ। ਇਸ ਲਈ ਇਹ ਬੜਾ ਮਤਲਬ ਮੈਂ ਸਮਝਦਾ ਕਿ ਇੱਧਰ ਸੁਚੇਤ ਹੋਣ ਦੀ ਲੋੜ ਹੈ। ਬਿਲਕੁਲ, ਸੋਸ਼ਲ ਮੀਡੀਆ ਦੇ ਜਿਹੜੇ ਚੰਗੇ ਮਾੜੇ ਪੱਖ ਨੇ ਉਹਨਾਂ ਤੇ ਚਰਚਾ ਕੀਤੀ ਡਾਕਟਰ ਬੂਟਾ ਸਿੰਘ ਬਰਾੜ ਨੇ। ਬੜੇ ਵੱਡੇ ਇਸ਼ੂ ਨੇ ਇਸ ਮਾਮਲੇ 'ਚ। ਭਾਸ਼ਾ ਨੂੰ ਗਲੋਬਲ ਪੱਧਰ ਤੱਕ ਲਿਜਾਣ ਦੇ ਵਿੱਚ ਬੜੀ ਸਕਾਰਾਤਮਕ ਭੂਮਿਕਾ ਵੀ ਹੈ ਸੋਸ਼ਲ ਮੀਡੀਆ ਦੀ, ਪਰ ਭਾਸ਼ਾ ਨੂੰ ਵਿਗਾੜਨ ਦੇ ਮਾਮਲੇ 'ਚ ਨਕਾਰਾਤਮਕ ਭੂਮਿਕਾ ਵੀ ਹੈ ਸੋਸ਼ਲ ਮੀਡੀਆ ਦੀ। ਇਹ ਤੇ ਲੰਮੀ ਚਰਚਾ ਕੀਤੀ ਜਾ ਸਕਦੀ ਹੈ, ਅਗਲੇ ਦੌਰ ਦੇ ਕਿਤੇ ਸਬਜੈਕਟ ਸਾਡੇ ਲਈ ਹੋਣਗੇ। ਡਾਕਟਰ ਜੋਗਾ ਸਿੰਘ ਜੀ, ਬੂਟਾ ਸਿੰਘ ਬਰਾੜ ਹੋਰਾਂ ਨੇ ਸ਼ਬਦ ਜੋੜਾਂ ਤੇ ਥੋੜੀ ਜਿਹੀ ਗੱਲ ਕੀਤੀ ਹੈ, ਤੇ ਇਹ ਉਂਗਲ ਕਿਤੇ ਨਾ ਕਿਤੇ ਭਾਸ਼ਾ ਨਾਲ ਜੁੜੇ ਹੋਏ ਅਦਾਰਿਆਂ ਤੇ ਭਾਸ਼ਾ ਵਿਗਿਆਨੀਆਂ ਤੇ ਵੀ ਉੱਠਦੀ ਹੈ ਕਿ ਪੰਜਾਬੀ ਦੇ ਵਿੱਚ ਨਾ ਤਾਂ ਅਸੀਂ ਕੋਈ ਨਵੇਂ ਸ਼ਬਦਾਵਲੀ ਐਡ ਕਰ ਸਕੇ ਹਾਂ, ਜਿਵੇਂ ਹਿੰਦੀ ਵਾਲਿਆਂ ਨੇ ਬਹੁਤ ਕੁਝ ਐਡ ਕੀਤਾ, ਤੇ ਪੰਜਾਬੀ ਦੇ ਵਿੱਚ ਸ਼ਬਦ ਜੋੜਾਂ ਦੀ ਇਕਸਾਰਤਾ ਵੀ ਨਹੀਂ ਹੈਗੀ। ਇੱਕੋ ਸ਼ਬਦ ਦੇ ਕਈ ਰੂਪ ਨੇ, ਲਿਖਣ ਪੱਖੋਂ ਵੀ ਕਈ ਰੂਪ ਨੇ, ਤੇ ਇਹ ਸਾਰਾ ਕੁਝ ਅਧਿਆਪਨ ਦੇ ਮਾਮਲੇ 'ਚ ਬੜੀਆਂ ਸਮੱਸਿਆਵਾਂ ਵੀ ਪੈਦਾ ਕਰ ਰਿਹਾ। ਤੇ ਮੈਂ ਕਿਉਂਕਿ ਅਧਿਆਪਨ ਦੇ ਖੇਤਰ ਨਾਲ ਜੁੜਿਆ ਹੋਇਆ ਤੇ ਬਹੁਤ ਸਾਰੇ ਸਵਾਲ ਦਿਨ ਦੇ ਵਿੱਚ 1-2 ਫੋਨ ਲਗਭਗ ਇਸ ਤਰ੍ਹਾਂ ਦੇ ਆਉਂਦੇ ਨੇ ਕਿ ਆਹ ਸ਼ਬਦ ਕਿਵੇਂ ਲਿਖਿਆ ਜਾਊਗਾ ਜੀ। ਸੋ ਇਸ ਕਿਸਮ ਦੇ ਮਸਲਿਆਂ ਤੇ ਜਿਹੜੀ ਭਾਸ਼ਾ ਨਾਲ ਜੁੜੇ ਹੋਏ ਅਦਾਰੇ ਨੇ ਤੇ ਭਾਸ਼ਾ ਨਾਲ ਜੁੜੇ ਹੋਏ ਵਿਗਿਆਨੀ ਨੇ, ਬੰਦੇ ਨੇ, ਉਹਨਾਂ ਪ੍ਰਤੀ ਵੀ ਉਂਗਲਾਂ ਉੱਠਦੀਆਂ ਨੇ। ਤੇ ਤੁਸੀਂ ਵੀ ਭਾਸ਼ਾ ਨਾਲ ਲੰਮਾ ਸਮਾਂ ਜੁੜੇ ਰਹੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ? ਹਾਂਜੀ, ਬਿਲਕੁਲ ਜੀ, ਬਿਲकुल। ਹਾਂਜੀ, ਅਰਜ਼ੇ ਵੇ ਕਿ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਕਿ ਪਹਿਲੀ ਗੱਲ ਮੈਂ ਸ਼ਬਦ ਜੋੜਾਂ ਦੀ ਇਕਸਾਰਤਾ ਦੀ ਕਰਾਂਗਾ ਜੀ। ਜਿੰਨੀ ਸ਼ਬਦ ਜੋੜਾਂ ਦੀ ਅਰਾਜਕਤਾ ਅੰਗਰੇਜ਼ੀ ਭਾਸ਼ਾ 'ਚ ਹੈ ਜੀ, ਇੰਨੀ ਪੰਜਾਬੀ 'ਚ ਤੇ ਹੈ। ਪਰ ਅੰਗਰੇਜ਼ੀ ਤੇ ਕੋਈ ਇਹੋ ਜਿਹਾ ਕਿੰਤੂ ਨਹੀਂ ਕਰਦਾ। ਅੰਗਰੇਜ਼ੀ ਦੇ ਵਿੱਚ ਸ਼ਬਦਾਂ ਜੋੜਾਂ ਦੀ ਅਰਾਜਕਤਾ ਹੈ। ਤੁਸੀਂ ਨੈਟ ਤੇ ਵੇਖੋ ਕਿ ਪੁਲਿਸ ਨੂੰ ਤਾਂ PL ਹੀ ਲਿਖਦੇ ਨੇ, ਟੂ ਨੂੰ ਵੀ ਦੂਜੇ ਹਿੰਸੇ ਜਿਹੜੇ ਨੇ ਅੰਕੀ 2 ਪਾ ਦਿੱਤਾ ਜਾਂਦਾ ਹੈ। ਔਰ ਅਮਰੀਕਾ ਦੇ ਸਪੈਲਿੰਗਾਂ ਦਾ, ਇੰਗਲੈਂਡ ਦੇ ਸਪੈਲਿੰਗਾਂ ਦਾ, ਅਫਰੀਕਾ ਦੀ ਅੰਗਰੇਜ਼ੀ ਦੇ ਜਿਹੜੇ ਸ਼ਬਦ ਜੋੜਾਂ ਦਾ, ਉਹਨਾਂ ਦਾ ਆਪਸ ਦੇ ਵਿੱਚ ਬਹੁਤ ਫਰਕ ਹੈ। ਤਾਂ ਇੱਕ ਟੁਚਰਾਂ ਜੀਆਂ ਸਾਡੇ ਉੱਤੇ ਡਾਲ ਦਿੱਤੀਆਂ ਜਾਂਦੀਆਂ ਨੇ ਕਿ ਸ਼ਬਦ ਜੋੜਾਂ ਦੀ ਇਕਸਾਰਤਾ ਨਹੀਂ ਹੈ। ਵੈਸੇ ਜਿਹੜਾ ਜਦ ਤੁਸੀਂ ਤੇ ਲੇਖਕ ਹੋ, ਜਦੋਂ ਲੇਖਕ ਇੱਕ ਲਿਖ ਰਿਹਾ ਹੈ, ਆਪਣਾ ਨਾਵਲ ਕਹਾਣੀ ਲਿਖ ਰਿਹਾ ਹੈ, ਤਾਂ ਉਹ ਪਾਤਰਾਂ ਦੀ ਭਾਸ਼ਾ ਲਿਖ ਰਿਹਾ ਹੈ। ਤਾਂ ਪਾਤਰਾਂ ਦੀ ਭਾਸ਼ਾ ਦੇ ਵਿੱਚ ਜਿਹੜੇ ਸ਼ਬਦ ਜੋੜਾਂ ਦੀ ਇਕਸਾਰਤਾ ਲੈ ਵੀ ਆਦੀ, ਸ਼ਬਦ ਜੋੜ ਕੋਸ਼ ਬਣਿਆ ਵੀ ਪਿਆ ਹੈ। ਜੇ ਤੁਸੀਂ ਸ਼ਬਦ ਜੋੜ ਕੋਸ਼ ਵਾਲੇ ਉੱਥੇ ਤੁਸੀਂ ਸ਼ਬਦ ਜੋੜ ਲਿਖ ਦਿਓਗੇ ਤੇ ਤੁਹਾਡੀ ਤੇ ਕਹਾਣੀ ਕਵਿਤਾ ਤੇ ਸਹਿਤ ਸਾਰਾ ਮਾਰਿਆ ਜਾਏਗਾ। ਉੱਥੇ ਤੇ ਜਿਵੇਂ ਪਾਤਰ ਬੋਲ ਰਿਹਾ ਉਹਦੇ ਮੁਤਾਬਕ ਤੁਸੀਂ ਸ਼ਬਦ ਜੋੜ ਦੇਣੇ ਨੇ। ਤੋ ਇਸ ਕਰਕੇ ਥੋੜੀ ਬਹੁਤੀ ਸ਼ਬਦਾਂ ਦੇ ਵਖਰੇਵੇਂ, ਉਪਬੋਲੀਆਂ ਦੇ ਪ੍ਰਭਾਵ ਕਰਕੇ, ਹੋਰ ਕਾਰਨਾਂ ਕਰਕੇ ਇਹ ਰਹਿੰਦੇ ਨੇ। ਔਰ ਇਹ ਕੋਈ ਵੱਡੀ ਔਗਣ ਵਾਲੀ ਗੱਲ ਨਹੀਂ ਹੈ ਕਿ ਮੈਂ ਜਿਹੜਾ ਆ ਜਾਣਾ ਨੂੰ ਮਾਨਯੋਗ ਨੂੰ ਨੰਨੇ ਨਾਲ ਲਿਖਣਾ ਜਾਂ ਅਣਾਣੇ ਨਾਲ ਲਿਖਣਾ। ਮੈਂ ਰਿਸਪੈਕਟਡ ਲਿਖਣਾ ਜਿਹੜਾ ਮੈਨੂੰ ਜਿਹੜਾ ਬੁਰਾ ਲੱਗੇਗਾ, ਪੰਜਾਬੀ ਬੰਦਾ ਜੇ ਲਿਖੇ ਤੇ ਮਾਨਯੋਗ ਤੋਂ ਨੰਨੇ ਨਾਲ ਲਿਖ ਦਿਓ, ਅਣਾਣੇ ਨਾਲ ਲਿਖ ਦਿਓ, ਉਹਦੇ ਨਾਲ ਕੋਈ ਤੂਫਾਨ ਨਹੀਂ ਆਉਣ ਲੱਗਾ। ਉਹ ਪੰਜਾਬੀ ਹੈ ਤੇ ਜਿਹੜਾ ਮਾਨਯੋਗ ਬੋਲਦਾ ਮੇਰੇ ਸਾਹਮਣੇ ਨੰਨੇ ਨਾਲ ਲਿਖਿਆ ਆਵੇਗਾ ਵੀ ਤਾਂ ਵੀ ਉਹਨੂੰ ਮੈਂ ਨਾਣਾ ਹੀ ਬੋਲਣਾ, ਕਿਉਂਕਿ ਮੇਰੀ ਉਪਬੋਲੀ ਜਿਹੜੀ ਉਹ ਨਾਣੇ ਵਾਲੀ ਹੈ। ਇਸ ਕਰਕੇ ਸ਼ਬਦ ਜੋੜਾਂ ਦੀ ਸਮੱਸਿਆ ਐਡੀ ਵੱਡੀ ਹੈ ਨਹੀਂ, ਨਾ ਇਕਸਾਰਤਾ ਦੀ ਇੰਨੀ ਘਾਟ ਹੈ। ਜਿਹੜਾ ਸ਼ਬਦ ਜੋੜ ਕੋਸ਼ ਪੰਜਾਬ ਯੂਨੀਵਰਸਿਟੀ ਵੱਲੋਂ ਛਾਪਿਆ ਗਿਆ ਸੀ, ਪੂਰੀ ਪੰਜਾਬ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਸੀ ਡਾਕਟਰ ਹਰਕੇਸ਼ ਸਿੰਘਾ ਦੀ ਸੰਪਾਦਨਾ ਹੇਠ, ਉਹਦੇ ਵਿੱਚ ਜਿੰਨੀ ਪ੍ਰਚਲਿਤ ਸ਼ਬਦਾਵਲੀ ਰੋਜ਼ ਵਰਤੋਂ ਹੁੰਦੀ ਹੈ, ਥੋੜੇ ਬਹੁਤ ਛੱਡ ਕੇ ਉਹ ਸਾਰੇ ਸ਼ਬਦ ਜੋੜ ਉਹਦੇ ਵਿੱਚ ਦਿੱਤੇ ਹੋਏ ਨੇ। ਔਰ ਪੂਰੇ ਪੰਜਾਬ ਦੇ ਵਿੱਚ ਵੰਡਿਆ ਗਿਆ ਸੀ, ਔਰ ਜਿੰਨੇ ਟਾਈਪ ਕਰਨ ਵਾਲੇ ਦਫ਼ਤਰਾਂ ਦੇ ਵਿੱਚ ਉਹ ਸਾਰਿਆਂ ਨੂੰ ਵੰਡਿਆ ਗਿਆ ਸੀ। ਉਹਦੀ ਆਦਤ ਵੀ ਪੈ ਗਈ ਸੀ, ਲੋਕ ਵਰਤ ਰਹੇ ਨੇ। ਸ਼ਬਦ ਜੋੜਾਂ ਦੀ ਸਮੱਸਿਆ ਇਸ ਕਰਕੇ ਨਹੀਂ ਆ ਰਹੀ ਕਿ ਯੂਨੀਵਰਸਿਟੀ ਨੇ ਇਕਸਾਰਤਾ ਨਹੀਂ ਲਿਆਤੀ। ਸ਼ਬਦ ਜੋੜਾਂ ਦੀ ਸਮੱਸਿਆ ਇਸ ਕਰਕੇ ਆ ਰਹੀ ਹੈ ਕਿ ਸਕੂਲਾਂ ਦੇ ਵਿੱਚ ਸ਼ਬਦ ਜੋੜਾਂ ਦੀ ਪੜ੍ਹਾਈ ਨਹੀਂ ਹੋ ਰਹੀ। ਉਹ ਕਹਿੰਦੇ ਪੰਜਾਬੀ ਤੇ ਆਉਂਦੀ ਹੈ, ਪੰਜਾਬੀ ਪੜ੍ਹਾਉਣ ਦੀ ਲੋੜ ਹੀ ਨਹੀਂ। ਪੰਜਾਬੀ ਦਾ ਜਿਹੜਾ ਅਧਿਆਪਕ ਹੈ ਉਹ ਚਾਹ ਪਾਣੀ ਦਾ ਪ੍ਰਬੰਧ ਕਰੇ, ਭਗੜੇ ਭੁਗੜੇ ਦਾ ਪ੍ਰਬੰਧ ਕਰੇ, ਬਾਹਰੋਂ ਕਿਸੇ ਉਹਨਾਂ ਸਵਾਗਤ ਦਾ ਪ੍ਰਬੰਧ ਕਰੇ। ਪੰਜਾਬੀ ਪੜ੍ਹਾਉਣ ਦੀ ਕੀ ਲੋੜ ਹੈ? ਤੇ ਜਦੋਂ ਪੰਜਾਬੀ ਪੜ੍ਹਾਓਗੇ ਨਹੀਂ, ਸ਼ਬਦ ਜੋੜ ਤੇ ਸਿੱਖੇ ਆਉਣੇ ਨਾ। ਬੋਲਣਾ ਤੇ ਚਲੋ ਆਪਣੀ ਉਪਬੋਲੀ ਬੋਲੀ ਜਾਏਗਾ ਬੱਚਾ, ਪਰ ਜੇ ਉਹਨੂੰ ਸ਼ਬਦ ਜੋੜ ਸਿਖਾਣੇ ਨੇ ਫਿਰ ਤਾਂ ਸ਼ਬਦ ਜੋੜ ਦਾ ਅਭਿਆਸ ਕਰਾਓਗੇ ਤਾਂ ਹੀ ਆਏਗਾ। ਤੋ ਇਹ ਨਹੀਂ ਵੀ ਇਕਸਾਰਤਾ ਤਿਆਰ ਨਹੀਂ ਕੀਤੀ, ਸ਼ਬਦ ਜੋੜ ਕੋਸ਼ ਪਿਆ ਹੋਇਆ ਹੈ ਔਰ ਉਹਦੀ ਜਿਹੜੀ ਵਰਤੋਂ ਵਾਲੀ ਪੰਜਾਬੀ ਦੀ ਸ਼ਬਦਾਵਲੀ ਹੈ ਰੋਜ਼ ਵਾਲੀ, ਉਹਦੇ ਸਾਰੇ ਸ਼ਬਦ ਜੋੜ ਦਿੱਤੇ ਹੋਏ ਨੇ। ਉਹਦੇ 200 ਸ਼ਬਦ ਹੈ ਜਿਹੜਾ ਸਮੱਸਿਆ ਮੂਲਕ ਹੈ, ਜਿਹੜਾ ਉਹਦੇ ਵਿੱਚ ਤੇ ਦਿੱਤਾ ਹੋਇਆ, ਪਰ ਜਿਹਨੂੰ ਕੋਈ ਪੰਜਾਬੀ ਵਰਤਦਾ ਨਹੀਂ। ਜਿਵੇਂ ਸਵੈ ਦੇ ਪੈਰੀ ਉੱਤੇ ਵਵੇ, ਸੱਸੇ ਪੈਰੀ ਵਵਾ ਪਾਇਆ ਹੋਇਆ, ਤਾਂ ਕੋਈ ਪੰਜਾਬੀ ਹੁਣ ਸਵੈ ਨੂੰ ਵਵੇ ਪੈਰੀ ਨਾਲ ਨਹੀਂ ਲਿਖਦਾ, ਉਹ ਵਵਾ ਪੂਰਾ ਪਾਉਂਦਾ ਹੈ। ਤਾਂ ਅਸੀਂ ਆਪਣੀ ਜਿਹੜਾ
ਪੰਜਾਬੀ ਕੋਰਸ ਬਣਾਇਆ ਸਕੂਲ ਪੱਧਰ ਦਾ ਜਾਂ ਅੰਗਰੇਜ਼ੀ ਪੰਜਾਬੀ ਕੋਰਸ ਬਣਾਇਆ ਯੂਨੀਵਰਸਿਟੀ ਵੱਲੋਂ, ਜਿੱਦਾਂ ਮੈਂ ਹੀ ਸੰਪਾਦਕ ਸਾਂ, ਤਾਂ ਅਸੀਂ ਉਹ 200 ਸ਼ਬਦਾਂ ਦੇ ਸ਼ਬਦ ਜੋੜ ਪ੍ਰਵਾਨਗੀ ਲੈ ਕੇ ਅਧਿਕਾਰੀਆਂ ਤੋਂ, ਤਾਂ ਅਸੀਂ ਉਹ ਜਿਹੜੇ ਅੱਜ ਪ੍ਰਚਲਿਤ ਨੇ ਉਹ ਕਰ ਦਿੱਤੇ ਹੋਏ ਨੇ। ਤਾਂ ਸਾਡੀ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ, ਸਾਡੀ ਪੰਜਾਬੀ ਡਿਕਸ਼ਨਰੀ ਸਾਰੀ ਸ਼ਬਦ ਜੋੜਾਂ ਦੀ ਇਕਸਾਰਤਾ ਹੈ। ਤੁਸੀਂ ਉਹਨੂੰ ਵੇਖੋ, ਉਹਦੇ 'ਚ ਕੀ ਸ਼ਬਦ ਜੋੜ ਦਿੱਤੇ ਹੋਏ ਨੇ ਔਰ ਜਿਹੜੇ ਨੇ ਉਹਨੂੰ ਵਰਤੋ ਔਰ ਪੜ੍ਹਾਓ ਤਾਂ ਸਾਰੀ ਇਕਸਾਰਤਾ ਹੋ ਜਾਏਗੀ। ਤਾਂ ਇਸ ਕਰਕੇ ਇਕਸਾਰਤਾ ਪਹਿਲੀ ਗੱਲ ਤੇ ਕਦੀ ਮੁਕੰਮਲ ਹੋ ਨਹੀਂ ਸਕਦੀ, ਨਾ ਕਿਸੇ ਭਾਸ਼ਾ 'ਚ ਹੈ ਵੇ, ਔਰ ਖਾਸ ਤੌਰ ਅੰਗਰੇਜ਼ੀ ਵਿੱਚ ਭਾਸ਼ਾ ਇਕਸਾਰਤਾ ਦੀ ਬਹੁਤੀ ਘਾਟ ਹੈ ਪੰਜਾਬੀ ਨਾਲੋਂ। ਦੂਜੀ ਗੱਲ ਜਿਹੜੀ ਅਦਾਰਿਆਂ ਦੀ ਗੱਲ ਤਕਨੀਕੀ ਸ਼ਬਦਾਵਲੀ ਤੁਸੀਂ ਕੀਤੀ ਹੈ, ਤੁਸੀਂ ਵੇਖੋ ਭਾਸ਼ਾ ਵਿਭਾਗ ਬਣਿਆ, ਕਿੰਨੀ ਤੇਜ਼ ਚਾਲ ਦੇ ਨਾਲ ਕੰਮ ਹੋਇਆ ਉੱਥੇ, ਔਰ ਕਿੰਨੀਆਂ ਤਕਨੀਕੀ ਸ਼ਬਦਾਵਲੀਆਂ ਬਣੀਆਂ, ਵਿਗਿਆਨ ਦੀਆਂ ਕਿੰਨੀਆਂ ਉੱਥੇ ਪੁਸਤਕਾਂ ਲਿਖੀਆਂ ਗਈਆਂ। ਪੰਜਾਬੀ ਯੂਨੀਵਰਸਿਟੀ ਸਥਾਪਿਤ ਹੋਈ ਤਾਂ ਪੰਜਾਬੀ ਯੂਨੀਵਰਸਿਟੀ ਨੇ ਕਿੰਨੀਆਂ ਜਿਹੜਾ ਹੁਣ ਤੱਕ 3000 ਦੀ ਕਰੀਬ ਪੁਸਤਕਾਂ ਛਾਪੀਆਂ, ਜਿਹਦੇ ਵਿੱਚੋਂ ਈਵਨ ਜੇ ਤੁਸੀਂ ਫਿਜ਼ਿਕਸ BSc ਤੱਕ ਦੀ ਪੜ੍ਹਾਉਣੀ ਹੋਵੇ ਤਾਂ ਪੰਜਾਬੀ ਯੂਨੀਵਰਸਿਟੀਆਂ ਛਾਪੀਆਂ ਕਿਤਾਬਾਂ ਦੇ ਵਿੱਚ ਹੁਣ ਤੱਕ ਦੀ ਲਗਭਗ ਸਾਰੀ ਫਿਜ਼ਿਕਸ ਉਹਨਾਂ ਕਿਤਾਬਾਂ 'ਚ ਹੈ। ਕੈਮਿਸਟਰੀ ਦੇ ਰਸਾਇਣ ਵਿਗਿਆਨ ਪੜ੍ਹਾਉਂਦੇ ਤਾਂ ਉੱਥੇ ਤੱਕ ਦੀ ਸਾਰੀ ਹੈ। ਜੇ ਤੇ ਇੱਕ ਪੜਾਅ ਤੇ ਆ ਕੇ ਸਾਰਾ ਕੰਮ ਰੁਕ ਕਿਉਂ ਗਿਆ? ਇੱਕ ਪੜਾਅ ਤੇ ਕੰਮ ਇਸ ਲਈ ਰੁਕ ਗਿਆ ਕਿ ਰੋਕ ਦਿੱਤਾ ਗਿਆ। ਜਦੋਂ ਸਾਰੀ ਸਰਕਾਰੀ ਨੀਤੀ ਇਹੋ ਜਿਹੀ ਬਣ ਗਈ ਕਿ ਕਿਉਂ ਕੋਈ ਅਜਿਹਾ ਵਾਈਸ ਚਾਂਸਲਰ ਨਹੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਇਆ ਕਿ ਜਿਹੜਾ ਵਿਗਿਆਨ ਦੇ ਵਿਭਾਗਾਂ ਨੂੰ ਇਹ ਕਵੇ ਵੀ ਜਾਂ ਤੇ ਤੁਸੀਂ MSc ਪੰਜਾਬੀ 'ਚ ਕਰਾਓ ਨਾ ਅਸੀਂ ਬੰਦ ਕਰ ਦਿਆਂਗੇ। ਅੱਜ ਤੱਕ ਕਿਸੇ ਵਾਈਸ ਚਾਂਸਲਰ ਨੇ ਕੀਤਾ? ਇਹ ਵਾਈਸ ਚਾਂਸਲਰ ਨੇ ਕਿਉਂ ਨਹੀਂ ਕੀਤਾ? ਵਾਈਸ ਚਾਂਸਲਰ ਨੇ ਇਸ ਲਈ ਨਹੀਂ ਕੀਤਾ ਕਿ ਸਰਕਾਰ ਤੋਂ ਡਰ ਲੱਗਦਾ ਹੈ, ਸਰਕਾਰ ਜਿਹੜੀ ਅੰਗਰੇਜ਼ੀ ਵਾਲੇ ਪਾਸੇ ਜਾਣਾ ਚਾਹੁੰਦੀ ਹੈ। ਇਹੋ ਜਿਹਾ ਮੈਂ ਕੰਮ ਕਰੇਗਾ ਤਾਂ ਮੈਨੂੰ ਤਾਂ ਪਦਵੀ ਤੋਂ ਅਗਲਿਆਂ ਨੇ ਲਾ ਦੇਣਾ, ਨਾਲੇ 4 ਸਵੇਰੇ ਤੇ ਅੰਗਰੇਜ਼ੀ ਦਾ ਗੜਬੜਾ ਹੈ। ਜੇ MSc ਕਰ ਵੀ ਲਈ, ਅਗਲੇ ਨੇ ਕਿਸੇ ਹੋਰ ਥਾਂ ਤੇ ਜਾ ਕੇ ਨੌਕਰੀ ਲੈਣੀ ਹੈ, ਕੰਮ ਕਰਨਾ ਹੈ, ਉੱਥੇ ਸਾਰੀ ਅੰਗਰੇਜ਼ੀ ਵਰਤੋਂ 'ਚ ਹੁੰਦੀ ਹੈ। ਤਾਂ ਇਸ ਕਰਕੇ ਇਹ ਸਾਰਾ ਜਿਹੜਾ ਆ ਇੱਕ ਤਰ੍ਹਾਂ ਦਾ, ਮੈਂ ਤੁਹਾਨੂੰ ਕਹਾਂਗਾ ਮਾਫੀਆ ਹੀ ਕਹਾਂਗਾ, ਜੇ ਮਾਫ ਕਰੋ ਜੇ ਸ਼ਬਦ ਮੈਂ ਵਰਤਾਂ, ਤਾਂ ਇਸ ਕਰਕੇ ਨਾ ਤਕਨੀਕੀ ਸ਼ਬਦਾਵਲੀ ਜੇ ਆਪਾਂ ਉਹਦੀ ਵਰਤੋਂ ਕਰਦੇ, BSc ਤੱਕ ਦਾ ਤੇ ਹੈ ਨਾ। ਤੁਸੀਂ ਮੈਨੂੰ ਦੱਸੋ 1980 ਤੱਕ ਸਾਰੀ ਸਕੂਲ ਦੀ ਪੜ੍ਹਾਈ ਪੰਜਾਬੀ 'ਚ ਹੁੰਦੀ ਸੀ ਜੀ, ਉਦੋਂ ਤਕਨੀਕੀ ਸ਼ਬਦਾਵਲੀ ਪੰਜਾਬੀ 'ਚ ਆਇਆ ਸੀ। ਹੁਣ ਤਕਨੀਕੀ ਸ਼ਬਦਾਵਲੀ ਸਾਰੀ ਕਿੱਥੇ ਚਲੀ ਗਈ ਹੈ? ਹੁਣ ਕਿਉਂ ਅੰਗਰੇਜ਼ੀ ਮਾਧਿਅਮ ਵਿੱਚ, ਅੱਧਾ ਪੰਜਾਬ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਦਾ ਪਿਆ, ਤੇ ਹੁਣ ਉਹ ਤਕਨੀਕੀ ਸ਼ਬਦਾਵਲੀ ਕਿੱਥੇ ਚਲੀ ਗਈ ਹੈ ਸਾਰੀ? ਇਸ ਕਰਕੇ ਕਿ ਉਹਨੂੰ ਅਸੀਂ ਵਰਤ ਹੀ ਨਹੀਂ ਰਹੇ। ਇਸ ਕਰਕੇ ਜਿਹੜੀ ਨਹੀਂ ਵੀ ਬਣੀ ਉਹ ਇਸ ਕਰਕੇ ਨਹੀਂ ਬਣੀ ਕਿ ਆਪਾਂ ਸਾਰੀ ਆਪਣੀ ਨੀਤੀ ਬਦਲ ਕੇ ਇੱਕ ਪੜਾਅ ਤੇ ਆ ਕੇ ਉਹ ਆਪਣੇ ਯਤਨ ਜਿਹੜੇ ਸੀ ਉਹ ਸਾਰੇ ਖਤਮ ਕਰ। ਉਹ ਅੰਗਰੇਜ਼ੀ ਦੀ ਵੀ ਕੋਈ ਜਨਮਜਾਤ ਅੰਗਰੇਜ਼ੀ ਦੇ ਵਿੱਚ ਤਕਨੀਕੀ ਸ਼ਬਦਾਵਲੀ ਥੋੜੀ ਸੀ। ਜਦੋਂ ਅੰਗਰੇਜ਼ਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਲਤੀਨੀ 'ਚ ਨਹੀਂ ਪੜਾਉਣਾ, ਫ੍ਰੈਂਚ 'ਚ ਨਹੀਂ ਪੜਾਉਣਾ, ਪਹਿਲਾਂ ਤਾਂ ਅੰਗਰੇਜ਼ੀ ਨੂੰ ਗਵਾਰਾ ਨਹੀਂ ਭਾਸ਼ਾ ਕਹਿੰਦੇ ਸੀ, ਤਾਂ ਉਹਨੇ ਕਿਹਾ ਵੀ ਅਸੀਂ ਤਾਂ ਅੰਗਰੇਜ਼ੀ 'ਚ ਪੜਾਵਾਂਗੇ। ਤੇ ਅਗਲਿਆਂ ਨੇ ਜਦੋਂ ਇਹ ਫੈਸਲਾ ਕਰ ਲਿਆ ਫਿਰ ਉਹਦੇ ਉੱਤੇ ਸਾਧਨ ਲਾਏ, ਯੂਨੀਵਰਸਿਟੀਆਂ ਨੂੰ ਪੈਸੇ ਦਿੱਤੇ, ਵਿਭਾਗ ਬਣਾਏ ਜਿਨ੍ਹਾਂ ਨੇ ਤਕਨੀਕੀ ਸ਼ਬਦਾਵਲੀ ਬਣਾਈ। ਤੇ ਆਪਾਂ ਵੀ ਇਹ ਕੰਮ ਇੱਕ ਪੱਧਰ ਤੇ ਕੀਤਾ, ਲੇਕਿਨ ਇੱਕ ਪੜਾਅ ਤੇ ਆ ਕੇ ਜਦੋਂ ਸਰਕਾਰੀ ਨੀਤੀ ਬਿਲਕੁਲ ਉਲਟੀ ਹੋ ਗਈ, ਪੰਜਾਬੀ ਦੇ ਖਿਲਾਫ ਹੋ ਰਹੀ, ਅੰਗਰੇਜ਼ੀ ਦੀ ਪੱਖੀ ਹੋ ਗਈ, ਤੇ ਸਾਰੇ ਕੰਮ ਵੀ ਰੁਕ ਗਏ। ਉਹਨਾਂ ਨੇ ਹਰ ਥਾਂ ਤੇ ਉਹੀ ਬੰਦੇ ਲਾਏ, ਉਹੀ ਵਾਈਸਾਸ ਲਾਏ, ਇੱਕਾ ਦੁੱਕਾ ਛੱਡ ਕੇ ਜਿਹੜੇ ਨਾ ਹਿਆ ਹੀ ਨਹੀਂ ਸੀ ਇੰਨਾ ਕਰ ਸਕਦੇ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਇੰਸ ਦੇ ਵਿਗਿਆਨ ਦੇ ਵਿਭਾਗਾਂ ਨੂੰ ਕਹਿਣ ਭਾਈ ਪੰਜਾਬੀ 'ਚ ਪੜਾਓ, ਨਹੀਂ ਤੇ ਆਪਣਾ ਵਿਭਾਗ ਬੰਦ ਕਰੋ, ਹੈ ਨਾ। ਜਦੋਂ ਪੰਜਾਬੀ ਯੂਨੀਵਰਸਿਟੀ ਬਣੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਔਰ ਵਿਗਿਆਨ ਨੂੰ ਪੰਜਾਬੀ 'ਚ ਪੜਾਉਣ ਲਈ ਹੈ, ਤਾਂ ਪੰਜਾਬੀ ਯੂਨੀਵਰਸਿਟੀ ਕੀ ਮਤਲਬ ਹੈ ਕਿ ਰਸਾਇਣ ਵਿਗਿਆਨ ਜਾਂ ਜਿਹੜਾ ਭੌਤਿਕ ਵਿਗਿਆਨ ਹੈ ਉਹ ਪੰਜਾਬੀ 'ਚ ਅੰਗਰੇਜ਼ੀ 'ਚ ਪੜਾਇਆ ਜਾਏ? ਉਹਦੀ ਲੋੜ ਕੀ ਹੈ? ਉਹ ਤਾਂ ਸਾਰੀਆਂ ਯੂਨੀਵਰਸਿਟੀਆਂ ਪੜ੍ਹਾ ਰਹੀਆਂ ਨੇ, ਉਹ ਪਟਿਆਲੇ ਦੇ ਕਾਲਜ ਵੀ ਪੜ੍ਹਾ ਰਹੇ ਨੇ, ਪੰਜਾਬੀ ਯੂਨੀਵਰਸਿਟੀ ਦਾ ਕੀ ਫਰਕ ਹੋ ਗਿਆ? ਫਿਰ ਅਸੀਂ PhD ਤੱਕ ਦੀ ਪੜ੍ਹਾਈ ਪੰਜਾਬੀ 'ਚ ਕਰਾਉਂਦੇ ਹਾਂ, ਭਾਸ਼ਾ ਵਿਗਿਆਨ ਦੀ, ਹੋਰ ਵੀ ਕਈ ਵਿਭਾਗ ਕਰਾਉਂਦੇ ਨੇ, ਔਰ ਸਾਡੇ ਵਿਦਿਆਰਥੀ ਪੰਜਾਬੀ ਦੇ ਵਿੱਚ PhDਆਂ ਕਰਕੇ ਸਾਰੇ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਜਿਹੜੀਆਂ ਨੇ ਕੰਪਨੀਆਂ ਨੇ ਉਹਨਾਂ ਥਾਵਾਂ ਦੇ ਉੱਤੇ ਕੰਮ ਕਰਦੇ ਪਏ ਨੇ। ਉਹਨਾਂ ਨੂੰ ਤਾਂ ਕੋਈ ਘਾਟਾ ਨਹੀਂ ਪਿਆ ਭਾਸ਼ਾ ਵਿਗਿਆਨ ਦਾ, ਬਲਕਿ ਜਿੱਦਾਂ ਦੀ ਅਸੀਂ ਪੰਜਾਬੀ 'ਚ ਪੜ੍ਹਾਉਣੀ ਸ਼ੁਰੂ ਕੀਤੀ ਹੈ ਸਾਡੇ ਵੱਧ ਵਿਦਿਆਰਥੀ ਜਿਹੜਿਆਂ ਨੇ ਬਿਹਤਰ ਥਾਵਾਂ ਤੇ ਜਾ ਕੇ ਵੱਡੀਆਂ ਥਾਵਾਂ ਤੇ ਕੰਮ ਕਰਦੇ ਪਏ ਨੇ। ਤਾਂ ਇਸ ਕਰਕੇ ਸਾਰਾ ਜਿਹੜਾ ਮਾਮਲਾ ਤਕਨੀਕੀ ਸ਼ਬਦਾਵਲੀ ਜਿਹੜੀ ਨਹੀਂ, ਉਹ ਕਿਉਂ ਨਹੀਂ ਹੈ, ਉਹ ਸਾਰਾ ਨੀਤੀ ਦਾ ਮਾਮਲਾ। ਔਰ ਸਾਰੀ ਦੁਨੀਆ ਦੇ ਉੱਤੇ ਤੁਸੀਂ ਜਾਤੀ ਯਤਨ ਦੇ ਨਾਲ ਡਾਕਟਰ ਕੁਲਦੀਪ ਸਿੰਘ ਦੀਪ ਦਾ, ਡਾਕਟਰ ਬੂਟਾ ਬਰਾੜ ਜਾਂ ਡਾਕਟਰ ਜੋਗਾ ਸਿੰਘ ਆਪਣੇ ਜਾਤੀ ਵਿਅਕਤੀਗਤ ਯਤਨ ਦੇ ਨਾਲ ਥੋੜਾ ਬਹੁਤ ਕਰ ਸਕਦੇ ਨੇ, ਪਰ ਇਹ ਸਾਰਾ ਜਿਹੜਾ ਕੰਮ ਦੁਨੀਆ ਦੇ ਉੱਤੇ ਜਦੋਂ ਵੀ ਹੋਇਆ, ਨਵੀਆਂ ਭਾਸ਼ਾਵਾਂ ਨੂੰ ਜਦੋਂ ਅਪਣਾਇਆ ਗਿਆ ਗਿਆਨ ਵਿਗਿਆਨ ਵਾਸਤੇ, ਤਾਂ ਉਹ ਸਾਰਾ ਇੱਕ ਨੀਤੀ ਦੀ ਪੱਧਰ ਤੇ ਹੋਇਆ ਹੈ ਔਰ ਜਿਹੜੀਆਂ ਸਰਕਾਰ ਦੀ ਪੱਧਰ ਤੇ ਹੋਇਆ, ਉਹਦੀ ਸਰਪ੍ਰਸਤੀ ਮਿਲੀ ਹੈ। ਪਹਿਲੀ ਗੱਲ ਤੇ ਪੰਜਾਬ ਦੇ ਵਿੱਚ ਤੁਸੀਂ ਕਹਿ ਦਿਓ ਵੀ ਪੰਜਾਬ 'ਚ ਕੋਈ ਨੌਕਰੀ ਨਹੀਂ ਮਿਲੇਗੀ, ਸਿਰਫ ਪੰਜਾਬੀ 'ਚ ਇਮਤਿਹਾਨ ਹੋਣਗੇ ਪੰਜਾਬ ਦੀਆਂ ਸਾਰੀਆਂ ਨੌਕਰੀਆਂ ਦੇ, ਅਗਲੇ ਦਿਨ ਹੀ ਸਾਰੀ ਸਥਿਤੀ ਬਦਲ ਜਾਏਗੀ, ਸਾਰੇ ਪੰਜਾਬੀ 'ਚ ਵੀ ਪੜਾਉਣ ਲੱਗ ਜਾਗੇ। ਵੀ ਪੰਜਾਬ ਦੇ ਬਿਜਲੀ ਮਹਿਕਮੇ 'ਚ ਇਮਤਿਹਾਨ ਲੈਣ ਵਾਸਤੇ ਅੰਗਰੇਜ਼ੀ ਦਾ ਇਮਤਿਹਾਨ ਲਿਆ ਜਾਂਦਾ, ਪੰਜਾਬੀ ਦਾ ਇਮਤਿਹਾਨ ਹੀ ਨਹੀਂ ਲਿਆ ਜਾਂਦਾ, ਤਾਂ ਪੰਜਾਬੀ ਵੱਲ ਕੌਣ ਜਾਏਗਾ? ਤਾਂ ਤਕਨੀਕੀ ਸ਼ਬਦਾਵਲੀ, ਬਿਜਲੀ ਦੇ ਮਹਿਕਮੇ ਦੀ ਤਕਨੀਕੀ ਸ਼ਬਦਾਵਲੀ ਕਿੱਥੋਂ ਬਣੇਗੀ? ਤਾਂ ਇਸ ਕਰਕੇ ਜੇ ਇਹ ਸਾਰਾ ਨੀਤੀਆਂ ਦਾ ਮਾਮਲਾ ਵਧੇਰੇ ਹੈ, ਜਾਤੀ ਯਤਨਾਂ ਦੇ ਨਾਲ ਕਰਨੇ ਚਾਹੀਦੇ ਨੇ, ਉਹ ਵੀ ਕਰਨੇ ਚਾਹੀਦੇ ਨੇ। ਜਿਹੜੇ ਵਿਗਿਆਨ ਦੇ ਅਧਿਆਪਕ ਨੇ, ਹਰ ਇੱਕ ਖੇਤਰ ਦੇ ਅਧਿਆਪਕ ਨੇ, ਜਿਹੜੇ ਵਿਦਵਾਨ ਨੇ, ਉਹਨਾਂ ਨੂੰ ਆਪਣੇ ਖੇਤਰ ਦੇ ਜਿਹੜੀਆਂ ਕਿਤਾਬਾਂ ਲਿਖਣੀਆਂ ਚਾਹੀਦੀਆਂ ਨੇ, ਅਨੁਵਾਦ ਕਰਨੀਆਂ ਚਾਹੀਦੀਆਂ ਨੇ, ਪਰ ਉਹ ਕਦੀ ਦੁਨੀਆ ਦੇ ਉੱਤੇ ਇਸ ਤਰ੍ਹਾਂ ਵਿਅਕਤੀਗਤ ਯਤਨਾਂ ਨਾਲ ਨਹੀਂ ਹੋਇਆ, ਉਹ ਸਮੂਹਕ ਯਤਨਾਂ ਨਾਲ
ਤੇ ਸਰਕਾਰੀ ਪੱਧਰ ਤੇ ਜਿਸ ਤਰ੍ਹਾਂ ਨਾਲ ਹੋਇਆ, ਔਰ ਸਾਡੇ ਵੀ ਜਦੋਂ ਇਹ ਕੰਮ ਹੁੰਦਾ ਰਿਹਾ, ਜਿੰਨਾ ਚਿਰ ਅਸੀਂ ਵੀ ਅੱਗੇ ਵਧ ਰਹੇ ਸਾਂ, ਔਰ ਬੜੀ ਤੇਜ਼ੀ ਨਾਲ ਭਾਸ਼ਾ ਪਾਕ ਪੰਜਾਬ ਨੇ 36 ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆਂ ਬਣਾਈਆਂ, ਜਿਸ ਤੋਂ 26 ਛਪ ਚੁੱਕੀਆਂ ਨੇ। ਭਾਸ਼ਾ ਵਿਗਿਆਨ ਜਿਹੜੀ ਪ੍ਰਬੰਧਕੀ ਸ਼ਬਦਾਵਲੀ ਦਾ ਕੋਸ਼ ਹੈ, ਉਹਦੇ 25,000 ਸ਼ਬਦ ਨੇ। ਸਾਰੇ ਦਫ਼ਤਰ ਦਾ ਕੰਮ ਕਰਨ ਦੇ ਸਾਰੇ ਸ਼ਬਦ ਉਹਦੇ ਤਕਨੀਕੀ ਹੈ ਨੇ। ਪਰ ਕੀ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਪੰਜਾਬੀ 'ਚ ਕੰਮ ਤਕਨੀਕੀ ਸ਼ਬਦਾਵਲੀ ਕਰਕੇ ਨਹੀਂ ਹੁੰਦਾ ਪਿਆ, ਤਕਨੀਕੀ ਸ਼ਬਦਾਵਲੀ ਨਹੀਂ ਮਿਲਦੀ। ਤਕਨੀਕੀ ਸ਼ਬਦਾਵਲੀ ਸਾਰੀ ਉਹਨਾਂ ਬਣਾਈ ਪਈ ਹੈ, ਉਹਦੇ ਨੁਕਸ ਹੋ ਸਕਦੇ ਨੇ, ਉਹਨੂੰ ਠੀਕ ਕਰ ਸਕਦੇ ਹਾਂ, ਹੋਰ ਬਿਹਤਰ ਪਾ ਸਕਦੇ ਹਾਂ, बढ़ा सकते हैं। जो ਉਹਦੇ 4 ਸ਼ਬਦ ਨਹੀਂ ਤੇ ਆਪਾਂ ਉਹਦੇ 'ਚ ਹੋਰ 4 ਸ਼ਬਦ ਪਾ ਸਕਦੇ ਹਾਂ, ਜੇ ਇੰਨੇ ਪੜ ਕੇ ਨੇ। ਤਾਂ ਇਸ ਕਰਕੇ ਇਹ ਸਾਰੇ ਕਾਸੇ ਨੂੰ ਸਮਝਣ ਦੀ ਲੋੜ ਹੈ ਕਿ ਕਿਉਂ ਇਹ ਨਹੀਂ ਹੋ ਰਿਹਾ, ਔਰ ਇਹ ਕਿਵੇਂ ਹੋ ਸਕਦਾ, ਦੁਨੀਆ ਤੇ ਕਿਵੇਂ ਹੋਇਆ, ਔਰ ਕਿਵੇਂ ਹੋਣਾ ਚਾਹੀਦਾ, ਔਰ ਤਾਂ ਹੀ ਅਸੀਂ ਅੱਗੇ ਵਧ ਸਕਾਂਗੇ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਤਰੱਕੀ ਕਰਨੀ ਹੈ, ਗਿਆਨ ਵਿਗਿਆਨ ਤਕਨੀਕ ਕਿਸੇ ਅਰਥਚਾਰੇ ਕਿਸੇ ਮਾਮਲੇ 'ਚ ਵੀ ਤਰੱਕੀ ਕਰਨੀ ਹੈ, ਮਾਂ ਬੋਲੀ ਨੂੰ ਆਧਾਰ ਬਣਾਏ ਬਗੈਰ ਦੁਨੀਆ ਤੇ ਅੱਜ ਤੱਕ ਨਾ ਕਿਸੇ ਕੀਤੀ ਹੈ। ਤੇ ਜੇ ਅੱਜ ਤੱਕ ਨਹੀਂ ਹੋਈ ਤੇ ਮੈਂ ਤਾਂ ਇਤਿਹਾਸ ਤੋਂ ਗੱਲ ਸ਼ੁਰੂ ਕੀਤੀ ਸੀ, ਤੇ ਅੱਗੇ ਵੀ ਸੰਭਾਵਨਾ ਜਿਹੜੀ ਹੈ ਉਹ ਨਾ ਦੇ ਬਰਾਬਰ ਹੀ ਹੈ, ਨਹੀਂ ਦੇ ਬਰਾਬਰ ਹੀ ਹੈ। ਤੇ ਇਸ ਕਰਕੇ ਜੇ ਆਪਾਂ ਰਾਹ ਹੀ ਆਪਣਾ ਪੁੱਠਾ ਫੜਿਆ ਹੋਇਆ ਹੈ, ਤੇ ਜੇ ਸਾਡੀਆਂ ਅੱਖਾਂ ਵੀ ਹੈ ਨੇ, ਕੰਨ ਵੀ ਹੈ ਨੇ, ਤੇ ਜੇ ਮੈਂ ਆਖਾਂ ਵੀ ਮੇਰੇ ਸਾਹਮਣੇ ਆ ਮੋਬਾਈਲ ਤੇ ਮੈਂ ਗੱਲ ਕਰਨਾ ਪਿਆ, ਮੈਂ ਕਹਾਂ ਮੈਂ ਤੇ ਮੇਰੇ ਸਾਹਮਣੇ ਕੋਈ ਮੋਬਾਈਲ ਨਹੀਂ, ਮੈਂ ਤਾਂ ਮੋਬਾਈਲ 'ਚ ਗੱਲ ਹੀ ਨਹੀਂ ਕਰਦਾ ਪਿਆ, ਤੇ ਮੈਨੂੰ ਕੌਣ ਮੋਬਾਈਲ ਵਿਖਾ ਸਕਦਾ? ਤੇ ਜੇ ਮੈਂ ਤੁਹਾਡੀ ਗੱਲ ਸੁਣ ਰਿਹਾ, ਮੈਂ ਕਹਾਂ ਡਾਕਟਰ ਕੁਲਦੀਪ ਸਿੰਘ ਨੂੰ ਮੈਂ ਤਾਂ ਸੁਣ ਹੀ ਨਹੀਂ ਰਿਹਾ, ਚੰਗੇ ਭਲੇ ਮੇਰੇ ਕੰਨ ਨੇ, ਸੁਣਦਿਆਂ ਨੂੰ ਵੀ ਕਹਾਂ ਨਹੀਂ ਸੁਣਦਾ, ਤੇ ਮੈਨੂੰ ਕੌਣ ਸੁਣਾ ਸਕਦਾ? ਇਸ ਕਰਕੇ ਆਪਾਂ ਨੂੰ ਆਪਣੀ ਜਿਹੜੀ ਹੈ ਅੱਖਾਂ ਕੰਨ ਦਿਮਾਗ ਸਾਰੇ ਖੋਲ ਕੇ, ਤਾਂ ਜੋ ਦੁਨੀਆ ਭਰ ਦੀ ਜਾਣਕਾਰੀ ਹੈ, ਸਮਝ ਹੈ, ਉਹਨੂੰ ਵੇਖਿਆ। ਹੁਣ ਤੇ ਬੜੀ ਸੌਖੀ ਹੈ, 2 ਘੰਟੇ ਤੁਸੀਂ ਬਹਿ ਜਾਓ ਆਪਣੇ ਮੱਕੜ ਜਾਲ ਤੇ ਇੰਟਰਨੈਟ ਤੇ ਸਾਰਾ ਕੁਝ ਤੁਹਾਨੂੰ ਦੱਸ ਦਿੰਦਾ ਹੈ ਵੀ ਕਿਹੜੀ ਭਾਸ਼ਾ ਕਿਵੇਂ ਪੜ੍ਹੀ ਦੀ ਹੈ, ਕਿਹੜੀ ਭਾਸ਼ਾ 'ਚ ਪੜ੍ਹਨਾ ਸਿੱਖਿਆ ਲਈ ਠੀਕ ਹੈ, ਕਿਹੜੇ ਦੇਸ਼ ਦੁਨੀਆ ਦੇ ਉੱਤੇ ਅੱਗੇ ਨੇ ਹਰ ਪੱਖੋਂ, ਗਿਆਨ ਵਿਗਿਆਨ ਤਕਨੀਕ ਅਰਥਚਾਰੇ 'ਚ, ਔਰ ਉਹ ਕਿਹੜੀ ਭਾਸ਼ਾ 'ਚ ਪੜ੍ਹਾ ਰਹੇ ਨੇ। ਇਹ 2 ਘੰਟੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਨਾ ਸਵਾਲਾਂ ਦਾ। ਪਰ ਜੇ ਆਪਾਂ ਪਤਾ ਹੀ ਨਹੀਂ ਲਾਣਾ ਚਾਹੁੰਦੇ, ਜੇ ਪਤਾ ਲੱਗ ਜਾਏ ਤੇ ਫਿਰ ਉਹਨੂੰ ਕਰਨਾ ਨਹੀਂ ਚਾਹੁੰਦੇ, ਤੇ ਸਾਡਾ ਫਿਰ ਭਾਈ ਆਪਾਂ ਆਪਣਾ ਇਲਾਜ ਆਪ ਹੀ ਕਰ ਸਕਦੇ ਹਾਂ। ਹੁਣ ਅਮਰੀਕਾ ਵਾਲੇ ਤੇ ਇੰਗਲੈਂਡ ਵਾਲੇ ਸਾਨੂੰ ਦੱਸ ਸਕਦੇ ਨੇ ਭਾਈ ਤੁਸੀਂ ਗਲਤ ਜਾ ਰਹੇ ਹੋ, ਆ ਵਿਸ਼ਵ ਬੈਂਕ ਨੇ ਸਾਨੂੰ ਦੱਸਤਾ, ਯੂਨੈਸਕੋ ਨੇ ਦੱਸ ਦਿੱਤਾ, ਬ੍ਰਿਟਿਸ਼ ਕੌਂਸਲ ਨੇ ਦੱਸ ਦਿੱਤਾ, ਜਿਹਦਾ ਚੰਡੀਗੜ੍ਹ ਦਫ਼ਤਰ ਹੈ। ਫਿਰ ਆਪਾਂ ਹੁਣ ਉਹ ਕੀ ਕਰ ਸਕਦੇ ਨੇ? ਉਹ ਸਾਡੀ ਨੀਤੀ ਤੇ ਬਣਾ ਨਹੀਂ ਸਕਦੇ, ਉਹ ਤੇ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਬਣਾਉਣੀ ਹੈ। ਜੀ ਬਿਲਕੁਲ, ਸੱਚਮੁੱਚ ਇਹ ਗੱਲ ਬਹੁਤ ਮਹੱਤਵਪੂਰਨ ਹੈ। ਇਸ ਗੱਲ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਸਾਡੇ ਕੋਲੇ 9ਵੀਂ 10ਵੀਂ ਤੱਕ ਸਾਇੰਸ ਮੈਥ ਪੰਜਾਬੀ ਦੇ ਵਿੱਚ ਹੁੰਦਾ ਹੈ, ਪਰ ਜਦੋਂ ਅਸੀਂ 11ਵੀਂ 12ਵੀਂ ਦੇ ਵਿੱਚ ਚਲੇ ਜਾਂਦੇ ਹਾਂ ਉਦੋਂ ਸਾਰਾ ਅੰਗਰੇਜ਼ੀ ਦੇ ਵਿੱਚ ਹੁੰਦਾ ਹੈ। ਜੇ ਅਸੀਂ 10ਵੀਂ ਤੱਕ ਸਾਇੰਸ ਮੈਥ ਪੜ੍ਹਾ ਸਕਦੇ ਹਾਂ ਪੰਜਾਬੀ ਦੇ ਵਿੱਚ, ਫਿਰ 11ਵੀਂ ਦੇ ਵਿੱਚ ਕੀ ਆਫਤ ਆਉਂਦੀ ਹੈ ਕਿ ਸਾਡੇ ਕੋਲ ਉੱਥੇ ਸ਼ਬਦਾਵਲੀ ਮੁੱਕ ਜਾਂਦੀ ਹੈ। ਮਤਲਬ ਗੱਲ ਇਹ ਹੈ ਕਿ ਪਾਲਿਸੀ ਮੈਟਰ ਦਾ ਮਸਲਾ ਹੈ ਕਿ ਅਸੀਂ ਕਰਨਾ ਹੀ ਨਹੀਂ ਚਾਹੁੰਦੇ। ਅਸਲ ਦੇ ਵਿੱਚ ਜੇ ਕਰਨਾ ਚਾਹੁੰਦੇ ਹੋਈਏ ਤਾਂ ਸਾਰਾ ਕੁਝ ਸਿਰਜਿਆ ਜਾ ਸਕਦਾ, ਸਾਰਾ ਕੁਝ ਕੀਤਾ ਜਾ ਸਕਦਾ ਹੈ। ਸੋ ਮੈਂ ਕੁਝ ਦੋਸਤਾਂ ਨੇ ਹੱਥ ਵੀ ਖੜਾ ਕੀਤਾ ਹੈ, ਮੈਂ ਬੇਨਤੀ ਕਰੂੰਗਾ। ਉਹਨਾਂ ਦੇ ਵਿੱਚੋਂ ਇੱਕ ਸਾਥੀ ਦਾ ਨਾਂ ਨਹੀਂ ਹੈਗਾ, ਉਹ ਕੁਝ ਕਹਿਣਾ ਚਾਹੁੰਦੇ ਨੇ, ਕੁਝ ਪੁੱਛਣਾ ਚਾਹੁੰਦੇ ਨੇ। ਇੱਕ ਬਲਵਿੰਦਰ ਸਿੰਘ ਮਾਨ ਹੋਰਾਂ ਨੇ ਹੱਥ ਖੜਾ ਕੀਤਾ, ਪਲੀਜ਼ ਆਪਣਾ ਸਵਾਲ ਕਰ। ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਲਵਿੰਦਰ ਸਿੰਘ ਜੀ ਬਠਿੰਡੇ ਤੋਂ। ਡਾਕਟਰ ਜੋਗਾ ਸਿੰਘ ਤੇ ਡਾਕਟਰ ਬੂਟਾ ਸਿੰਘ ਬਰਾੜ ਜੀ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਜੀ। ਤੇ ਚਲੋ ਟਾਈਮ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਖੇਪ ਚ ਆਪਦੀ ਗੱਲ ਕਰੂੰਗਾ ਮੈਂ ਜੀ। ਹਾਂਜੀ ਆਵਾਜ਼ ਆ ਰਹੀ ਹੈ ਜੀ? ਹਾਂ ਬਿਲਕੁਲ ਆ ਰਹੀ ਹੈ, ਬਿਲਕੁਲ ਆ ਰਹੀ ਹੈ। ਹਾਂਜੀ ਮੇਰਾ ਇੱਕ ਸਵਾਲ ਹੈ ਜੀ। ਜਿਵੇਂ ਪੂਰੀ ਦੁਨੀਆ ਇੱਕ ਪਿੰਡ ਬਣ ਰਹੀ ਆ, ਗਲੋਬਲਾਈਜੇਸ਼ਨ ਹੋ ਰਿਹਾ ਗਾ, ਆਪਣੇ ਪੰਜਾਬ ਦੀ ਉਦਾਹਰਨ ਲਈਏ ਤਾਂ ਬਹੁਤ ਪੰਜਾਬੀ ਬਾਹਰ ਜਾ ਰਿਹਾ, ਕੈਨੇਡਾ ਅਮਰੀਕਾ ਵਗੈਰਾ। ਤਾਂ ਆਈਲੈਟਸ ਨੂੰ ਆਪਾਂ ਇੱਕ ਡਿਗਰੀ ਸਮਝਿਆ ਹੋਇਆ ਹੈਗਾ, ਜੋ ਡਿਗਰੀ ਹੋ ਗਈ ਤੇ ਬਾਹਰ ਚਲੇ ਜਾਣ। ਤੇ ਗੈਰ ਪੰਜਾਬੀ ਜਿਹੜੇ ਬਹੁਤ ਸਾਰੇ ਪੰਜਾਬ ਚ ਆ ਰਹੇ ਨੇ ਜੀ, ਜ਼ਿਆਦਾਤਰ ਹਿੰਦੀ ਵਾਲੇ। ਸ਼ਹਿਰਾਂ ਦੇ ਵਿੱਚ ਤਾਂ ਬਹੁਤੇ ਥਾਈਂ ਇਹ ਹੋ ਗਿਆ ਵੀ 50% ਪੰਜਾਬੀ ਰਹਿ ਗਿਆ ਤੇ 50% ਗੈਰ ਪੰਜਾਬੀ ਜੀ। ਉਹਦੇ ਵਿੱਚ ਜਿਹੜੀ ਸਾਡੀ ਬੋਲ ਚਾਲ ਦੀ ਭਾਸ਼ਾ ਆਪਣੀ ਮਾਤ ਭਾਸ਼ਾ ਦੀ ਗੱਲ ਕਰੀਏ, ਪੰਜਾਬੀ ਦੀ ਗੱਲ ਕਰੀਏ, ਤਾਂ ਉਹਦੇ ਚ ਜਦੋਂ ਅਸੀਂ ਗੈਰ ਪੰਜਾਬੀ ਨਾਲ ਗੱਲਬਾਤ ਕਰਦੇ ਹਾਂ ਤਾਂ ਅਸੀਂ ਹਿੰਦੀ ਦੇ ਜਾਂ ਇੰਗਲਿਸ਼ ਦੇ ਬਹੁਤ ਸਾਰੇ ਸ਼ਬਦ ਬੋਲਦੇ ਹਾਂ। ਤਾਂ ਹੌਲੀ ਹੌਲੀ ਰੂਟੀਨ ਚ ਉਹ ਸਾਡੇ ਸ਼ਬਦ ਆਮ ਜਿਹੇ ਬਣ ਜਾਂਦੇ ਆ। ਵੀ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਦਾ ਭਵਿੱਖ ਕਿਸ ਤਰ੍ਹਾਂ ਦਾ ਲੱਗਦਾ ਜੀ? ਜੇ ਆਪਾਂ ਪੰਜਾਬ ਦੇ ਸੰਦਰਭ ਕਿਸ ਕਿਸਮ ਦਾ ਹੋਊਗਾ? ਡਾਕਟਰ ਬੂਟਾ ਸਿੰਘ ਬਰਾੜ ਜੀ। ਦੇਖੋ, ਭਾਸ਼ਾ ਬਾਰੇ ਇਹ ਸਮਝਣ ਵਾਲੀ ਗੱਲ ਹੈ ਕਿ ਪਹਿਲੀ ਗੱਲ ਤਾਂ ਹੈ ਕਿ ਭਾਸ਼ਾ ਨਾ ਤਾਂ ਖਲਾ ਦੇ ਵਿੱਚੋਂ ਪੈਦਾ ਹੁੰਦੀ ਹੈ, ਬੜੀ ਲੰਮੀ ਇਤਿਹਾਸਕ ਵਿਕਾਸ ਪ੍ਰਕਿਰਿਆ ਦੇ ਵਿੱਚ ਜਾ ਕੇ ਭਾਸ਼ਾ ਵਿਕਸਿਤ ਹੁੰਦੀ ਹੈ। ਅੱਜ ਦੇ ਜਿਹੜੇ ਸ਼ਬਦ ਹੈ ਉਹ ਕੱਲ ਨੂੰ ਨਹੀਂ ਹੋਣੇ, ਕੱਲ ਦੇ ਪਰਸੋਂ ਨੂੰ ਨਹੀਂ ਹੋਣੇ। ਜੇ ਅਸੀਂ ਧੁਰ ਮੁੱਢ ਤੋਂ ਪੰਜਾਬੀ ਦੇ ਵਿਕਾਸ ਨੂੰ ਦੇਖੀਏ ਤਾਂ ਜਿਹੜੀ 12ਵੀਂ ਸਦੀ 'ਚ ਪੰਜਾਬੀ ਸੀ
ਉਹ 15ਵੀਂ ਵਿੱਚ ਨਹੀਂ ਸੀ, ਜਿਹੜੀ 15ਵੀਂ 'ਚ ਸੀ ਉਹ 18ਵੀਂ 'ਚ ਨਹੀਂ ਸੀ, ਜਿਹੜੀ ਜੀ। 18ਵੀਂ 'ਚ ਉਹ 20ਵੀਂ ਸਦੀ 'ਚ ਨਹੀਂ ਹੈ। ਸੋ ਇਹਨੂੰ ਮੈਂ ਕਹਿੰਦਾ ਹੁੰਦਾ ਕਿ ਭਾਸ਼ਾ ਦਾ ਵਿਕਾਸ ਆ, ਪਰਿਵਰਤਨ ਤੇ ਵਿਕਾਸ ਜਿਹੜਾ ਹੈ ਉਹੀ ਭਾਸ਼ਾ ਦਾ ਜੀਵਨ ਹੈ। ਜਿਹੜੀ ਭਾਸ਼ਾ ਦੇ ਵਿੱਚ ਜਿਹੜੀ ਉਹੀ ਗੱਲ ਜਿਹੜੀ ਸੰਸਕ੍ਰਿਤੀ ਆਪਾਂ ਪਹਿਲਾਂ ਕੀਤੀ ਸੀ, ਜਾਂ ਮੱਧਕਾਲ ਦੀ ਭਾਸ਼ਾ ਦੀ ਗੱਲ ਕਰੋ, ਤਾਂ ਕੀ ਅਸੀਂ ਜਿਹੜੀ ਉਹ ਮੱਧਕਾਲ ਦੀ ਭਾਸ਼ਾ, ਕਿੱਸਾ ਕਾਵ ਵਾਲੀ ਆ ਭਾਸ਼ਾ ਜਾਂ ਗੁਰਬਾਣੀ ਵਾਲੀ ਭਾਸ਼ਾ, ਉਹ ਬੋਲਚਾਲ ਸਾਡੀ ਨਹੀਂ ਹੈ ਜੀ। ਜਿਵੇਂ ਜਿਵੇਂ ਭਾਸ਼ਾ ਮਨੁੱਖ ਦੇ ਅਨੁਭਵ ਦੀ, ਆਲੇ ਦੁਆਲੇ ਸਮਾਜ ਦੀ ਜਿਹੜੀ ਤੋਰ ਆ ਉਹਦੇ ਮਿਸਾਲ ਚੱਲਦੀ ਹੈ। ਜਿਵੇਂ ਸਾਡਾ ਆਲਾ ਦੁਆਲਾ ਹੋਊਗਾ, ਜਿਸ ਤਰ੍ਹਾਂ ਦਾ ਹੋਏਗਾ, ਉਹਦੇ ਮੁਤਾਬਕ ਜੋ ਸਾਡਾ ਅਨੁਭਵ ਹੋਊਗਾ, ਉਹਦੇ ਮੁਤਾਬਕ ਹੀ ਸ਼ਬਦ ਆਉਣਗੇ, ਉਹਦੇ ਮੁਤਾਬਕ ਹੀ ਬੋਲਾਂਗੇ। ਇਹਦਾ ਸਰੂਪ ਇਹ ਬਿਲਕੁਲ ਠੀਕ, ਜਿਹੜੀ ਗੱਲ ਯੂਨੈਸਕੋ ਨੇ ਵੀ ਕੀਤੀ ਸੀ ਨਾ ਕਿ ਆਉਣ ਵਾਲੇ 50 ਸਾਲਾਂ ਨੂੰ ਭਾਸ਼ਾ ਜਿਹੜੀ ਆ ਮਰ ਜਾਊਗੀ, ਜਾਂ ਪਾਤਰ ਨੇ ਇੱਕ ਗੱਲ ਕਵਿਤਾ ਲਿਖਿਆ, ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ ਸ਼ਬਦ ਵਾਕ ਵਾਕ। ਉਹ ਸ਼ਬਦ ਸ਼ਬਦ ਵਾਕ ਵਾਕ ਕਿਹੜੀ ਭਾਸ਼ਾ ਦੇ ਮਰ ਰਹੇ ਆ ਨਾ, ਉਹ ਸਾਡੀ ਬੋਲਚਾਲ ਦੀ ਭਾਸ਼ਾ ਦੇ ਮਰ ਰਹੇ ਆ। ਉਹ ਸਾਡੇ ਜਿਹੜੀਆਂ ਅਸਲ ਵਿੱਚ ਜਿਹੜੀ ਮਾਤ ਭਾਸ਼ਾ ਸਾਡੀ ਉਪਭਾਸ਼ਾ ਹੁੰਦੀ ਹੈ, ਉਪਭਾਸ਼ਾ ਸਾਡੇ ਜ਼ਿਹਨ ਦੇ ਪੂਰੀ ਤਰ੍ਹਾਂ ਸਾਡੀ ਜੁੜੀ ਹੁੰਦੀ ਸਾਡੇ ਨਾਲ। ਔਰ ਜਿਹੜੇ ਮਰ ਰਹੀ ਹੈ ਭਾਸ਼ਾ, ਉਹ ਸਾਡੀ ਪੁਆਧੀ ਮਲਵਈ ਜਿਹੜੀ ਹੈਗੀ ਆ ਉਹ ਮਰ ਰਹੀ ਹੈ। ਔਰ ਇਹ ਸਾਡੇ ਉਹਦਾ ਜਿਹੜਾ ਲਹਿਜਾ ਹੈ, ਲਹਿਜਾ ਨਹੀਂ ਜਾਂਦਾ ਕਿਸੇ ਪਾਸੇ, ਲਹਿਜਾ ਉਵੇਂ ਰਹਿੰਦਾ, ਉਹਦੇ ਸ਼ਬਦ ਨਵੇਂ ਜਿਹੜੇ ਆ ਗਾਂਹ ਪਛਾਂ ਜੇ ਕੇ ਹੋ ਕੇ ਆਈ ਜਾਂਦੇ ਆ। ਸੋ ਭਾਸ਼ਾਵਾਂ ਦਾ ਇਹ ਵਿਕਾਸ ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਆਇਆ ਤੇ ਇਸੇ ਤਰ੍ਹਾਂ ਹੀ ਰਹੇਗਾ। ਲੇਕਿਨ ਗੱਲ ਇਹ ਹੁੰਦੀ ਹੈ ਕਿ ਵਿਕਾਸ ਇਸ ਤਰ੍ਹਾਂ ਦਾ ਹੋਵੇ ਕਿ ਉਹ ਸਹਿਜ ਵੀ ਲੱਗੇ ਔਰ ਕਿਸੇ ਹੱਦ ਤੱਕ ਉਹ ਭਾਸ਼ਾ ਦੇ ਸਰੂਪ ਨੂੰ ਵਿਗਾੜੇ ਨਾ। ਜਿਵੇਂ ਕਿ ਹੁਣ ਜਿਹੜੀ ਵਿਕਾਸ ਦੀ ਅਸਲ ਵਿੱਚ ਸਮਾਜਿਕ ਤੋਰ ਆ ਨਾ, ਜਿਹੜੀ ਵਿਗਿਆਨ ਤੇ ਟੈਕਨੋਲੋਜੀ ਦੇ ਆਉਣ ਦੇ ਨਾਲ ਵਿਕਾਸ ਬਹੁਤ ਤੇਜ਼ ਹੋ ਗਿਆ ਜੀ। ਔਰ ਉਸ ਤੇਜ਼ ਗਤੀ ਦੇ ਵਿੱਚ ਸਰੂਪ ਦੀ ਗਤ ਜਿਹੜੀ ਚੇਂਜ ਆ ਰਹੀ ਹੈ ਨਾ ਭਾਸ਼ਾ ਦੇ ਵਿੱਚ, ਉਹ ਵੀ ਬੜੀ ਤੇਜ਼ੀ ਨਾਲ ਆ ਰਹੀ ਹੈ। ਔਰ ਉਹਦੇ ਨਾਲ ਕੁਝ ਵਿਗਾੜ ਜਿਹੜੇ ਆ ਉਹ ਉਸ ਤਰੀਕੇ ਨਾਲ ਪੈਦਾ ਹੋ ਰਿਹਾ ਕਿ ਜਿਹੜੇ ਮਤਲਬ ਚਾਹੀਦੇ ਨਹੀਂ। ਜਿਵੇਂ ਸਾਡੀਆਂ ਜਿਹੜੀਆਂ ਹੁਣ ਲੋਕ ਗੀਤਾਂ ਦੇ ਭਾਸ਼ਾ ਦੇ ਵਿੱਚ ਜਿਹੜੀ ਹੈ ਕਿਰਿਆਵਾਂ ਜਿਹੜੀਆਂ ਨੇ ਉਹ ਹੀ ਅੰਗਰੇਜ਼ੀ ਦੀਆਂ ਘੁਸਪੈਠ ਕਰਨ ਲੱਗ ਗਈਆਂ। ਇਹ ਜਿਹੜਾ ਸਿਸਟਮ ਆ ਨਾ, ਵਿਆਕਰਨ ਦਾ ਢਾਂਚਾ ਜਿਹੜਾ ਹੁੰਦਾ ਕਿਸੇ ਭਾਸ਼ਾ ਦਾ, ਜੇ ਉਹ ਤਹਿਸ਼ ਨਹਿਸ਼ ਹੋਣ ਲੱਗ ਜੇ, ਉਹ ਫਿਰ ਆਉਣ ਵਾਲੇ ਸਮੇਂ 'ਚ ਉਹ ਖਤਰਾ ਦਾ ਘੰਟੀ ਹੁੰਦੀ ਹੈ। ਉਸ ਨੂੰ ਬਚਾਉਣ ਦੀ ਲੋੜ ਨਹੀਂ। ਮੈਂ ਕਹਿੰਦਾ ਹੁੰਦਾ ਕਿ ਭਾਸ਼ਾ ਦੋ ਤਰੀਕਿਆਂ ਦੇ ਨਾਲ ਵਿਕਾਸ ਕਰਦੀ ਰਹਿੰਦੀ ਹੈ। ਭਾਸ਼ਾ ਦਾ ਇੱਕ ਸਹਿਜ ਵਿਕਾਸ ਹੁੰਦਾ, ਇੱਕ ਉਹਦਾ ਵਿਉਂਤਬੱਧ ਵਿਕਾਸ ਹੁੰਦਾ। ਜੋਗਾ ਸਿੰਘ ਦੀ ਜਿਹੜੀ ਗੱਲ ਇਹ ਸ਼ੁਰੂ ਕੀਤੀ ਸੀ, ਉਸ ਨੂੰ ਮੈਂ ਸਮੇਟਣਾ ਚਾਹੁੰਦਾ। ਜਿਹੜਾ ਸਹਿਜ ਵਿਕਾਸ ਆ ਉਹਦੇ ਅੱਗੋਂ ਦੋ ਰੂਪਾਂ ਦੇ ਵਿੱਚ ਵਿਕਸਿਤ ਹੁੰਦਾ ਜੀ। ਇੱਕ ਤਾਂ ਹੁੰਦਾ ਲੋਕ ਜੀਵਨ ਦੇ ਅੰਗ ਸੰਗ ਹੋ ਕੇ ਭਾਸ਼ਾ ਵਿਚਰਦੀ ਹੈ, ਇੱਕ ਤਾਂ ਲੋਕ ਉਹਨੂੰ ਆਮ ਵਰਤੋਂ ਵਿੱਚ ਆਪਣੀਆਂ ਬੋਲਚਾਲ ਦੇ ਵਿੱਚ, ਰੀਤਾਂ ਰਸਮਾਂ ਦੇ ਵਿੱਚ, ਰਿਵਾਜਾਂ ਦੇ ਵਿੱਚ, ਖੁਸ਼ੀ ਗਮੀ ਦੇ ਵਿੱਚ, ਸੱਭਿਆਚਾਰਕ ਲੋੜਾਂ ਦੇ ਵਿੱਚ ਉਹ ਕਰਦੇ ਰਹਿੰਦੇ ਆ। ਸੋ ਇਸ ਤਰ੍ਹਾਂ ਮਤਲਬ ਉਹ ਭਾਸ਼ਾ ਸਾਡੀ ਸਮੁੱਚੀ ਸੰਸਕ੍ਰਿਤ ਸਿਮਰਤੀ ਦਾ, ਸਾਡਾ ਵਰਤਮਾਨ ਦੇ ਵਿਚਰਨ ਦਾ ਬਹੁਤ ਪੱਖੀ ਸੰਘਰਸ਼ ਹੈ ਜਿਹੜਾ ਉਹਦੇ ਰਾਹੀਂ ਰੂਪਮਾਨ ਹੁੰਦਾ। ਇੱਕ ਭਾਸ਼ਾ ਦੀ ਵਰਤੋਂ ਸਾਹਿਤ ਦੇ ਵਿੱਚ ਹੁੰਦੀ ਹੈ। ਸਾਹਿਤ ਸਿਰਜਣਾ ਦਾ ਪ੍ਰਵਾਹ ਰਾਹੀਂ ਲੇਖਕ ਜਿਹੜੇ ਲੋਕ ਨੇ ਉਹ ਭਾਸ਼ਾ ਨੂੰ ਮਾਂਝਦੇ ਆ, ਸਵਾਰਦੇ ਆ, ਖੂਬਸੂਰਤ ਬਣਾਉਂਦੇ ਆ। ਸੋ ਸਾਹਿਤਕਾਰ ਸ਼ਬਦ ਤਾਂ ਆਮ ਸਧਾਰਨ ਭਾਸ਼ਾ ਚੋਂ ਹੀ ਲੈਂਦੇ ਆ, ਪਰ ਉਹਨਾਂ ਸ਼ਬਦਾਂ ਤੋਂ ਅਸਧਾਰਨ ਕੰਮ ਲਿਆਉਂਦੇ। ਇਸ ਤਰ੍ਹਾਂ ਭਾਸ਼ਾ ਦੇ ਵਿੱਚ ਨਵੀਆਂ ਅਰਥ ਸੁਭਾਵਨਾਵਾਂ ਜਿਹੜੀਆਂ ਉਜਾਗਰ ਕਰ ਦਿੰਦੇ ਆ। ਸੋ ਇਸ ਪੱਖ ਤੋਂ ਅਸੀਂ ਜਦੋਂ ਦੇਖਦੇ ਹਾਂ, ਸਾਡੀ ਭਾਸ਼ਾ ਸਦੀਆਂ ਤੋਂ ਲੋਕ ਜੀਵਨ ਦੇ ਅੰਗ ਸੰਗ ਹੋ ਕੇ ਤੁਰਦੀ ਆ ਰਹੀ ਹੈ ਤੇ ਇਸ ਵਿੱਚ ਰਚਿਆ ਗਿਆ ਸਾਹਿਤ ਜਿਹੜਾ ਹੈ ਉਹਦੀ ਯੋਗਤਾ ਦਾ ਪ੍ਰਮਾਣ ਵੀ ਪੇਸ਼ ਕਰਦਾ ਆ ਰਿਹਾ। ਹੁਣ ਜਿਹੜਾ ਦੂਜਾ ਪੱਖ ਹੈ ਨਾ, ਜਿਹੜਾ ਬੱਚੇ ਨੇ ਆਪਣਾ ਦੋਸਤ ਨੇ ਸਵਾਲ ਕੀਤਾ, ਉਹਦਾ ਸੰਬੰਧ ਮੈਂ ਸਮਝਦਾ ਹੈ ਕਿ ਬੜਾ ਇਸ ਪੱਖ ਤੋਂ ਸੁਚੇਤ ਹੋਣ ਦੀ ਲੋੜ ਹੈ। ਇਹਨੂੰ ਮੈਂ ਕਹਿੰਦਾ ਹੁੰਦਾ ਕਿ ਸਾਡੇ ਵਿਉਂਤਬੱਧ ਯੋਜਨਾ ਜਿਹੜੀ ਹੈ ਭਾਸ਼ਾ ਦੇ ਵਿੱਚ ਇੱਕ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਨਾ ਪੈਂਦਾ। ਸੋ ਇਹਦੇ ਅੱਗੋਂ ਹੁਣ ਆਪਣੇ ਕੋਲ ਸਮਾਂ ਹੈ ਨਹੀਂਗਾ, ਕਈ ਗੱਲਾਂ ਇਸ ਦੀਆਂ ਸਮਝਣੀਆਂ ਕਿ ਹੁਣ ਜਿਹੜੀ ਸਾਡੀ ਭਾਸ਼ਾ ਇਸ ਵੇਲੇ ਹੈ ਨਾ, ਇਸ ਅਵਸਥਾ 'ਚ ਹੈ ਕਿ ਗਿਆਨ ਵਿਗਿਆਨ ਤੇ ਤਕਨਾਲੋਜੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ। ਔਰ ਇੱਥੇ ਬੜੀਆਂ ਇੱਥੇ ਹੀ ਅਸਲ ਵਿੱਚ ਇਹਦੇ ਸਾਹਮਣੇ ਚੁਣੌਤੀਆਂ ਨੇ, ਔਰ ਉਹ ਚੁਣੌਤੀਆਂ ਸਾਡੀਆਂ ਭਾਸ਼ਾ ਦੀਆਂ ਨੀਤੀਗਤ ਵੀ ਹੈ, ਉਹ ਸਿੱਖਿਆ ਦੇ ਖੇਤਰ ਦੇ ਨਾਲ ਵੀ ਹੈ, ਉਹ ਭਾਸ਼ਾਈ ਸਰੋਤਾਂ ਦੀ ਵਿਉਂਤਬੰਦੀ ਦੇ ਨਾਲ ਵੀ। ਸੋ ਇਹ ਚੁਣੌਤੀਆਂ ਜਿਹੜੀਆਂ, ਇਹਨਾਂ ਪ੍ਰਤੀ ਅਸੀਂ ਸੁਚੇਤ ਹੋ ਕੇ ਇਹਨਾਂ ਗੱਲਾਂ ਦਾ ਭਵਿੱਖ, ਇਹਨਾਂ ਗੱਲਾਂ ਦੇ ਵਿੱਚੋਂ ਸੰਭਾਵਨਾਵਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਬਣਾ ਸਕਦੇ ਹਾਂ। ਔਰ ਮੈਂ ਸਮਝਦਾ ਕਿ ਇਹਨਾਂ ਪੱਖਾਂ ਤੇ ਜ਼ਿਆਦਾ ਨਿੱਠ ਕੇ ਜਿਹੜਾ ਹੈ ਸੰਵਾਦ ਹੋਣਾ ਚਾਹੀਦਾ। ਬਹੁਤ ਬਹੁਤ ਮਹੱਤਵਪੂਰਨ ਗੱਲ ਹੈ। ਬਿਲਕੁਲ ਬਿਲਕੁਲ। ਹਾਂਜੀ, ਹੋਰ ਸਾਥੀ ਨੇ ਕੁਝ ਨੇ ਹੱਥ ਖੜੇ ਕੀਤੇ ਨੇ, ਪਲੀਜ਼ ਸੱਦਾ ਉਹਨਾਂ ਨੂੰ ਕਿ ਆਪਣਾ ਸਵਾਲ ਕਰ ਸਕਦੇ ਨੇ। ਜੀ ਮਨਜਿੰਦਰ। ਹਾਂਜੀ ਡਾਕਟਰ ਸਾਹਿਬ ਜੀ। ਹਾਂਜੀ ਮਨਜਿੰਦਰ ਡਾਕਟਰ ਸਾਹਿਬ, ਬੇਨਤੀ ਹੈ ਵੀ ਜਿੱਥੇ ਆਪਾਂ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਕਰ ਰਹੇ ਹਾਂ, ਇੱਕ ਛੋਟਾ ਜਿਹਾ ਨੁਕਤਾ ਹੈ ਵੀ ਜਿਹੜਾ ਬੱਚਿਆਂ ਦੇ ਨਾਲ ਜੁੜਿਆ ਹੋਇਆ, ਬੱਚਿਆਂ ਦੀ ਮਾਨਸਿਕਤਾ ਨਾਲ ਜੁੜਿਆ ਹੋਇਆ।
ਟੀਵੀ ਦੇ ਉੱਪਰ ਦੇਖਦੇ ਆ ਅੱਜ ਕੱਲ ਬੱਚੇ ਆ ਜਿਹੜੇ ਉਹ ਕਾਰਟੂਨ ਬਹੁਤ ਦੇਖਦੇ ਆ, ਤੇ ਜਦੋਂ ਅਸੀਂ ਰਿਮੋਟ ਰਾਹੀਂ ਜਦੋਂ ਅਸੀਂ ਭਾਸ਼ਾ ਪਰਿਵਰਤਨ ਦਾ ਵੀ ਉਹਦੇ ਚ ਇੱਕ ਆਪਸ਼ਨ ਹੁੰਦੀ ਹੈ ਵੀ ਤੁਸੀਂ ਭਾਸ਼ਾ ਪਰਿਵਰਤਨ ਕਰ ਸਕਦੇ ਹੋ, ਜਿੰਦੇ ਚ ਬਾਕੀ ਤਾਂ ਜਿਹੜੀਆਂ 6-7 ਭਾਸ਼ਾਵਾਂ ਹੁੰਦੀਆਂ ਨੇ ਉਹ ਤਾਂ ਅਸੀਂ ਪਰਿਵਰਤਨ ਕਰ ਸਕਦੇ ਹਾਂ, ਪਰ ਉਹਨਾਂ ਵਿੱਚ ਨਾ ਬਹੁਤਿਆਂ ਵਿੱਚ ਪੰਜਾਬੀ ਨਹੀਂ ਹੈਗੀ। ਤੇ ਮੈਨੂੰ ਬਹੁਤ ਖੁਸ਼ੀ ਹੋਈ, ਕੁਝ ਦਿਨ ਪਹਿਲਾਂ ਇੱਕ ਨਵਾਂ ਚੈਨਲ ਚੱਲਿਆ ਬਾਲ ਭਾਰਤ। ਅੱਛਾ। ਤੇ ਜਦੋਂ ਉਹਦੇ ਵਿੱਚ ਮੈਂ ਉਹਨੂੰ ਖੋਲ ਕੇ ਦੇਖਿਆ, ਉਹਦੇ ਵਿੱਚ ਪੰਜਾਬੀ ਦੀ ਆਪਸ਼ਨ ਆ ਰਹੀ ਸੀ, ਤੇ ਜਦੋਂ ਮੈਂ ਪੰਜਾਬੀ ਨੂੰ ਕਲਿੱਕ ਕਰਕੇ ਦੇਖਿਆ ਤੇ ਪੰਜਾਬੀ ਬਹੁਤ ਵਧੀਆ ਤਰੀਕੇ ਨਾਲ ਬੋਲਦੇ ਸੀ ਜਿਹੜੇ ਕਾਰਟੂਨ ਸੀ, ਤੇ ਮੇਰਾ ਬੇਟਾ ਬਹੁਤ ਖੁਸ਼ ਹੋਇਆ ਦੇਖ ਕੇ। ਜਦੋਂ ਆਪਾਂ ਦੇਖਦੇ ਆ ਵੀ ਬੱਚੇ ਕਾਰਟੂਨਾਂ ਨਾਲ ਬਹੁਤ ਜੁੜੇ ਹੋਏ ਆ, ਇਹ ਕੰਮ ਕਰਨ ਦੀ ਲੋੜ ਹੈ ਜੀ ਆਪਾਂ ਨੂੰ ਵੀ ਬਹੁਤ ਜ਼ਿਆਦਾ। ਇਹ ਪਹਿਲਾਂ ਹੀ ਜਿਹੜੇ ਬੱਚੇ ਕਾਰਟੂਨ ਦੇਖਦੇ ਆ ਉਹਨਾਂ ਨੂੰ ਭਾਸ਼ਾ ਰਾਹੀਂ ਹੀ ਉਹ ਸਿੱਖਦੇ ਆ, ਬਹੁਤ ਸਾਰੀ ਸ਼ਬਦਾਵਲੀ ਉਹ ਭਾਸ਼ਾ ਕਾਰਟੂਨਾਂ ਰਾਹੀਂ ਸਿੱਖਦੇ ਆ। ਬਿਲਕੁਲ। ਤੇ ਉਹ ਬਹੁਤ ਖੁਸ਼ੀ ਹੋਈ ਮੈਨੂੰ। ਬਾਲ ਭਾਰਤ ਜਿਹੜਾ ਉਹ ਚੈਨਲ ਸੀ ਉਹਦੇ ਵਿੱਚ ਪੰਜਾਬੀ ਦੀ ਆਪਸ਼ਨ ਸੀ, ਜਦੋਂ ਮੈਂ ਉਸ ਨੂੰ ਲਗਾ ਕੇ ਵੇਖਿਆ ਸ਼ਬਦਾਵਲੀ ਬਹੁਤ ਵਧੀਆ ਤਰੀਕੇ ਨਾਲ ਉਹ ਡਿਲੀਵਰ ਕਰ ਰਹੇ ਸੀ ਆਪਦੀ ਜਿਹੜੇ, ਤੇ ਬੱਚੇ ਬਹੁਤ ਦੇਖ ਕੇ ਖੁਸ਼ ਹੋ ਰਹੇ ਸੀ। ਇਹ ਆਪਣੇ ਜਿਹੜੇ ਅਦਾਰੇ ਨੇ ਜਾਂ ਵਿਦਵਾਨ ਨੇ ਉਹਨਾਂ ਨੂੰ ਵੀ ਇਹ ਜਿਹੜਾ ਮਸਲਾ ਇਹ ਅੱਗੇ ਲਿਜਾਣਾ ਚਾਹੀਦਾ, ਜਾਂ ਇਹ ਪਹਿਲਾਂ ਵੀ ਜਿਹੜੇ ਚੈਨਲ ਚੱਲਣੇ ਚਾਹੀਦੇ। ਯੂਨੀਵਰਸਿਟੀ ਵਿੱਚ ਵੀ ਗੱਲਬਾਤ ਹੋਈ ਕਿ ਇਹ ਜਿਹੜੇ ਚੈਨਲ ਆ ਜਿਵੇਂ ਕਾਰਟੂਨ ਅੱਜ ਤੱਕ ਕਿਉਂ ਨਹੀਂ ਬਣ ਸਕੇ, ਇਸ ਬਾਰੇ ਵੀ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਜੀ। ਡਾਕਟਰ ਜੋਗਾ ਸਿੰਘ ਜੀ, ਜੇ ਆਪਾਂ ਇਹਦੇ ਨਾਲ ਜੋੜੀਏ ਗੱਲ, ਮਨਜਿੰਦਰ ਸਿੰਘ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਬੜੀ ਕਮਾਲ ਦੀ ਗੱਲ ਹੈ ਕਿ ਅੱਜ ਦੇ ਦੌਰ ਦੇ ਵਿੱਚ ਇਹਨਾਂ ਪਲੇਟਫਾਰਮਾਂ ਤੇ ਕੰਮ ਕਰਨ ਦੀ ਵੱਧ ਜ਼ਰੂਰਤ ਹੈ, ਤਾਂ ਕਿ ਉਹ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਉੱਥੇ ਅਸੀਂ ਆਪਣੀ ਗੱਲ ਆਪਣੀ ਭਾਸ਼ਾ ਦੇ ਮੁੱਦਿਆਂ ਨੂੰ ਲਿਆ ਸਕੀਏ। ਕੀ ਵਿਚਾਰ ਹੈ ਤੁਹਾਡਾ ਡਾਕਟਰ ਜੋਗਾ ਸਿੰਘ ਜੀ? ਜੀ ਇਹਨਾਂ ਬਹੁਤ ਹੀ ਮਹੱਤਵਪੂਰਨ ਗੱਲ ਕੀਤੀ ਹੈ ਕਿ ਜਿਹੜੇ ਅੱਜ ਕੱਲ ਬੱਚੇ ਭਾਸ਼ਾ ਹੀ ਨਹੀਂ ਸਿਰਫ ਸਿੱਖ ਰਹੇ, ਉਹਨਾਂ ਦੀ ਸੋਚ, ਉਹਨਾਂ ਦਾ ਜਿਹੜਾ ਮਾਨਸਿਕ ਸੰਸਾਰ ਹੈ ਉਹ ਸਾਰਾ ਕਾਰਟੂਨਾਂ ਤੋਂ ਬਣ ਰਿਹਾ। ਉਹ ਛੋਟੇ ਹੁੰਦੇ ਜੰਮਦੇ ਨਿਆਣੇ ਜਦੋਂ ਛੋਟੇ ਹੁੰਦੇ ਨੇ ਤੇ ਉਹ ਟੀਵੀਆਂ ਦੇ ਅੱਗੇ ਬਹਿ ਰਹੇ ਨੇ, ਫੋਨ ਵੀ ਵਰਤਣ ਲੱਗ ਗਏ ਨੇ, ਕੰਪਿਊਟਰਾਂ ਤੇ ਬਹਿ ਰਹੇ ਨੇ, ਤਾਂ ਉਹ ਸਾਰੀ ਸੋਚ, ਉਹ ਸਾਰੀ ਭਾਸ਼ਾ ਉਸ ਪਾਸੇ ਨਹੀਂ ਉਹਨਾਂ ਦਾ ਦਿਮਾਗ ਜਾਂਦਾ। ਔਰ ਇਹ ਬੜੀ ਇਹਨਾਂ ਦੀ ਮਹੱਤਵਪੂਰਨ ਗੱਲ ਹੈ। ਔਰ ਮੇਰੀ ਇੱਕ ਬੜੀ ਸਨੀਮਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ, ਖਾਸ ਤੌਰ ਤੇ ਜਿਹੜੇ ਸਾਧਕ ਸੰਪन्न ਪੰਜਾਬੀ ਨੇ, ਕਿ ਹੋਰ ਅਸੀਂ ਬਹੁਤ ਸ਼ੋਭਾ ਵਾਲੇ ਕੰਮ ਕਰਦੇ ਹਾਂ ਜਿਹਦੇ ਵਿੱਚ ਪੰਜਾਬੀਆਂ ਦੀ ਬੜੀ ਸ਼ੋਭਾ ਸਾਰੀ ਦੁਨੀਆ ਦੇ ਵਿੱਚ। ਆਪਾਂ ਆਪਣੀ ਮਾਂ ਬੋਲੀ ਵੱਲ ਵੀ ਥੋੜਾ ਧਿਆਨ ਕਰਕੇ ਆਪਣੇ ਜਿਹੜੇ ਸਾਧਨ ਨੇ ਇਧਰ ਲਾਈਏ, ਤੇ ਜਿਹੜੇ ਪੰਜਾਬ ਦੇ ਵਿੱਚ ਬੜੇ ਆਪਣੇ ਭਰਾ ਨੇ ਜਿਨ੍ਹਾਂ ਕੋਲ ਵਾਹਵਾ ਪੈਸਾ ਪੂਸਾ ਵੀ ਹੈ, ਤਾਂ ਉਹ ਇਸ ਪਾਸੇ ਨੂੰ ਕਾਰਟੂਨਾਂ ਵੱਲ ਪੈਸਾ ਲਾਉਣ ਨੂੰ ਧਿਆਨ ਦੇਣ ਬੰਦੇ ਵੀ ਹੈ ਨੇ। ਔਰ ਦੂਜੇ ਜਿਹੜੇ ਸਾਡੇ ਪਿਛਲੇ ਹੀ ਸੰਚਾਰ ਮਾਧਿਅਮ ਸੱਜਣ ਕੰਮ ਕਰ ਰਹੇ ਨੇ ਉਹ ਵੀ ਥੋੜਾ ਇਸ ਪਾਸੇ ਵੱਲ ਧਿਆਨ ਦੇਣ। ਔਰ ਆ ਜਿਹੜਾ ਡੱਬਿੰਗ ਹੈ ਕੋਈ ਬਣੀ ਹੋਈ ਹੈ ਫਿਲਮ, ਤਾਂ ਉਹਦੇ ਪਿੱਛੇ ਪੰਜਾਬੀ ਚ ਹੋਵੇ, ਇਹ ਥੋੜਾ ਸਭ ਤੋਂ ਸੌਖਾ ਕੰਮ ਹੈ। ਔਰ ਇਹ ਬਹੁਤ ਹੀ ਮਹੱਤਵਪੂਰਨ ਖੇਤਰ ਹੈ ਜਿਹੜਾ ਕਾਰਟੂਨਾਂ ਦਾ ਹੈ ਔਰ ਜਿਹੜਾ ਚੈਨਲਾਂ ਦਾ ਹੈ, ਜਿਹਦੇ ਵੱਲ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ। ਦੂਜੀ ਜਿਹੜੀ ਮੈਂ ਥੋੜੀ ਗੱਲ ਉਹ ਸਵਾਲ ਦੇ ਨਾਲ ਜੁੜੀ ਤੇ ਨਹੀਂ, ਪਰ ਇਸ ਕਰਕੇ ਕੋਈ ਰਹਿ ਨਾ ਜਾਏ, ਮੈਂ ਬਹੁਤ ਜ਼ਰੂਰੀ ਕਹਿਣਾ ਚਾਹੁੰਦਾ ਵਾਂ, ਉਹ ਇਹ ਕਿ ਇਸ ਵਕਤ 50% ਪੰਜਾਬ ਦੇ ਬੱਚੇ ਜਿਹੜੇ ਨੇ ਉਹ ਅੰਗਰੇਜ਼ੀ ਮਾਧਿਅਮ ਚ ਪੜ੍ਹਦੇ ਨੇ ਪਏ। ਇਹ ਜਿਹੜੇ ਅੰਗਰੇਜ਼ੀ ਮਾਧਿਅਮ ਚ ਪੜ੍ਹਦੇ ਨੇ ਔਰ ਘਰ ਵਾਲੇ ਵੀ ਕੋਸ਼ਿਸ਼ ਕਰਦੇ ਨੇ ਅੰਗਰੇਜ਼ੀ ਚ ਬੋਲੀਏ, ਸਕੂਲ ਚ ਵੀ 4 ਸਾਲ ਤੋਂ ਅੰਗਰੇਜ਼ੀ ਜਾਂ 2.5 ਸਾਲ ਤੋਂ ਹੀ ਆਂਗਣਵਾੜੀ ਸਾਰੇ ਜਾਂਦੇ ਨੇ, ਤਾਂ ਜਦੋਂ ਇਹ 12ਵੀਂ ਤੱਕ ਆਉਣਗੇ ਇਹਨਾਂ ਦੀ ਪੰਜਾਬੀ ਇੰਨੀ ਥੋੜੀ ਇਹਨਾਂ ਨੂੰ ਆਏਗੀ, ਇਹ ਚਾਹਣਗੇ ਕਿ ਪੰਜਾਬ ਦਾ ਸਾਰਾ ਕੰਮ ਕਾਰ ਅੰਗਰੇਜ਼ੀ ਚ ਹੋਵੇ ਔਰ ਇਹਨਾਂ ਨੂੰ ਕਿਉਂਕਿ ਉਹਦੇ ਚ ਅੰਗਰੇਜ਼ੀ ਚ ਕੰਮ ਕਰਨਾ ਸੌਖਾ ਹੋਏਗਾ। ਹੁਣ ਵੀ ਮਿਸਾਲਾਂ ਬਹੁਤ ਆ ਰਹੀਆਂ ਨੇ ਸਕੂਲਾਂ ਤੋਂ ਜਿੱਥੇ ਆਉਂਦੇ ਨੇ ਵੀ ਅੰਗਰੇਜ਼ੀ ਮਾਧਿਅਮ ਚ ਪੜ੍ਹ ਕੇ ਅਧਿਆਪਕ ਆਏ ਹੋਏ ਨੇ, ਪਰ ਉਹਨਾਂ ਨੂੰ ਪੰਜਾਬੀ ਮਾਧਿਅਮ ਚ ਪੜ੍ਹਾਉਣਾ, ਪੰਜਾਬੀ ਉਹਨਾਂ ਨੂੰ ਆਉਂਦੀ ਹੀ ਨਹੀਂ। ਤਾਂ ਇਸ ਕਰਕੇ ਜਿਹੜੀ ਸਿੱਖਿਆ ਦਾ ਮਾਧਿਅਮ ਦਾ ਸਵਾਲ ਹੈ ਔਰ ਇਹ ਜੀ ਕਾਰਟੂਨਾਂ ਵਾਂਗੀ ਉਹ ਸਭ ਤੋਂ ਮਹੱਤਵਪੂਰਨ ਸਵਾਲ ਹੈ, ਜਿੱਥੇ ਜਿਹੜੀ ਹੈ ਕਿਉਂਕਿ ਕਈ ਲੋਕ ਆਂਦੇ ਨੇ ਪੰਜਾਬੀ 1000 ਸਾਲ ਨਹੀਂ ਮਰੀ ਤੇ ਹੁਣੇ ਨੂੰ ਕਿਹੜੀ ਕੀ ਮਤਲਬ ਬਲਾ ਖਾ ਚੱਲੀ ਹੈ। ਪਰ ਭਾਈ 200 ਸਾਲ ਪਹਿਲਾਂ ਦੀ ਸਥਿਤੀ ਹੋਰ ਸੀ। 200 ਸਾਲ ਪਹਿਲਾਂ ਪਿੰਡ ਜੰਮਦਾ ਸੀ, 20-30 ਸਾਲ 40 ਕਿਲੋਮੀਟਰ 40-50 ਮੀਲ 100 ਮੀਲ ਤੋਂ ਵੱਧ ਅਗਾ ਬੰਦਾ ਜਾਂਦਾ ਨਹੀਂ ਸੀ, ਔਰ ਉਹ ਸਾਰਾ ਉਹਦੀ ਭਾਸ਼ਾ ਦਾ ਖੇਤਰ ਸੀ। ਉਹਦੇ ਜੀਵਨ ਦੇ ਵਿੱਚ ਕਿਸੇ ਹੋਰ ਭਾਸ਼ਾ ਦਾ ਦਖਲ ਨਹੀਂ ਸੀ। ਹੁਣ ਤੁਹਾਡੇ ਜੀਵਨ ਦੇ ਵਿੱਚ ਹੋਰ ਭਾਸ਼ਾ ਦਾ ਦਖਲ ਇੰਨਾ ਵੱਡਾ ਹੈ ਕਿ ਜੇ ਤੁਸੀਂ ਇੰਨਾ ਵੱਡੇ ਦਖਲ ਹੋਣ ਦਿੱਤੇ ਔਰ ਆਪਣੀ ਮਾਂ ਬੋਲੀ ਨੂੰ ਉਹਨਾਂ ਥਾਵਾਂ ਦੇ ਉੱਤੇ ਤੁਸੀਂ ਸਥਾਪਿਤ ਨਹੀਂ ਕੀਤਾ, ਤਾਂ ਫਿਰ ਬਹੁਤ ਛੇਤੀ ਕੋਈ ਵੀ ਭਾਸ਼ਾ ਬਚ ਜਾਏਗੀ। ਅੱਗੇ ਜਿੱਥੇ 1000 ਸਾਲ ਲੱਗਦੇ ਹਨ, ਹੋ ਸਕਦਾ ਹੈ 10 ਸਾਲ ਵੀ ਨਾ ਲੱਗਣ, ਕਿਉਂਕਿ ਆ ਜਿਹੜੇ 50% ਅੰਗਰੇਜ਼ੀ ਮਾਧਿਅਮ ਚ ਪੜ੍ਹ ਰਹੇ ਨੇ, ਇਹ ਕੱਲ ਨੂੰ ਕਿਵੇਂ ਸੋਚਣਗੇ? ਇਹਨਾਂ ਦਾ ਸਵਾਰਥ ਇਸ ਗੱਲ ਚ ਹੋਏਗਾ
ਕਿ ਹਰ ਥਾਂ ਦੇ ਉੱਤੇ ਕੰਮਕਾਰ ਅੰਗਰੇਜ਼ੀ 'ਚ ਹੋਏ, ਕਿਉਂਕਿ ਸਾਨੂੰ ਪੜ੍ਹਾਉਣਾ, ਇਹਨਾਂ ਨੂੰ ਪੰਜਾਬੀ ਦੁਬਾਰਾ ਪੜ੍ਹਾਉਣੀ ਕਿੰਨਾ ਔਖਾ ਕੰਮ ਹੋਏਗਾ, ਔਰ ਸ਼ਾਇਦ ਇਹ ਪੜ੍ਹ ਵੀ ਨਹੀਂ ਸਕਣਗੇ। ਇੱਕ ਉਮਰ ਤੋਂ ਬਾਅਦ ਜਿਹੜਾ ਸਿੱਖਣਾ ਜਿਹੜਾ ਹੈ ਉਹ ਤੁਹਾਨੂੰ ਪਤਾ ਹੈ ਕਿਸੇ ਤਰ੍ਹਾਂ ਦਾ ਸਿੱਖਣਾ ਵੀ ਔਖਾ ਹੋ ਜਾਂਦਾ ਹੈ। ਤਾਂ ਇਸ ਕਰਕੇ ਇਹ ਜਿਹੜੀ ਚੁਣੌਤੀ ਹੈ ਆਪਣੀ ਸਭ ਤੋਂ ਵੱਡੀ, ਇੱਕ ਤੇ ਜਿਹੜੀ ਸੱਜਣੂਰਾ ਸਵਾਲ ਵਾਲਿਆਂ ਨੇ ਗੱਲ ਕੀਤੀ ਹੈ, ਬੜੇ ਵਧੀਆ, ਇਹਨਾਂ ਦਾ ਬਹੁਤ ਹੀ ਮਹੱਤਵਪੂਰਨ ਹੈ। ਕਿਹੜੇ ਕਾਰਟੂਨ ਨੇ ਔਰ ਜਿਹੜੇ ਕੰਪਿਊਟਰ ਵਗੈਰਾ ਦੇ ਪ੍ਰੋਗਰਾਮ ਨੇ ਜਾਂ ਟੀਵੀ ਦੇ ਚੈਨਲ ਨੇ, ਉੱਥੇ ਪੰਜਾਬੀ ਦਾ ਹੋਣਾ ਬਹੁਤ ਜ਼ਰੂਰੀ ਹੈ, ਔਰ ਦੂਜੇ ਸਿੱਖਿਆ ਦੇ ਮਾਧਿਅਮ ਵਜੋਂ ਜਿਹੜਾ ਪੰਜਾਬੀ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਤੀਜੇ, ਆਪਾਂ ਸਾਰਿਆਂ ਨੂੰ ਵੇਖੋ, ਆਪਾਂ ਆਪਣੇ ਬੂਹਿਆਂ ਦੇ ਉੱਤੇ ਅੰਗਰੇਜ਼ੀ 'ਚ ਆਪਣੇ ਨਾਂ ਲਿਖੇ ਨੇ, ਉੱਥੇ ਤੇ ਨਾ ਤਕਨੀਕੀ ਸ਼ਬਦਾਵਲੀ ਦੀ ਘਾਟ ਹੈ, ਨਾ ਆਪਾਂ ਨੂੰ ਕੋਈ ਮਜਬੂਰ ਕਰ ਰਿਹਾ, ਨਾ ਆਪਾਂ ਕੋਈ ਨਾਲ ਡਿਗਰੀ ਕਰਨੀ ਹੈ। ਉਹਨੇ ਮਾਨਸਿਕਤਾ ਹੀ, ਆਪਾਂ ਵੀ ਇਹ ਸਮਝੀਏ ਕਿ ਆਪਾਂ ਨੂੰ ਇਹਦੇ ਨਾਲ ਕਿੰਨੇ ਘਾਟੇ ਪੈ ਰਹੇ ਨੇ, ਆਪਣੀ ਮਾਂ ਬੋਲੀ ਦੇ ਥਾਂ ਦੂਜੀ ਭਾਸ਼ਾ ਨੂੰ ਲਿਆ ਕੇ ਆਪ ਵੀ ਸਮਝੀਏ। ਔਰ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਆਪਣੀਆਂ ਸਰਕਾਰਾਂ ਨੂੰ, ਅਫਸਰਾਂ ਨੂੰ, ਜਿਹੜੇ ਆਪਣੀਆਂ ਨੀਤੀਆਂ ਕਰਦੇ ਨੇ, ਜਿਹੜੇ ਚਲਾ ਰਹੇ ਨੇ ਇਹਨਾਂ ਨੀਤੀਆਂ ਨੂੰ ਜਾਂ ਬਣਾ ਰਹੇ ਨੇ, ਉਹਨਾਂ ਤੱਕ ਇਹ ਗੱਲ ਪਹੁੰਚਾਈਏ। ਇਹ ਨਹੀਂ ਹੈ ਕਿ ਨਿਰਾ ਸਵਾਰਥ ਹੈ, ਮੈਂ ਨਹੀਂ ਮੰਨਦਾ, ਬੇਈਮਾਨੀ ਵੀ ਹੈ, ਸਵਾਰਥ ਵੀ ਹੈ, ਪਰ ਅਗਿਆਨਤਾ ਵੀ ਬਹੁਤ ਹੈ। ਜੇ ਆਪਾਂ ਜਿੰਨੇ ਨੀਤੀਕਾਰ ਨੇ, ਘੱਟੋ ਘੱਟ ਇਹ ਯਕੀਨਨ ਬਣਾਈਏ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਤੇ ਹੋਵੇ ਭਾਈ ਬ੍ਰਿਟਿਸ਼ ਕੌਂਸਲ ਅੰਗਰੇਜ਼ੀ ਸਿੱਖਣ ਲਈ ਕੀ ਆਂਦੀ ਹੈ, ਔਰ ਇਹ ਸਾਡੀ ਸਾਰਿਆਂ ਦੀ, ਹਰ ਵਿਅਕਤੀ ਦੀ, ਘਰ ਬੈਠੇ ਦੀ, ਪ੍ਰੋਫੈਸਰ ਦੀ ਜਾਂ ਚੈਨਲ ਵਾਲੇ ਦੀ ਜਾਂ ਦੂਜੇ ਦੀ, ਹਰ ਇੱਕ ਦੀ ਜ਼ਿੰਮੇਵਾਰੀ ਸਮਝੀਏ। ਇੱਕ ਉਸ ਤਰ੍ਹਾਂ ਦੀ ਜ਼ਿੰਮੇਵਾਰੀ ਜਿਵੇਂ ਆਪਾਂ ਆਪਣੇ ਬਾਲਾਂ ਨੂੰ ਪਾਲਦੇ ਹਾਂ, ਕਿ ਬਾਲਾਂ ਦੀ ਆਪਣਾ ਕਿੰਨੀ ਜ਼ਿੰਮੇਵਾਰੀ ਸਮਝਦੇ ਹਾਂ। ਔਰ ਇਹ ਸਾਡੇ ਬਾਲਾਂ ਦਾ ਵੀ ਕੁਝ ਨਹੀਂ ਬਣੇਗਾ ਜੇ ਪੰਜਾਬ ਦਾ ਕੁਝ ਨਹੀਂ ਬਣਿਆ ਤੇ। ਜੇ ਪੰਜਾਬ ਦਾ ਕੁਝ ਨਹੀਂ ਬਣੇਗਾ ਜੇ ਪੰਜਾਬ ਦੀ ਸਿੱਖਿਆ, ਪੰਜਾਬ ਦਾ ਕੰਮਕਾਰ, ਪੰਜਾਬ ਦਾ ਸਾਰਾ ਜਿਹੜਾ ਬੋਲਬਾਲਾ ਪੰਜਾਬੀ ਭਾਸ਼ਾ ਦਾ ਹਰ ਥਾਂ ਤੇ ਨਾ ਹੋਇਆ, ਤੇ ਪੰਜਾਬ ਦਾ ਵੀ ਕੁਝ ਨਹੀਂ ਬਣਨਾ। ਜੇ ਪੰਜਾਬ ਦਾ ਕੋਈ ਨਾ ਬਣਿਆ, ਪੰਜਾਬ ਦੇ ਬਾਲਾਂ ਦਾ ਕੋਈ ਨਹੀਂ ਬਣਾ, ਤੇ ਸਾਡਾ ਵੀ, ਫਿਰ ਸਾਡਾ ਭਵਿੱਖ ਕੀ ਹੈ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਇਹਨਾਂ ਨੇ ਬੜਾ ਹੀ ਮਹੱਤਵਪੂਰਨ ਸਵਾਲ ਕੀਤਾ। ਮੈਂ ਬਾਰ-ਬਾਰ ਇਹਨੂੰ ਇਸ ਕਰਕੇ ਦੁਹਰਾ ਰਿਹਾ ਕਿ ਬਹੁਤ ਮਹੱਤਵਪੂਰਨ ਸਵਾਲ ਜਿਹੜਾ ਕਾਰਟੂਨਾਂ ਵਾਲਾ ਹੈ, ਔਰ ਇਹਦੇ ਧਿਆਨ ਦੇਣ ਦੀ ਲੋੜ ਹੈ। ਜੋ ਵੀ ਇਸ ਸੰਬੰਧ ਵਿੱਚ ਜੋ ਵੀ ਕਰ ਸਕਦਾ ਹੈ, ਜਿਹੜੇ ਪ੍ਰੋਗਰਾਮ ਬਣਾਉਂਦੇ ਨੇ ਉਹ ਬਣਾਉਣ, ਜਿਹੜੇ ਖਰਚਾ ਕਰ ਸਕਦੇ ਨੇ, ਸਾਧਨਾਂ ਵਾਲੇ ਪੰਜਾਬੀ ਭਾਈਚਾਰਾ ਭਰਾ ਨੇ, ਭੈਣ ਭਰਾ ਨੇ, ਉਹਨਾਂ ਨੂੰ ਬੇਨਤੀ ਹੈ ਭਾਈ ਇੱਧਰ ਵੀ ਥੋੜਾ ਜਿਹਾ ਤੁਸੀਂ ਦਾਨ ਕਰੋ, ਲੰਗਰ ਲਾਓ, ਇਸ ਗੱਲ ਭਾਸ਼ਾ ਦੇ ਵੀ ਲੰਗਰ ਲਾਓ। ਪੰਜਾਬ ਇਸ ਪੜਾਅ ਤੇ ਪਹੁੰਚ ਗਿਆ ਹੈ ਕਿ ਹੁਣ ਆਪਾਂ ਮਾਂ ਬੋਲੀ ਦਾ ਲੰਗਰ ਔਰ ਭਾਸ਼ਾ ਦੇ ਲੰਗਰ ਜਿਹੜਾ ਉਹ ਆਪਣੇ ਦੂਜੇ ਲੰਗਰਾਂ ਦੇ ਜਿਹੜਾ ਨਾ ਉਨਾ ਹੀ ਜ਼ਰੂਰੀ ਸਮਝੀਏ। ਧੰਨਵਾਦ ਜੀ। ਬਿਲਕੁਲ, ਇਹਦੇ ਨਾਲ ਹੀ ਜੁੜੀ ਹੋਈ ਗੱਲ ਇਹ ਹੈ ਕਿ ਜਿਹੜਾ ਇਸ ਵੇਲੇ ਫਿਲਮ ਲਾਈਨ ਦੇ ਵਿੱਚ ਪੰਜਾਬੀ ਕਲਾਕਾਰ ਨੇ, ਉਹ ਪੰਜਾਬੀ ਬੋਲਦੇ ਨੇ, ਪਰ ਪੰਜਾਬੀ ਨੂੰ ਜਿਹੜੀ ਉਹਨਾਂ ਦੀ ਸਕ੍ਰਿਪਟਾਂ ਨੇ ਉਹ ਸਾਰੀਆਂ ਰੋਮਨ ਲਿਪੀ ਦੇ ਵਿੱਚ ਹੁੰਦੀਆਂ ਨੇ। ਉਹ ਗੱਲ ਵੀ ਇਹਦੇ ਨਾਲ ਜੁੜੀ ਹੋਈ ਹੈ। ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਇਸ ਗੱਲ ਦੀ ਡਿਮਾਂਡ ਕਰਨਗੇ ਕਿ ਜਿਹੜੀਆਂ ਗੁਰਮੁਖੀ ਲਿਪੀਆਂ ਨੇ ਤੇ ਹੋਰ ਲਿਪੀਆਂ ਨੇ, ਇਹਨਾਂ ਦੀ ਥਾਂ ਤੇ ਰੋਮਨ ਲਿਪੀ ਦੇ ਵਿੱਚ ਪੰਜਾਬੀ ਸਾਨੂੰ ਲਿਖੀ ਹੋਈ ਮਿਲੇ। ਇਹ ਵੀ ਇੱਕ ਨਵੀਂ ਡਿਵੈਲਪਮੈਂਟ ਹੈ ਜਿਹਦੇ ਬਾਰੇ ਸੁਚੇਤ ਹੋਣਾ ਜ਼ਰੂਰੀ ਹੈ। ਜੀ ਬਿਲਕੁਲ। ਦੇਖੋ, ਇੱਕ ਲਿਪੀ ਸਿੱਖਣ ਲਈ ਕਿੰਨਾ ਟਾਈਮ ਲੱਗਦਾ ਹੈ। ਮੈਂ 3 ਹਫ਼ਤੇ ਮਦੁਰਾਈ ਦੇ ਵਿੱਚ ਗਿਆ ਇੱਕ ਵਾਰੀ ਕਿਸੇ ਕੰਮ ਵਾਸਤੇ। 3 ਹਫ਼ਤਿਆਂ ਦੇ ਵਿੱਚ ਮੈਂ ਜਿਹੜੇ ਫੱਟੇ ਲੱਗੇ ਹੋਏ ਸੀ ਨਾਵਾਂ ਦੇ ਦੁਕਾਨਾਂ ਦੇ, ਉਹਦੇ ਤੋਂ ਹੀ ਮੈਂ ਤਮਿਲ ਦੇ ਸਾਰੇ ਅੱਖਰ ਸਿੱਖ ਲਏ। ਉੱਤੇ ਤਮਿਲ 'ਚ ਲਿਖਿਆ ਹੁੰਦਾ ਸੀ, ਥੱਲੇ ਅੰਗਰੇਜ਼ੀ 'ਚ ਲਿਖਿਆ ਹੁੰਦਾ ਸੀ, ਤੇ ਮੈਂ ਵੇਖਦਾ ਸਾਂ ਵੀ ਇਹ ਅੱਖਰ ਜਿਹੜਾ ਹੈ ਇਹਦੀ ਆਵਾਜ਼ ਆ, ਅੰਗਰੇਜ਼ੀ ਅੱਖਰ ਦੀ ਇਹਦੀ ਆਵਾਜ਼ ਆ ਹੈ। ਤਾਂ 3 ਹਫ਼ਤੇ ਮੈਂ ਰੋਜ਼ ਵੇਖ ਕੇ ਦਿਮਾਗ ਦੇ ਲਓ, 1 ਹਫ਼ਤੇ 10 ਦਿਨਾਂ ਦਾ 15 ਦਿਨਾਂ ਦਾ ਕੰਮ ਹੈ। ਤਾਂ ਮੇਰੀ ਇਹ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੂੰ ਗੁਰਮੁਖੀ ਨਹੀਂ ਆਉਂਦੀ, ਉਹਨਾਂ ਨੂੰ ਬੜੀ ਬੇਨਤੀ ਹੈ ਭਾਈ, ਆਪਾਂ ਵੇਖੋ, ਆਪਾਂ ਮਾਂ ਬੋਲੀ ਵਾਸਤੇ, ਆਪਣੀ ਜਿਹੜੀ ਬਾਬਿਆਂ ਦੀ ਭਾਸ਼ਾ ਵਾਸਤੇ, ਆਪਣੇ ਜਿਹੜੇ ਗ੍ਰੰਥਾਂ ਦੀ ਭਾਸ਼ਾ ਵਾਸਤੇ, ਆਪਣੇ ਜਿਹੜੇ ਸਕ੍ਰਿਪਚਰ ਨੇ ਜਾਂ ਧਰਮ ਗ੍ਰੰਥਾਂ ਦੀ ਭਾਸ਼ਾ ਵਾਸਤੇ ਆਪਾਂ 15 ਦਿਨ ਤੇ ਦਈਏ ਤੇ ਆਪਾਂ ਗੁਰਮੁਖੀ ਲਿਪੀ ਤੇ ਸਿੱਖ ਲਈਏ। ਕਿੱਡਾ ਔਖਾ ਹੁਣ ਤੇ ਆ ਸਾਰੇ ਸਾਧਨ ਜਿਹੜੇ ਨੇ ਕੰਪਿਊਟਰ ਦੇ ਉੱਤੇ, ਇੰਟਰਨੈਟ ਦੇ ਉੱਤੇ, ਆ ਯੂਨੀਵਰਸਿਟੀ ਨੇ ਸਾਡੇ। ਇੱਕ ਹੋਰ ਦੋਸਤ ਨੇ ਹੱਥ ਖੜਾ ਕੀਤਾ ਹੋਇਆ, ਉਹਨਾਂ ਤੋਂ ਵੀ ਪੁੱਛੀਏ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਉਹਨਾਂ ਦਾ ਨਾਂ ਨਹੀਂ ਸ਼ੋ ਹੋ ਰਿਹਾ ਮੇਰੇ ਕੋਲੇ। ਜੇ ਉਹ ਕੁਝ ਕਹਿਣਾ ਚਾਹੁੰਦੇ ਨੇ ਪਲੀਜ਼ ਜ਼ਰੂਰ ਕਹਿਣ। ਜੀ ਜੀ ਸਰ, ਮੈਂ ਹਰਮਿੰਦਰ ਬੋਲ ਰਿਹਾ ਬੇਸਿਕਲੀ। ਸ਼ਾਮ ਨੂੰ ਗੱਲ ਹੋਈ ਸੀ ਆਪਣੀ। ਬੋਲੋ। ਹਾਂਜੀ ਸਰ, ਮੇਰਾ ਸਵਾਲ ਇਹ ਹੈ ਜੀ, ਅੱਜ ਆਪਾਂ ਭਾਸ਼ਾ ਦੇ ਬਹੁਤ ਵੱਡੇ ਵਿਦਵਾਨਾਂ ਦੀ ਗੱਲ ਕੀਤੀ ਹੈ ਜੀ। ਸਰ ਠੀਕ ਹੈ, ਮੈਂ ਭਾਸ਼ਾ ਨਾਲ ਸਹਿਮਤ ਹਾਂ, ਕਿਤੇ ਸਰਵਾਈਵ ਕਰ ਰਹੀ ਹੈ, ਚੱਲ ਰਹੀ ਹੈ ਸਰ। ਲਿਪੀ ਦਾ ਜਿਹੜੇ ਵਿਦਵਾਨ ਸਾਹਿਬਾਨ ਬੈਠੇ ਨੇ, ਜੇਕਰ ਮੈਂ ਇਹਨਾਂ ਨਾਲ ਇਹ ਮੇਰੀ ਗੱਲ ਸੁਣਨੀ ਸਰ, ਮੈਨੇ ਤੁਹਾਨੂੰ ਨਾਲ ਇਹ ਗੱਲ ਡਿਸਕਸ ਕਰਨੀ ਹੈ ਜੀ। ਦੇਖੋ, ਭਾਸ਼ਾ ਕਿਤੇ ਨਾ ਕਿਤੇ ਫਿਰ ਵੀ ਅੱਜ ਆਪਾਂ ਬੋਲ ਰਹੇ ਹਾਂ, ਠੀਕ ਹੈ, ਤੇ ਅੱਜ ਪੰਜਾਬ 'ਚ ਸਰਵੇ ਕਰ ਲਓ, ਦੇਖ ਲਓ ਲੋਕਾਂ। ਤੁਹਾਡੀ ਆਵਾਜ਼ ਨਾ ਡਿਸਕਨੈਕਟ ਹੋ ਰਹੀ ਹੈ। ਮੈਂ ਤੁਹਾਡੀ ਗੱਲ ਸਮਝ ਗਿਆ। ਸਵਾਲ ਬਰਾੜ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਕਿ ਭਾਸ਼ਾ ਨੂੰ ਖਤਰਾ ਨਹੀਂ, ਖਤਰਾ ਜ਼ਿਆਦਾ ਲਿਪੀ ਨੂੰ ਹੈ।
ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਜੀ ਸਰ, ਮੈਂ ਕਿ ਇਹ ਤੁਹਾਨੂੰ ਵੀ ਕਹਿਣਾ ਇਸ ਚਾਹੁੰਦਾ ਤਰ੍ਹਾਂ ਸਰ। ਲੱਗਦਾ ਹੈ ਜੀ? ਤੁਹਾਡੀ ਗੱਲ ਤੁਹਾਡੇ ਸਾਡੇ ਕੋਲੇ ਆ ਗਈ, ਪਰ ਤੁਹਾਡੀ ਆਵਾਜ਼ ਡਿਸਕਨੈਕਟ ਹੋ ਰਹੀ ਹੈ। ਹਾਂਜੀ, ਬੂਟਾ ਸਿੰਘ ਬਰਾੜ ਜੀ। ਹਾਂਜੀ ਬਿਲਕੁਲ, ਇਹਦੀ ਦੋਸਤ ਦੀ ਗੱਲ ਸਹੀ ਹੈ। ਲਿਪੀ ਦਾ ਭਾਸ਼ਾ ਦੇ ਨਾਲ ਬੜਾ ਗੂੜਾ ਸੰਬੰਧ ਹੁੰਦਾ ਹੈ ਜੀ। ਲਿਪੀ ਭਾਸ਼ਾ ਦੀ ਇਹ ਪਹਿਰਾਵਾ ਹੈ, ਲਿਪੀ ਭਾਸ਼ਾ ਦੀ ਪੋਸ਼ਾਕ ਹੈ। ਲਿਪੀ ਤੋਂ ਬਿਨਾਂ ਭਾਸ਼ਾ ਮਰ ਜਾਂਦੀ ਹੈ। ਔਰ ਇਹਦੀ ਮੈਂ ਮਿਸਾਲ ਸਾਡੇ ਕੋਲ ਹੈ ਕਿ ਜਿਹੜੀਆਂ ਉੱਤਰੀ ਭਾਰਤ ਦੀਆਂ ਸਾਰੀਆਂ ਖੇਤਰੀ ਭਾਸ਼ਾਵਾਂ ਨੇ, ਉਹਨਾਂ ਦੇ ਪਾਸ ਆਪਣੀ ਲਿਪੀ ਨਹੀਂ ਸੀ ਜੀ। ਉਹਦੇ ਨਾ ਹੋਣ ਕਰਕੇ ਉਹ ਹਿੰਦੀ ਦੇ ਸਾਰੀਆਂ ਨੂੰ ਅਸੀਂ ਹਿੰਦੀ ਦੇ ਤੌਰ ਤੇ ਜਾਣਦੇ ਹਾਂ। ਉਹਨਾਂ ਆਪਣਾ ਸਰੂਪ ਹੀ ਗਵਾ ਚੁੱਕੇ ਹਨ। ਪੰਜਾਬੀ ਭਾਸ਼ਾ ਦੇ ਬੜੇ ਚਿਰਾਂ ਤੋਂ ਕਈ ਵਾਰੀ ਇੱਕ ਵਾਰੀ ਕੌਮਾਂਤਰੀ ਲਿਪੀ ਦੀ ਗੱਲ ਚੱਲੀ ਸੀ, ਔਰ ਦੇਵਨਾਗਰੀ ਲਿਪੀ ਦੀ ਕਈ ਵਾਰੀ ਡਿਮਾਂਡ ਆਈ ਹੈ ਕਿ ਇਹਨੂੰ ਦੇਵਨਾਗਰੀ 'ਚ ਲਿਖਣਾ ਚਾਹੀਦਾ ਹੈ। ਰੋਮਨ ਦੇ ਬਾਰੇ ਵੀ ਆਉਂਦੀ ਰਹੀ ਹੈ। ਔਰ ਮੈਂ ਸਮਝਦਾ ਜੇ ਇਸ ਤਰ੍ਹਾਂ ਅਸੀਂ ਖੁੱਲ੍ਹ ਦੇਤੀ ਨਾ ਭਾਸ਼ਾ ਦੇ ਵਿੱਚ, ਤਾਂ ਫਿਰ ਜਿਹੜੀ ਆਪਾਂ ਕਹਿੰਦੇ ਨੇ ਕਿ ਭਾਸ਼ਾ ਮਰ ਜਾਊਗੀ ਆਉਣ ਵਾਲੇ ਸਮੇਂ 'ਚ, ਇਹ ਸੰਭਾਵਨਾ ਪੈਦਾ ਹੋ ਜੂ। ਲਿਪੀ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਲਿਪੀ ਜਿਵੇਂ ਸਾਡੀ ਪਹਿਰਾਵਾ ਸਾਡਾ ਅੱਜ ਕੱਲ ਹੈਗਾ ਨਾ, ਪਛਾਣ ਹੈ, ਭਾਸ਼ਾ ਸਾਡੀ ਪਛਾਣ ਆ, ਤੇ ਉਵੇਂ ਉਹਦੀ ਲਿਪੀ ਵੀ ਪਛਾਣ ਹੈ। ਇਸ ਨੂੰ ਇਹਦੇ ਪ੍ਰਤੀ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਮਤਲਬ ਕਈ ਥਾਵਾਂ ਤੇ ਪਹਿਲਾਂ ਵੀ ਗੱਲਾਂ ਸਮੇਂ-ਸਮੇਂ ਤੇ ਚੱਲਦੀਆਂ ਰਹੀਆਂ ਕਿ ਲਿਪੀ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਮੰਗ ਦਿੱਲੀ ਵਾਲਿਆਂ ਵੱਲੋਂ ਵੀ ਆਉਂਦੀ ਹੈ ਕਿ ਉੱਥੇ ਦੇਵਨਾਗਰੀ ਦੀ ਜਿਹੜੀ ਹੈ ਲਿਪੀ ਦੀ, ਜੇ ਇਹ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਅਸੀਂ ਇਸ ਨੂੰ ਆਗਿਆ ਦੇਤੀ ਤਾਂ ਫਿਰ ਜ਼ਰੂਰ ਖਤਰਾ ਹੋ ਜਾਏਗਾ ਪੰਜਾਬੀ ਭਾਸ਼ਾ। ਲਿਪੀ ਜਿਉਂਦਾ ਰੱਖਣ ਲਈ ਭਾਸ਼ਾ ਨੂੰ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਮੇਰੇ ਖਿਆਲ ਗੁਰਿੰਦਰ ਸਿੰਘ ਪੂਨੀਆ ਸਾਡੇ ਨਾਲ ਜੁੜੇ ਹੋਏ ਨੇ। ਪੂਨੀਆ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਥੋੜੀ ਲਿਪੀ ਬਾਰੇ ਦੋ ਕੁ ਵਾਕ ਕਹਿ ਲਵਾਂ ਜੀ ਸਾਹਿਬ, ਜਿਹੜੀ ਬੜੀ ਮਹੱਤਵਪੂਰਨ ਗੱਲ ਹੋਈ ਹੈ ਜੀ। ਹੈਲੋ, ਹਾਂਜੀ ਹਾਂਜੀ, ਡਾਕਟਰ ਜੋਗਾ ਸਿੰਘ ਜੀ ਬੋਲੋ ਪਲੀਜ਼। ਮੈਂ ਨਾ ਲਿਪੀ ਬਾਰੇ ਥੋੜੀ ਜਾਣਕਾਰੀ ਦੇਣੀ ਚਾਹੁੰਦਾ ਸੀ। ਜਿਹੜੀ ਡਾਕਟਰ ਬੂਟਾ ਨੇ ਗੱਲ ਕੀਤੀ ਹੈ ਕਿ ਯੂਨੈਸਕੋ ਜਿਹੜੇ ਕਾਰਕ ਨੇ ਵੀ ਭਾਸ਼ਾ ਕਦੋਂ ਮਰਦੀ ਹੈ ਤਾਂ ਕਿਵੇਂ ਕਦੋਂ ਜਿਉਂਦੀ ਰਹਿੰਦੀ, ਤਾਂ ਉਹਦੇ ਵਿੱਚ ਇੱਕ ਇਹ ਵੀ ਦੱਸਿਆ ਗਿਆ ਜਿਸ ਭਾਸ਼ਾ ਦੀ ਆਪਣੀ ਵੱਖਰੀ ਲਿਪੀ ਹੁੰਦੀ ਹੈ ਉਹਦੇ ਜਿਉਰੇ ਰਹਿਣ ਦੇ ਜਿਹੜੇ ਮੌਕੇ ਨੇ ਉਹ ਜ਼ਿਆਦਾ ਹੁੰਦੇ ਨੇ। ਔਰ ਤੁਸੀਂ ਵੇਖੋ ਜਿਹੜੀ ਡਾਕਟਰ ਬੂਟਾ ਸਿੰਘ ਹੋਰਾਂ ਨੇ ਉੱਤਰੀ ਭਾਰਤੀ ਭਾਸ਼ਾਵਾਂ ਦੀ ਗੱਲ ਕੀਤੀ, ਕਿੰਨੀਆਂ ਸਾਡੇ ਕੋਲ ਲਿਪੀਆਂ ਸੀ। ਅੱਜ ਰਾਜਸਥਾਨੀ ਮੁੜੀਆ 'ਚ ਲਿਖੀ ਜਾਂਦੀ ਸੀ, ਔਰ ਗੁਜਰਾਤੀ ਮੋਦੀ 'ਚ ਲਿਖੀ ਜਾਂਦੀ ਸੀ, ਔਰ ਤੁਸੀਂ ਬਿਹਾਰ ਦੇ ਵਿੱਚ ਜਾਓ ਤਾਂ ਕੈਂਥੀ ਲਿਪੀ ਜਿਹੜੀ ਹੈ ਬਿਹਾਰ ਦੀਆਂ ਜਿਹੜੀਆਂ ਬਹੁਤੀਆਂ ਜਿਹੜੀਆਂ ਭਾਸ਼ਾਵਾਂ ਨੇ ਕੈਂਥੀ 'ਚ ਲਿਖੀਆਂ ਜਾਂਦੀਆਂ ਸੀ। ਡੁੱਗਰ ਅੱਖਰ ਹੈ ਸਨ ਇੱਧਰ ਸਾਡੇ। ਤਾਂ ਕਿੰਨੀਆਂ ਲਿਪੀਆਂ ਦੇਵਨਾਗਰੀ ਦੇ ਲਿਆਉਣ ਕਰਕੇ ਲਿਪੀਆਂ ਵੀ ਮਰ ਗਈਆਂ, ਤੇ ਉਹਦੇ ਨਾਲ ਜੇ ਉਹ ਭਾਸ਼ਾਵਾਂ ਉਹਨਾਂ ਲਿਪੀਆਂ ਲਿਖੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ ਤਾਂ ਸ਼ਾਇਦ ਉਹ ਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਖਤਰਾ ਘੱਟ ਹੁੰਦਾ। ਤਾਂ ਹੁਣ ਤੇ ਵੇਖੋ ਉਹ ਮਰਨ ਕਿਨਾਰੇ ਨੇ, ਉਹਨਾਂ ਨੂੰ ਭਾਸ਼ਾ ਵਜੋਂ ਮਾਨਤਾ ਹੀ ਨਹੀਂ ਹੈ। ਰਾਜਸਥਾਨੀ ਨੂੰ, ਗੜਵਾਲੀ ਨੂੰ, ਕੁਮਾਈ ਨੂੰ, ਜਾਂ ਆਪਣੀ ਨੂੰ ਮਗਈ ਨੂੰ, ਜਾਂ ਭੋਜਪੁਰੀ ਨੂੰ, ਐਡੀਆਂ ਵੱਡੀਆਂ ਵੱਡੀਆਂ ਭਾਸ਼ਾਵਾਂ ਨੇ ਜਿਨ੍ਹਾਂ ਦਾ ਸਾਹਿਤ ਦਾ ਇਤਿਹਾਸ ਰਾਜਸਥਾਨੀ ਦਾ ਤੇ ਭੋਜਪੁਰੀ ਵਰਗੀਆਂ ਦਾ ਹਿੰਦੀ ਨਾਲੋਂ ਵੀ, ਖੜੀ ਬੋਲੀ ਨਾਲੋਂ ਵੀ ਪੁਰਾਣਾ ਹੈ। ਉਹਨਾਂ ਨੂੰ ਭਾਸ਼ਾ ਵਜੋਂ ਮਾਨਤਾ ਹੀ ਨਹੀਂ ਹੋ ਰਹੀ, ਕਿਉਂਕਿ ਪਹਿਲਾਂ ਉਹਨਾਂ ਦੀਆਂ ਲਿਪੀਆਂ ਨੂੰ ਖਤਮ ਕੀਤਾ ਗਿਆ ਔਰ ਉਹਨਾਂ ਦੀ ਭਾਸ਼ਾ ਵਜੋਂ ਮਾਨਤਾ ਖਤਮ ਕੀਤੀ ਗਈ। ਇਸ ਕਰਕੇ ਲਿਪੀ ਦਾ ਸਵਾਲ ਜਿਹੜਾ ਬਹੁਤ ਮਹੱਤਵਪੂਰਨ ਸਵਾਲ ਹੈ। ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਇਹ ਸਵਾਲ ਸਾਡੇ ਨਾਲ ਕੁਲਦੀਪ ਸਿੰਘ ਜੁੜੇ ਹੋਏ ਨੇ ਗੰਗਾਨਗਰ ਤੋਂ, ਉਹਨਾਂ ਨੇ ਵੀ ਕਿਤੇ ਉਠਾਇਆ ਸੀ ਕਿ ਜਦੋਂ ਜਿਵੇਂ ਰਾਜਸਥਾਨ ਦੇ ਵਿੱਚ ਹਿੰਦੀ ਦਾ ਰਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਫਿਰ ਗੱਲ ਲਿਪੀਆਂ ਤੱਕ ਪਹੁੰਚਦੀ ਹੈ, ਤਾਂ ਇਹ ਆਉਣ ਵਾਲੇ ਸਮੇਂ ਦੇ ਖਤਰੇ ਨੇ ਜਿਨ੍ਹਾਂ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ। ਪੂਨੀਆ ਸਾਹਿਬ, ਕੁਝ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਡਾਕਟਰ ਜੋਗਾ ਸਿੰਘ ਤੇ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਆਵਾਜ਼ ਪੂਨੀਆ ਸਾਹਿਬ ਘੱਟ ਆ ਰਹੀ ਹੈ ਜੀ। ਸਾਡੀ ਬੋਲੀ ਦੇ ਉੱਤੇ ਘੱਟ ਆ ਰਹੀ ਜੀ। ਮੇਰੇ ਘਰ ਦਾ ਨੈਟ ਦੀ ਦਿੱਕਤ ਬੜੀ ਰਹਿੰਦੀ। ਨਹੀਂ, ਕਨੈਕਟ ਮੈਂ ਤਾਂ ਬਸ ਧੰਨਵਾਦ ਹੀ ਕਰਨਾ ਜੀ। ਆਫ ਕਰ ਲਓ ਸਰ ਆਪਣੀ, ਕੱਲਾ ਵੀਡੀਓ ਆਫ ਕਰ ਲਓ ਆਪਣੀ, ਉਹਦੇ ਨਾਲ ਕਨੈਕਸ਼ਨ ਵੀਕ ਹੈ ਤੁਹਾਡਾ ਜੀ। ਹੁਣ ਬੋਲੋ। ਹੁਣ ਦੇਖਿਓ ਜੀ। ਹਾਂਜੀ ਹਾਂਜੀ, ਠੀਕ ਹੈ। ਹੁਣ ਬਸ ਮੈਂ ਤਾਂ ਧੰਨਵਾਦ ਹੀ ਕਰਦਾ ਡਾਕਟਰ ਜੋਗਾ ਸਿੰਘ ਜੀ ਦਾ ਤੇ ਡਾਕਟਰ ਬਰਾੜ ਸਾਹਿਬ ਦਾ, ਕਿਉਂਕਿ ਮੈਂ ਭਾਸ਼ਾ ਦੇ ਸਵਾਲ ਦੇ ਉੱਤੇ ਵਿਗਿਆਨ ਦਾ ਵਿਦਿਆਰਥੀ ਹੋਣ ਕਰਕੇ ਹਾਲੇ ਸਿੱਖਣ ਵਾਲੀ ਸਥਿਤੀ ਮੇਰੀ ਹੈਗੀ ਆ ਜੀ। ਕਿ ਬਹੁਤ ਵੱਡਾ ਕੋਈ ਮੇਰਾ ਸਵਾਲ ਨਹੀਂ ਹੈਗਾ। ਧੰਨਵਾਦ ਬਹੁਤ ਬਹੁਤ ਤੇ ਤੁਹਾਡਾ ਵੀ, ਤੇ ਇਹੋ ਜਿਹੇ ਮੌਕੇ ਜਿਹੜੇ ਆ ਉਹ ਬਣਾ ਰਹੇ ਹੋ, ਮਿਲਦੇ ਰਹਿਣ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਦੋਸਤੋ, ਜਿੰਨੇ ਆਪਾਂ ਅੱਜ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਹੈ,
ਇਹਨਾਂ ਸਵਾਲ ਜਵਾਬਾਂ ਦੇ ਵਿੱਚੋਂ ਆਪਣੇ ਆਪ ਹੀ ਬਹੁਤ ਸਾਰੇ ਹੋਰ ਨਵੇਂ ਵਿਸ਼ੇ ਨੇ ਜਿਹੜੇ ਭਾਸ਼ਾ ਦੇ ਨਾਲ, ਲਿਪੀ ਨਾਲ ਜੁੜੇ ਹੋਏ ਨਿਕਲਦੇ ਨੇ, ਤੇ ਇਹਨਾਂ ਸਾਰੇ ਵਿਸ਼ਿਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਵਾਦ ਰਚਾਇਆ ਜਾਣਾ ਚਾਹੀਦਾ ਹੈ, ਕਿਉਂਕਿ ਭਾਸ਼ਾ ਦਾ ਕੋਈ ਇੱਕ ਪਾਸਾਰ ਨਹੀਂ ਹੁੰਦਾ, ਇੱਕ ਪਰਤ ਨਹੀਂ ਹੁੰਦੀ। ਭਾਸ਼ਾ ਦੀਆਂ ਅਨੇਕ ਦਿਸ਼ਾਵਾਂ ਹੁੰਦੀਆਂ ਨੇ ਤੇ ਉਹਨਾਂ ਸਾਰੀਆਂ ਦਿਸ਼ਾਵਾਂ ਤੇ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ, ਤੇ ਉਹਨਾਂ ਸਵਾਲਾਂ ਦੇ ਜਵਾਬ ਸਾਨੂੰ ਲੱਭਣੇ ਚਾਹੀਦੇ ਨੇ। ਕੋਸ਼ਿਸ਼ ਕਰਾਂਗੇ ਅਗਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਬਾਕੀ ਮੁੱਦੇ ਨੇ ਭਾਸ਼ਾ ਦੇ, ਚਾਹੇ ਉਹ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ, ਚਾਹੇ ਸ਼ਬਦ ਜੋੜਾਂ ਦੇ ਨਾਲ ਜੁੜੇ ਹੋਏ ਨੇ, ਤੇ ਚਾਹੇ ਸਾਡੇ ਵਿਸ਼ਿਆਂ ਨੂੰ ਪੰਜਾਬੀ ਦੇ ਵਿੱਚ ਪੜ੍ਹਾਉਣ ਦੇ ਨਾਲ ਜੁੜੇ ਹੋਏ ਨੇ, ਤੇ ਚਾਹੇ ਹੋਰ ਭਾਸ਼ਾਵਾਂ ਦੇ ਨਾਲ ਰਿਸ਼ਤਿਆਂ ਦੇ ਨਜ਼ਰੀਏ ਤੋਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਇਹਨਾਂ ਸਵਾਲਾਂ ਨੂੰ ਅਗਲੇ ਸਮੇਂ ਦੇ ਵਿੱਚ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਇਹਨਾਂ ਵਿਦਵਾਨਾਂ ਨਾਲ ਜਾਂ ਪੰਜਾਬੀ ਨਾਲ ਜੁੜੇ ਹੋਰ ਵਿਦਵਾਨਾਂ ਨਾਲ ਆਪਾਂ ਵਿਚਾਰਾਂਗੇ। ਸੋ ਅੱਜ ਵਕਤ ਇਜਾਜ਼ਤ ਨਹੀਂ ਦਿੰਦਾ। ਮੈਂ ਧੰਨਵਾਦ ਕਰਨਾ ਚਾਹੂੰਗਾ ਸਾਡੇ ਦੋਨੇ ਪ੍ਰਬੁੱਧ ਵਿਦਵਾਨਾਂ ਦਾ, ਜਿਨ੍ਹਾਂ ਨੇ ਬਹੁਤ ਖੂਬਸੂਰਤੀ ਨਾਲ ਇਹਨਾਂ ਸਾਰੇ ਵੱਡੇ ਸਵਾਲਾਂ ਨਾਲ ਸੰਵਾਦ ਰਚਾਇਆ ਹੈ ਤੇ ਸਾਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਹੈ, ਜਿਹਦੇ ਵਿੱਚ ਅਸੀਂ ਨਵੇਂ ਤਰੀਕੇ ਨਾਲ ਸੋਚ ਸਕਦੇ ਹਾਂ। ਇਹਦੇ ਵਿੱਚੋਂ ਹੋਰ ਸਵਾਲ ਪੈਦਾ ਹੋਣਗੇ, ਉਹ ਹੋਣੇ ਹੀ ਚਾਹੀਦੇ ਨੇ, ਤੇ ਉਹਨਾਂ ਸਵਾਲਾਂ ਦੇ ਜਵਾਬ ਆਪਾਂ ਭਵਿੱਖ ਦੇ ਵਿੱਚ ਰਲ ਮਿਲ ਕੇ ਲੱਭਾਂਗੇ। ਕਈ ਸਾਰੇ ਮਸਲੇ ਨੇ ਭਾਸ਼ਾ ਨਾਲ ਜੁੜੇ ਹੋਏ, ਅੱਗੇ ਆਪਾਂ ਗੱਲ ਕਰਦੇ ਰਹਾਂਗੇ ਇਸ ਇਸ਼ੂ ਦੇ ਉੱਤੇ, ਇਸ ਮਸਲੇ ਦੇ ਉੱਤੇ। ਸੋ ਡਾਕਟਰ ਜੋਗਾ ਸਿੰਘ ਵਿਰਕ ਜੀ, ਡਾਕਟਰ ਬੂਟਾ ਸਿੰਘ ਬਰਾੜ ਜੀ ਤੇ ਬਾਕੀ ਸਾਰੇ ਦੋਸਤ ਜਿਹੜੇ ਇੱਥੇ ਜੁੜੇ ਹੋਏ ਨੇ ਤੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋਏ ਨੇ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਬਹੁਤ-ਬਹੁਤ ਧੰਨਵਾਦ। ਇਸ ਪ੍ਰੋਗਰਾਮ ਦਾ YouTube ਲਿੰਕ ਵੀ ਤੁਹਾਨੂੰ ਭੇਜ ਦਿੱਤਾ ਜਾਊਗਾ, ਉਹ ਵੀ ਤੁਸੀਂ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ। ਸੋ ਇੱਕ ਵਾਰ ਫੇਰ ਮੀਡੀਆ ਪ੍ਰਵਾਈਜ਼ ਦੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਧੰਨਵਾਦ ਡਾਕਟਰ ਕੁਲਦੀਪ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੈ ਪੰਜਾਬੀ। ਜੀ ਸ਼ੁਕਰੀਆ ਸਰ। ਸ਼ੁਕਰੀਆ ਜੀ।